सत श्री अकाल सर। सत श्री अकाल सर जी। सत श्री अकाल जी। सत श्री अकाल सर। हाँ जी। सत श्री अकाल सर। सत श्री अकाल। हेलो, हाँ जी, नमस्कार सर। नमस्कार जी, क्या हाल चाल है जी? ठीक है जी। बेटे लाइट मेरे अखा च पै नहीं जा रहा, तुम डाउन करो फ्रंट वाले लाइट को डाउन। देखो ठीक है, ऑन करो। बस देखिए, ठीक है। गुड इवनिंग सर। गुड इवनिंग। हाँ जी, गुड इवनिंग ਸਾਰਿਆਂ ਨੂੰ ਜੀ। ਅਸੀਂ ਸਵੇਰੇ ਡਿਸਕਸ ਕੀਤਾ ਸੀਗਾ ਨੈਪਸੀਲਰ ਐਗਜ਼ਾਮੀਨੇਸ਼ਨ ਪੇਪਰ ਨੰਬਰ 6 ਸਿਵਲ ਪ੍ਰੋਸੀਜਰ ਕੋਡ 1908। ਅਸੀਂ ਸਵੇਰੇ ਪੜ੍ਹਿਆ ਸੀਗਾ ਸਟੇ ਆਫ ਸੂਟ ਐਂਡ ਰੈਸ ਡਿਊਟੀ ਕਾਟਾ ਸੈਕਸ਼ਨ 9 ਤੋਂ ਲੈ ਕੇ ਅਸੀਂ ਪੜ੍ਹਿਆ ਸੀਗਾ ਸੈਕਸ਼ਨ 31 ਤੱਕ। ਸੈਕਸ਼ਨ ਤੋਂ 9 ਤੋਂ ਲੈ ਕੇ ਸੈਕਸ਼ਨ 31 ਤੱਕ ਪੜ੍ਹਿਆ ਸੀਗਾ। ਹੁਣ ਅਸੀਂ ਸੈਕਸ਼ਨ 31 ਕੀ ਸੀਗਾ? ਸੈਕਸ਼ਨ 31 ਸੀਗਾ ਸਮਨ ਟੂ ਦਾ ਵਿਟਨੈਸ। ਜਦੋਂ ਕੋਰਟ ਨੂੰ ਕਦੇ ਜ਼ਰੂਰਤ ਹੁੰਦੀ ਹੈ ਕਿਸੇ ਵਿਟਨੈਸ ਨੂੰ ਬੁਲਾਉਣ ਦੀ ਤਾਂ ਕੋਰਟ ਵੱਲੋਂ ਸਮਨ ਜਾਰੀ ਕੀਤਾ ਜਾਂਦਾ ਹੈ। ਉਹ ਜਿਹੜਾ ਸੈਕਸ਼ਨ 27, 28 ਤੇ 29 ਦੇ ਅੰਦਰ ਜੋ ਪ੍ਰੋਸੈਸ ਅਡਾਪਟ ਕੀਤਾ ਜਾਂਦਾ ਹੈ ਸਮਨਿੰਗ ਕਰਨ ਦੇ ਲਈ, ਉਸ ਪ੍ਰੋਸੈਸ ਦੇ ਤਹਿਤ ਕਿਸੇ ਵੀ ਵਿਟਨੈਸ ਨੂੰ ਕੋਈ ਵੀ ਕੋਰਟ ਆਪਣੀ ਕੋਰਟ ਦੇ ਵਿੱਚ ਸਮਨ ਕਰਕੇ ਬੁਲਾ ਸਕਦੀ ਹੈ ਐਜ ਏ ਵਿਟਨੈਸ। ਠੀਕ ਹੈ। ਨੈਕਸਟ ਅਸੀਂ ਸੈਕਸ਼ਨ ਪੜ੍ਹਿਆ ਸੀ 32 ਸੈਕਸ਼ਨ ਹੈਗਾ ਪੈਨਲਟੀ ਫਾਰ ਦਾ ਡਿਫਾਲਟ। ਜਦੋਂ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਵਿਟਨੈਸ ਨੂੰ ਕੋਰਟ ਵੱਲੋਂ ਸਮਨਿੰਗ ਕੀਤੀ ਗਈ ਹੋਵੇ ਪਰ ਸਮਨਿੰਗ ਕਰਨ ਦੇ ਬਾਵਜੂਦ ਸਮਨ ਰਿਸੀਵ ਹੋਣ ਦੇ ਬਾਵਜੂਦ ਵੀ ਕੋਈ ਵਿਅਕਤੀ ਕੋਰਟ ਦੇ ਵਿੱਚ ਨਾ ਜਾਵੇ ਤਾਂ ਕੋਰਟ ਕੋਲੇ ਕੀ ਹੈਗਾ ਸੈਕਸ਼ਨ 32 ਦੇ ਵਿੱਚ ਪੈਨਲਟੀ ਲਗਾਉਣ ਦੀ ਪ੍ਰੋਵੀਜ਼ਨ ਹੈਗੀ ਹੈ। ਸਭ ਤੋਂ ਪਹਿਲਾਂ ਕੀ ਹੈਗਾ, ਕੋਰਟ ਜਿਹੜਾ ਵਾਰੰਟ ਜਾਰੀ ਕਰ ਸਕਦੀ ਹੈ, ਉਸ ਬੰਦੇ ਦੀ ਅਰੈਸਟ ਕੀਤੀ ਜਾ ਸਕਦੀ ਹੈ ਕੰਸਰਨ ਪੁਲਿਸ ਆਫੀਸਰ ਦੇ ਰਾਹੀਂ। ਵਾਰੰਟ ਜਾਰੀ ਕਰਕੇ ਉਸ ਬੰਦੇ ਨੂੰ ਅਰੈਸਟ ਕਰਕੇ ਕੋਰਟ ਦੇ ਵਿੱਚ ਲੈ ਕੇ ਆਇਆ ਜਾ ਸਕਦਾ ਹੈ। ਦੂਸਰਾ ਹੈਗਾ ਵੀ ਉਸ ਵਿਅਕਤੀ ਦੀ ਜਿਹੜਾ ਸਮਨ ਕਰਨ ਤੇ ਕੋਰਟ ਦੇ ਸਮਨ ਦੇ ਉੱਪਰ ਤੇ ਪੂਰਾ ਨਾ ਉਤਰੇ ਤੇ ਜਾਵੇ ਨਾ ਕੋਰਟ ਦੇ ਵਿੱਚ ਤਾਂ ਉਹਦੀ ਪ੍ਰਾਪਰਟੀ ਹੈਗੀ ਆ ਉਹਦੀ ਅਟੈਚਮੈਂਟ ਵੀ ਕੀਤੀ ਜਾ ਸਕਦੀ ਹੈ ਤੇ ਉਸ ਦੀ ਪ੍ਰਾਪਰਟੀ ਨੂੰ ਸੇਲ ਤੇ ਵੀ ਲਗਾਇਆ ਜਾ ਸਕਦਾ ਹੈਗਾ। ਨੈਕਸਟ ਹੈਗਾ ਸੀ ਇੰਪੋਜ਼ ਏ ਫਾਈਨ ਅਪਨ ਹਿਮ ਨਾਟ ਐਕਸੀਡਿੰਗ 5000 ਰੁਪੀਜ਼। ਕੋਰਟ ਜਿਹੜੀ ਹੈਗੀ ਹੈ ਉਸ ਵਿਅਕਤੀ ਨੂੰ ਜਿਹਨੂੰ ਸਮਨਿੰਗ ਕੀਤੀ ਗਈ ਹੋਵੇ ਪਰ ਉਹ ਫੇਲ ਹੋ ਜਾਏ ਸਮਨ ਦੇ ਮੁਤਾਬਕ ਕੋਰਟ ਦੇ ਵਿੱਚ ਪੇਸ਼ ਨਾ ਹੋਵੇ, ਠੀਕ ਹੈ, ਤਾਂ ਇੱਕ ਆਪਸ਼ਨ ਇਹ ਵੀ ਹੈਗੀ ਹੈ ਜੀ, ਕੋਰਟ ਹੈਗੀ ਉਸਨੂੰ ਫਾਈਨ ਲਗਾ ਸਕਦੀ ਹੈ। 5000 ਰੁਪਏ ਤੱਕ ਦਾ ਜਿਹੜਾ ਫਾਈਨ ਹੈ ਕੋਰਟ ਵੱਲੋਂ ਲਗਾਇਆ ਜਾ ਸਕਦਾ ਹੈਗਾ। ਸਰ ਜੀ ਇਸ ਦੇ ਵਿੱਚ ਜਿਹੜਾ ਆਪਣਾ ਇਹ ਫਾਈਨ ਵਗੈਰਾ ਲੱਗਦਾ ਹੈਗਾ ਕਿ ਆ ਜੋਬ ਜਿੱਦਾਂ ਕੋਈ ਸ਼ਹਾਦਤ ਦੇਣ ਲਈ ਗਈ ਹੈ, ਤੁਸੀਂ ਨਹੀਂ ਟਾਈਮ ਤੇ ਪੁੱਜ ਪਾਏ, ਕਿਆ ਇਹ ਪਨਿਸ਼ੇਬਲ ਕਿਸ ਤਰ੍ਹਾਂ ਦੀ ਹੈਗੀ ਹੈ ਕਿ ਇਹਦੇ 'ਚ ਜੋਬ ਨੂੰ ਖਤਰਾ ਵੀ ਹੋ ਸਕਦਾ? ਬਿਲਕੁਲ ਹੋ ਸਕਦਾ ਹੈ। ਜਦੋਂ ਕਿਸੇ ਨੂੰ ਫਾਈਨ ਲੱਗਦਾ ਤਾਂ ਫਾਈਨ ਜਿਹੜਾ ਦੇਖੋ ਫਾਈਨ ਤਾਂ ਫਾਈਨ ਹੀ ਹੁੰਦਾ ਹੈ, ਠੀਕ ਹੈ। ਜੋਬ ਹਾਂ, ਜਦੋਂ ਕੋਰਟ ਨੂੰ ਲੱਗੇ ਵੀ ਇਹ ਬੰਦਾ ਜਿਹੜਾ ਜਾਣਬੁੱਝ ਕੇ ਕੋਰਟ ਨੂੰ ਹੈਰਾਨ ਕਰ ਰਿਹਾ, ਪਰੇਸ਼ਾਨ ਕਰ ਰਿਹਾ, ਕੋਰਟ ਦੀ ਪਰਵਾਹ ਨਹੀਂ ਕਰ ਰਿਹਾ, ਕੋਰਟ ਦੀ ਇੱਕ ਤਰੀਕੇ ਨਾਲ ਕੋਰਟ ਦੀ ਜਿਹੜੀ ਉਹ ਕਰ ਰਿਹਾ, ਅਟੈਂਪਟ ਕਰ ਰਿਹਾ, ਕੰਟੈਂਪਟ ਆਫ ਦਾ ਕੋਰਟ ਕਰ ਰਿਹਾ ਹੈਗਾ,
ਜਿਹੜੀ ਕੋਰਟ ਹੈ ਤਾਂ ਇਹਨਾਂ ਜਿਹੜੇ ਹੈਗੇ 3-4 ਪ੍ਰੋਵੀਜ਼ਨ ਹੈਗੀਆਂ ਨੇ, ਕੋਈ ਵੀ ਪ੍ਰੋਵੀਜ਼ਨ ਜਿਹੜੀ ਹੈਗੀ ਹੈ ਉਹ ਅਪਲਾਈ ਕਰ ਸਕਦੀ ਹੈ। ਉਹਦੇ ਅਰੈਸਟ ਵਾਰੰਟ ਜਾਰੀ ਕੀਤੇ ਜਾ ਸਕਦੇ ਨੇ, ਉਹਦੀ ਜਿਹੜੀ ਪ੍ਰਾਪਰਟੀ ਹੈ ਉਹ ਅਟੈਚ ਕਰਕੇ ਪ੍ਰਾਪਰਟੀ ਸੇਲ ਵੀ ਕੀਤੀ ਜਾ ਸਕਦੀ ਹੈ। ਉਸ ਵਿਅਕਤੀ ਨੂੰ ਜਿਹੜਾ ਫਾਈਨ ਹੈ ਫਾਈਨ ਵੀ ਇੰਪੋਜ਼ ਕੀਤਾ ਜਾ ਸਕਦਾ ਹੈ, 5000 ਰੁਪਏ ਤੱਕ ਦੀ ਜਿਹੜੀ ਫਾਈਨ ਹੈਗਾ ਲਗਾਈ ਜਾ ਸਕਦੀ ਹੈ। ਫਿਰ ਦੈਨ ਉਸ ਵਿਅਕਤੀ ਨੂੰ ਇਹ ਵੀ ਕਿਹਾ ਜਾ ਸਕਦਾ ਹੈ, ਜਦੋਂ ਕੋਰਟ ਵਾਰੰਟ ਲੈ ਕੇ ਉਸ ਨੂੰ ਵਿਅਕਤੀ ਨੂੰ ਕੋਈ ਕੋਰਟ 'ਚ ਹਾਜ਼ਰ ਕਰਦੀ ਹੈ, ਕੋਈ ਪੁਲਿਸ ਆਫੀਸਰ ਉਹਨੂੰ ਅਰੈਸਟ ਕਰਕੇ ਕੋਰਟ ਦੇ ਵਿੱਚ ਪੇਸ਼ ਕਰਦਾ ਹੈ, ਤਾਂ ਉਸ ਵੇਲੇ ਜਿਹੜੀ ਕੋਰਟ ਹੈਗੀ ਹੈ, ਕੋਰਟ ਉਸ ਨੂੰ ਕਹਿ ਸਕਦੀ ਹੈ ਵੀ ਉਸ ਨੂੰ ਉਹਦੀ ਜ਼ਮਾਨਤ ਲੈ ਕੇ, ਸਿਕਿਉਰਿਟੀ ਲੈ ਕੇ ਉਸ ਨੂੰ ਛੱਡ ਸਕਦੀ ਹੈ। ਪਰ ਜੇਕਰ ਫਿਰ ਵੀ ਉਹ ਵਿਅਕਤੀ ਫਿਰ ਵੀ ਫੇਲ ਹੋ ਜਾਂਦਾ ਹੈ, ਫਿਰ ਵੀ ਜ਼ਮਾਨਤ ਦੇ ਅਕੋਰਡਿੰਗ ਕੋਰਟ ਦੇ ਵਿੱਚ ਹਾਜ਼ਰ ਨਹੀਂ ਹੁੰਦਾ ਹੈਗਾ ਮਿੱਥੇ ਸਮੇਂ ਤੇ, ਜਦੋਂ ਕੋਰਟ ਨੂੰ ਰਿਕੁਆਇਰਡ ਹੈ, ਉਸਦੀ ਜ਼ਰੂਰਤ ਹੈਗੀ ਹੈ, ਤਾਂ ਕੋਰਟ ਦੇ ਵਿੱਚ ਹਾਜ਼ਰ ਨਹੀਂ ਹੁੰਦਾ, ਤਾਂ ਕੋਰਟ ਉਸ ਨੂੰ ਮਤਲਬ ਕਿ ਆਰਡਰ ਕਰ ਸਕਦੀ ਹੈ, ਉਸ ਨੂੰ ਸਿਵਲ ਪ੍ਰਿਜ਼ਨ ਦੇ ਵਿੱਚ ਵੀ ਭੇਜ ਸਕਦੀ ਹੈ। ਇਹ ਹੈਗਾ ਸੀ ਸਾਡਾ ਇਨ ਡਿਫਾਲਟ ਆਫ ਦਾ ਵਿਟਨੈਸ ਆਰਡਰ ਆਫ ਦਾ ਪੈਨਲਟੀ ਬਾਈ ਦਾ ਕੋਰਟ। ਦੈਨ ਅਸੀਂ ਪੜਾਂਗੇ ਜੀ ਜਜਮੈਂਟ ਐਂਡ ਡਿਕਰੀ। ਸੈਕਸ਼ਨ 33 ਜਜਮੈਂਟ ਡਿਕਰੀ। ਜਜਮੈਂਟ ਕੀ ਹੁੰਦਾ, ਡਿਕਰੀ ਕੀ ਹੁੰਦੀ ਹੈ? ਦੇਖੋ, ਜਦੋਂ ਕੋਈ ਸੂਟ ਫਾਈਲ ਕਰਦਾ ਹੈ, ਚਾਹੇ ਉਹ ਮਨੀ ਡਿਕਰੀ ਹੋਵੇ, ਚਾਹੇ ਉਹ ਕਿਸੇ ਪ੍ਰਾਪਰਟੀ ਨੂੰ ਲੈ ਕੇ ਡਿਸਪਿਊਟ ਹੋਵੇ, ਠੀਕ ਹੈ, ਕਿਸੇ ਵਿਅਕਤੀ ਵੱਲੋਂ ਕਿਸੇ ਕੋਰਟ ਦੇ ਵਿੱਚ ਜਦੋਂ ਕੋਈ ਮੁਕੱਦਮਾ ਦਾਇਰ ਕੀਤਾ ਜਾਂਦਾ ਹੈ, ਤਾਂ ਮੁਕੱਦਮਾ ਦਾਇਰ ਹੋਣ ਤੋਂ ਬਾਅਦ ਆਪੋਜ਼ਿਟ ਪਾਰਟੀ ਤੋਂ ਰਿਟਨ ਸਟੇਟਮੈਂਟ ਲਈ ਜਾਂਦੀ ਹੈ। ਰਿਟਨ ਸਟੇਟਮੈਂਟ ਲੈਣ ਤੋਂ ਬਾਅਦ ਇਸ਼ੂ ਫਰੇਮ ਕੀਤੇ ਜਾਂਦੇ ਆ, ਇਸ਼ੂ ਫਰੇਮ ਕਰਕੇ ਇਸ਼ੂ ਦੀ ਡਿਸੀਜਨ ਹੁੰਦੀ ਹੈ, ਇਸ਼ੂ ਡਿਸਾਈਡ ਕਰਕੇ ਫਿਰ ਉਸ ਤੋਂ ਬਾਅਦ ਕੀ ਹੁੰਦਾ ਹੈ, ਜੇਕਰ ਕੋਈ ਪਾਰਟੀ ਓਰਲ ਐਵੀਡੈਂਸ ਪੇਸ਼ ਕਰਨਾ ਚਾਹੇ ਤਾਂ ਓਰਲ ਐਵੀਡੈਂਸ ਵੀ ਲਈ ਜਾਂਦੀ ਹੈ। ਦੈਨ ਉਸ ਤੋਂ ਬਾਅਦ ਜਿਹੜਾ ਕੋਰਟ ਹੈਗਾ, ਕੋਰਟ ਵੱਲੋਂ ਇਸ਼ੂ ਫਰੇਮ ਜਿਹੜੇ ਕੀਤੇ ਹੁੰਦੇ ਆ ਉਹਨਾਂ ਦੇ ਆਧਾਰ ਦੇ ਉੱਪਰ ਜਿਹੜਾ ਹੈਗਾ ਆਪਣੀ ਜਜਮੈਂਟ ਦਿੱਤੀ ਜਾਂਦੀ ਹੈ। ਜਜਮੈਂਟ ਦੇਣ ਤੋਂ ਬਾਅਦ ਤੇ ਡਿਗਰੀ ਪਾਸ ਕੀਤੀ ਜਾਂਦੀ ਹੈ। ਜਜਮੈਂਟ ਦੇ ਵਿੱਚ ਕੀ ਹੁੰਦਾ, ਡਿਟੇਲ ਆਰਡਰ ਹੁੰਦਾ, ਕਿਵੇਂ ਕਿਵੇਂ ਪ੍ਰੋਸੈਸ ਅਡਾਪਟ ਕੀਤਾ ਗਿਆ, ਠੀਕ ਹੈ, ਕਿਹੜੀ ਪਾਰਟੀ ਨੇ ਕੀ ਕਲੇਮ ਕੀਤਾ ਸੀਗਾ, ਦੂਜੀ ਪਾਰਟੀ ਨੇ ਕੀ ਡਿਫੈਂਡ ਕੀਤਾ ਸੀਗਾ, ਤੇ ਉਸ ਤੋਂ ਬਾਅਦ ਕਿਹੜੀਆਂ ਡਾਕੂਮੈਂਟਰੀ ਵਿਟਨੈਸ ਪੇਸ਼ ਕੀਤੀਆਂ ਗਈਆਂ ਪਲੈਂਟਿਫ ਵੱਲੋਂ, ਤੇ ਡਿਫੈਂਡੈਂਟ ਵੱਲੋਂ ਕਿਹੜੀ ਡਾਕੂਮੈਂਟਰੀ ਐਵੀਡੈਂਸ ਦਿੱਤੀ ਗਈ, ਤੇ ਓਰਲ ਐਵੀਡੈਂਸ ਕਿਹੜੀ ਦਿੱਤੀ ਗਈ ਪਲੈਂਟਿਫ ਵੱਲੋਂ, ਤੇ ਓਰਲ ਐਵੀਡੈਂਸ ਤੇ ਡਿਫੈਂਡੈਂਟ ਵੱਲੋਂ ਕਿਹੜੀ ਦਿੱਤੀ ਗਈ, ਤੇ ਕੀ ਇਸ਼ੂ ਫਰੇਮ ਕੀਤੇ ਗਏ, ਤੇ ਕਿਹੜੇ ਕਿਹੜੇ ਇਸ਼ੂ ਦਾ ਜਿਹੜਾ ਹੈਗਾ ਉਹਦਾ ਜਿਹੜਾ ਡਿਸੀਜਨ ਹੈ ਕੋਰਟ ਵੱਲੋਂ ਕੀ ਲਿਆ ਗਿਆ, ਠੀਕ ਹੈ। ਇਹ ਸਾਰੇ ਜਜਮੈਂਟ ਦੇ ਵਿੱਚ ਡਿਟੇਲ ਜਿਹੜੀ ਹੁੰਦੀ ਹੈ, ਪੂਰੀ ਜਜਮੈਂਟ ਜਿਹੜੀ ਹੁੰਦੀ ਹੈ, ਡਿਟੇਲ ਆਰਡਰ ਐਵਰੀਥਿੰਗ ਆਲਮੋਸਟ ਜਜਮੈਂਟ ਦੇ ਵਿੱਚ ਆ ਜਾਂਦੀ ਹੈ। ਤੇ ਜਿਹੜੀ ਡਿਗਰੀ ਹੁੰਦੀ ਹੈ, ਡਿਗਰੀ ਦੇ ਵਿੱਚ ਕੀ ਕਲੇਮ ਕੀਤਾ ਸੀ, ਕੀ ਕੋਰਟ ਨੇ ਦਿੱਤਾ, ਕੋਰਟ ਦਾ ਕੀ ਨਾਮ ਹੈਗਾ, ਪਾਰਟੀਆਂ ਦਾ ਕੀ ਨਾਮ ਹੈਗਾ, ਠੀਕ ਹੈ, ਸੂਟ ਕਾਹਦੇ ਲਈ ਫਾਈਲ ਕੀਤਾ ਗਿਆ ਸੀਗਾ, ਕਿਸ ਪ੍ਰਾਪਰਟੀ ਲਈ ਸੂਟ ਫਾਈਲ ਕੀਤਾ ਗਿਆ ਸੀਗਾ, ਤੇ ਕੋਰਟ ਨੇ ਉਹਦਾ ਜਿਹੜਾ ਸੁਣਨ ਤੋਂ ਬਾਅਦ ਕੀ ਜਜਮੈਂਟ ਦਿੱਤੀ ਹੈ, ਕੀ ਆਰਡਰ ਪਾਸ ਕੀਤਾ ਹੈਗਾ। ਜਿਹੜੀ ਡਿਗਰੀ ਹੁੰਦੀ ਹੈ ਉਹਦੇ ਵਿੱਚ ਇਹ ਸ਼ਾਰਟ ਦੇ ਵਿੱਚ ਜਿਹੜਾ ਹੁੰਦਾ ਹੈ ਉਹ ਆ ਜਾਂਦਾ ਕੀ ਕਾਸਟ ਕੀ ਪਾਈ ਗਈ ਹੈ। ਨਟਸ਼ੈਲ ਜਿਹਨੂੰ ਅਸੀਂ ਕਹਿ ਦਈਏ, ਜਜਮੈਂਟ ਦਾ ਜਿਹੜਾ ਨਟਸ਼ੈਲ ਹੈਗਾ ਉਹ ਡਿਗਰੀ ਵਿੱਚ ਅਨਾਉਂਸ ਕੀਤਾ ਜਾਂਦਾ ਹੈਗਾ, ਇਹਨੂੰ ਅਸੀਂ ਜਜਮੈਂਟ ਕਹਿੰਦੇ ਹਾਂ ਤੇ ਇਸ ਨੂੰ ਅਸੀਂ ਡਿਗਰੀ ਕਹਿੰਦੇ ਹੈਗੇ ਆ। ਨੈਕਸਟ ਹੈਗਾ ਸੀਗਾ ਜੀ ਸੈਕਸ਼ਨ 34 ਇੰਟਰਸਟ। ਇੰਟਰਸਟ ਕੀ ਹੁੰਦਾ ਹੈ? ਇੰਟਰਸਟ ਜਿਹਨੂੰ ਆਪਾਂ ਸਿੰਪਲ ਭਾਸ਼ਾ 'ਚ ਕਹਿੰਦੇ ਹਾਂ ਵਿਆਜ ਹੁੰਦਾ ਹੈਗਾ। ਇੱਥੇ ਵਿਆਜ ਦੀ ਗੱਲ ਕੀਤੀ ਗਈ ਹੈ। ਵਿਆਜ ਦੀ ਗੱਲ ਕਿਉਂ ਕੀਤੀ ਗਈ ਹੈ? ਕਿਸੇ ਕੋਈ ਮਨੀ ਡਿਗਰੀ ਦੀ ਗੱਲ ਕਰ ਲਈ ਆਪਾਂ, ਕਿਸੇ ਪਾਰਟੀ ਨੇ ਕਿਸੇ ਵਿਅਕਤੀ ਤੋਂ, ਇੱਕ ਪਾਰਟੀ ਨੇ ਕਿਸੇ ਦੂਜੀ ਪਾਰਟੀ ਤੋਂ ਪੈਸੇ ਲੈਣੇ ਸੀਗੇ ਮੇਬੀ, ਠੀਕ ਹੈ, ਉਸ ਪਾਰਟੀ ਨੇ ਕਲੇਮ ਕੀਤਾ ਕੋਰਟ ਦੇ ਵਿੱਚ, ਸੂਟ ਫਾਈਲ ਕੀਤਾ, ਕਿਸੇ ਆਧਾਰ ਤੇ ਕੀਤਾ, ਮੇਬੀ ਉਹਦੇ ਕੋਲ ਕੋਈ ਪਰਨੋਟ ਹੋਵੇ, ਜਾਂ ਉਹਦੇ ਕੋਲ ਕੋਈ ਅਸਟਾਮ ਹੋਵੇ, ਜਾਂ ਉਹਦੇ ਕੋਲ ਕੋਈ ਹੋਰ ਐਗਰੀਮੈਂਟ ਹੋਵੇ, ਕਿਸੇ ਆਧਾਰ ਦੇ ਉੱਤੇ ਮਨੀ ਡਿਗਰੀ ਦੇ ਲਈ ਸੂਟ ਫਾਈਲ ਕੀਤਾ ਗਿਆ ਇੱਕ ਪਾਰਟੀ ਵੱਲੋਂ, ਤੇ ਉਹਦੇ ਹੱਕ ਦੇ ਵਿੱਚ ਕੋਈ ਡਿਗਰੀ ਪਾਸ ਹੋ ਗਈ, ਲੈਣ ਦੇਣ ਦੀ ਡਿਗਰੀ ਪਾਸ ਹੋ ਗਈ, ਕੋਰਟ ਨੇ ਡਿਸਾਈਡ ਕਰ ਦਿੱਤਾ ਆਪਣੀ ਜਜਮੈਂਟ ਦੇ ਵਿੱਚ, ਡਿਗਰੀ ਪਾਸ ਕਰਤੀ ਐਂਡ ਦੇ ਵਿੱਚ ਵੀ ਇਤਨੀ ਜਿਹੜੀ ਅਮਾਊਂਟ ਹੈਗੀ ਹੈ, ਇਹ ਜਿਹੜੀ ਪਾਰਟੀ A ਪਾਰਟੀ ਹੈ B ਪਾਰਟੀ ਨੂੰ ਦੇਣ ਦੇ ਲਈ ਲਾਇਬਲ ਹੈਗੀ ਹੈ, ਜਾਂ B ਪਾਰਟੀ A ਪਾਰਟੀ ਤੋਂ ਲੈਣ ਦੇ ਲਈ ਇੰਟਾਈਟਲ ਹੈਗੀ ਹੈ। ਮਨੀ ਡਿਗਰੀ ਪਾਸ ਕਰਤੀ ਕੋਰਟ ਨੇ। ਉਸ ਤੋਂ ਬਾਅਦ ਕੋਰਟ ਵੱਲੋਂ ਉਸ ਡਿਗਰੀ ਦੇ ਵਿੱਚ 2-3 ਪੁਆਇੰਟਸ ਦੇ ਵਿੱਚ ਹੈਗੇ ਨੇ। ਇੰਟਰਸਟ ਦੀ ਗੱਲ ਕਿੱਥੇ ਕੀਤੀ ਜਾਂਦੀ ਹੈ? ਇੰਟਰਸਟ ਦੀ ਗੱਲ ਕੀਤੀ ਗਈ ਹੈ, ਮੰਨ ਲਓ ਡਿਗਰੀ ਹੈਗੀ 5 ਲੱਖ ਰੁਪਏ ਦੀ ਡਿਗਰੀ ਪਾਸ ਕਰਤੀ ਕੋਰਟ ਨੇ, ਠੀਕ ਹੈ, ਤਾਂ ਇੰਟਰਸਟ ਦੇ ਕੀ ਸਿਸਟਮ ਹੈਗੇ, ਇੰਟਰਸਟ ਕਿੱਥੇ ਕਿੱਥੇ ਲੱਗਦਾ ਹੈ, ਕਿਹੜੀ ਕਿਹੜੀ ਤਰੀਕਾਂ 'ਚ ਇੰਟਰਸਟ ਲਗਾਇਆ ਜਾ ਸਕਦਾ ਕੋਰਟ ਵੱਲੋਂ। ਕੋਰਟ ਦੀ ਇੱਥੇ ਡਿਸਕਸ਼ਨ ਪਾਵਰ ਹੈਗੀ ਹੈ। ਜਦੋਂ ਸੂਟ ਫਾਈਲ ਕੀਤਾ ਉਸ ਤੋਂ ਪਹਿਲਾਂ ਜੇ ਕੋਈ ਅਮਾਊਂਟ ਡਿਊ ਸੀਗੀ ਪਾਰਟੀ ਵੱਲੇ, ਠੀਕ ਹੈ, ਇੱਕ ਪਾਰਟੀ ਨੇ ਪੇਮੈਂਟ ਲੈਣੀ ਸੀ, ਦੂਜੀ ਪਾਰਟੀ ਨੇ ਪੇਮੈਂਟ ਦੇਣੀ ਸੀਗੀ, ਸੂਟ ਫਾਈਲ ਕਰਨ ਤੋਂ ਪਹਿਲਾਂ ਦਾ ਇੱਕ ਸਮਾਂ ਹੈਗਾ, ਉਸ ਸਮੇਂ ਦਾ ਕੋਈ ਇੰਟਰਸਟ ਜੇ ਕੋਈ ਕੋਰਟ ਦੀ ਡਿਸਕ੍ਰਿਸ਼ਨ ਪਾਵਰ ਹੈਗੀ ਹੈ, ਉਸ ਸਮੇਂ ਤੋਂ ਪਹਿਲਾਂ ਕੋਈ ਇੰਟਰਸਟ, ਜਿਹਨੇ ਮੰਨ ਲਓ ਜਜਮੈਂਟ ਕਰ ਦਿੱਤੀ ਕੋਰਟ ਨੇ 5 ਲੱਖ ਰੁਪਏ ਦੀ ਜਜਮੈਂਟ ਕਰ ਦਿੱਤੀ ਵੀ 5 ਲੱਖ ਰੁਪਇਆ ਪ੍ਰਿੰਸੀਪਲ ਦੀ ਅਮਾਊਂਟ ਹੈਗੀ ਹੈ, ਉਹ A ਪਾਰਟੀ ਨੇ B ਪਾਰਟੀ ਨੂੰ ਦੇਣਾ ਹੈ, ਠੀਕ ਹੈ, A ਪਾਰਟੀ ਨੇ B ਪਾਰਟੀ ਨੂੰ 5 ਲੱਖ ਰੁਪਏ ਦੀ ਜਿਹੜੀ ਪ੍ਰਿੰਸੀਪਲ ਅਮਾਊਂਟ ਹੈ ਉਹਦੀ ਡਿਗਰੀ ਪਾਸ ਹੋ ਗਈ, ਤਾਂ ਇਸ 5 ਲੱਖ ਤੋਂ ਇਲਾਵਾ ਇੰਟਰਸਟ ਦੀ ਗੱਲ ਕੀਤੀ ਗਈ ਹੈ। ਕੀ ਸੂਟ ਫਾਈਲ ਹੋਣ ਤੋਂ ਪਹਿਲਾਂ ਪਾਰਟੀ A ਨੇ ਪਾਰਟੀ B ਨੂੰ ਕੋਈ ਇੰਟਰਸਟ ਅਦਾ ਕਰਨਾ ਹੈ? ਦੂਸਰਾ ਪੁਆਇੰਟ, ਕੀ ਸੂਟ ਫਾਈਲ ਹੋਣ ਤੋਂ
ਉਪਰੰਤ ਸੂਟ ਦੇ ਫੈਸਲਾ ਹੋਣ ਤੱਕ ਜਿੰਨਾ ਸਮਾਂ ਲੱਗ ਗਿਆ, ਸਾਲ 2 ਸਾਲ 3 ਸਾਲ 4 ਸਾਲ ਜੋ ਵੀ ਲੰਘੇ, ਕੀ ਉਸ ਸਮੇਂ ਦਾ ਕੋਈ ਇੰਟਰਸਟ ਜਿਹੜੀ ਪਾਰਟੀ ਏ ਹੈ ਬੀ ਪਾਰਟੀ ਨੂੰ ਦੇਵੇਗੀ। ਠੀਕ ਹੈ, ਫਿਰ ਉਸ ਤੋਂ ਬਾਅਦ ਡਿਗਰੀ ਪਾਸ ਹੋ ਗਈ। ਡਿਗਰੀ ਪਾਸ ਹੋਣ ਤੋਂ ਬਾਅਦ ਇਹ ਤਾਂ ਹੈ ਨਹੀਂ ਵੀ ਪੇਮੈਂਟ ਇੱਕਦਮ ਧਰੀ ਪਈ ਵਾਲਾ ਪੇਮੈਂਟ ਦਿੰਦਾ, ਫਿਰ ਉਸ ਤੋਂ ਬਾਅਦ ਐਗਜੀਕਿਊਸ਼ਨ ਹੁੰਦੀ ਹੈ। ਐਗਜੀਕਿਊਸ਼ਨ ਨੂੰ ਕਿੰਨੇ ਸਮਾਂ ਲੱਗਦਾ ਹੈ? ਸਾਲ 2 ਸਾਲ 3 ਸਾਲ 6 ਮਹੀਨੇ ਵੀ ਲੱਗ ਸਕਦੇ ਨੇ। ਕੀ ਡਿਗਰੀ ਪਾਸ ਹੋਣ ਤੋਂ ਬਾਅਦ ਪੇਮੈਂਟ ਦੇਣ ਤੱਕ ਰੇਟ ਆਫ ਇੰਟਰਸਟ ਕੀ ਹੋਏਗਾ। ਠੀਕ ਹੈ, ਇਹ 3 ਪੁਆਇੰਟ ਨੇ, ਇੱਕ ਸੂਟ ਫਾਈਲ ਹੋਣ ਤੋਂ ਪਹਿਲਾਂ, ਇੱਕ ਸੂਟ ਫਾਈਲ ਹੋਣ ਤੋਂ ਲੈ ਕੇ ਡਿਗਰੀ ਪਾਸ ਹੋਣ ਤੱਕ ਦੂਸਰਾ ਟਾਈਮ, ਤੀਸਰਾ ਟਾਈਮ ਕੀ ਹੈਗਾ ਡਿਗਰੀ ਪਾਸ ਹੋਣ ਤੋਂ ਬਾਅਦ ਪੇਮੈਂਟ ਦੇ ਅਦਾ ਹੋਣ ਤੱਕ। 3 ਸਮੇਂ ਦੇ ਲਈ ਜਿਹੜਾ ਹੈਗਾ ਇੰਟਰਸਟ ਜਿਹੜਾ ਹੈਗਾ ਉਹ ਕੈਲਕੂਲੇਟ ਹੋ ਸਕਦਾ ਹੈ, ਜਾਂ ਡਿਸਕ੍ਰਿਸ਼ਨ ਪਾਵਰ ਹੈਗੀ ਇੱਥੇ ਕੋਰਟ ਦੀ ਵੀ ਕਿਸੇ ਸਮੇਂ ਦੇ ਲਈ ਵੀ ਇੰਟਰਸਟ ਦੇ ਸਕਦੀ ਹੈ ਜਾਂ ਕਿਸੇ ਸਮੇਂ ਲਈ ਇੰਟਰਸਟ ਨਹੀਂ ਦੇ ਸਕਦੀ। ਠੀਕ ਹੈ, ਪਰ ਇੱਥੇ ਜਿਹੜਾ ਇੰਟਰਸਟ ਹੈਗਾ, ਇੰਟਰਸਟ ਦੀ ਜਿਹੜੀ ਹੈਗੀ ਹੈ ਰੇਟ ਆਫ ਇੰਟਰਸਟ ਕੀ ਹੈਗਾ, ਮੈਕਸਿਮਮ ਜਿਹੜਾ ਕੋਰਟ ਨੂੰ ਇੱਥੇ ਕਿਹਾ ਵੀ 6% ਤੋਂ ਜ਼ਿਆਦਾ ਜਿਹੜਾ ਹੈਗਾ ਇੰਟਰਸਟ ਹੈ ਕੋਰਟ ਨੇ ਨਹੀਂ ਦੇਣਾ ਹੁੰਦਾ। ਠੀਕ ਹੈ ਜੀ, not more than 6%। ਪ੍ਰੋਵਾਈਡਡ ਕਮਰਸ਼ੀਅਲ ਸੂਟ, ਜੇ ਕੋਈ ਕਮਰਸ਼ੀਅਲ ਸੂਟ ਹੈਗਾ, ਕਮਰਸ਼ੀਅਲ ਸੂਟ ਕਿਹਨੂੰ ਕਹਾਂਗੇ ਆਪਾਂ, ਕਿਸੇ ਕੰਪਨੀ ਦਾ ਲੈਣ ਦੇਣ ਹੈਗਾ ਆਪਸ 'ਚ, ਕਿਸੇ ਕੋਈ ਬਿਜ਼ਨਸਮੈਨ ਦਾ ਲੈਣ ਦੇਣ ਹੈਗਾ ਸੀਗਾ। ਠੀਕ ਹੈ ਜੀ, ਉੱਥੇ ਕਮਰਸ਼ੀਅਲ ਸੂਟ ਦੇ ਵਿੱਚ ਕੀ ਹੈਗਾ, ਜਿਹੜਾ ਰੇਟ ਆਫ ਇੰਟਰਸਟ ਹੈ ਉਹ 6% ਤੋਂ ਜ਼ਿਆਦਾ ਹੋ ਸਕਦਾ ਹੈ। ਦਿਸ ਇਜ਼ ਦਾ ਡਿਸਕ੍ਰਿਸ਼ਨ ਆਫ ਦਾ ਮਤਲਬ ਕਿ ਜਿਹੜੀ ਕੋਰਟ ਨੇ ਡਿਗਰੀ ਪਾਸ ਕੀਤੀ ਹੈ ਉਸ ਕੋਰਟ ਦੀ ਮਰਜ਼ੀ ਹੈਗੀ ਹੈ। ਜਾਣੀ ਕਿ ਜਿਹੜਾ ਰੇਟ ਆਫ ਇੰਟਰਸਟ ਦੀ ਗੱਲ ਕੀਤੀ ਜਾਂਦੀ ਹੈ ਜਦੋਂ ਡਿਗਰੀ ਪਾਸ ਕੋਰਟ ਕਰਦੀ ਹੈ ਤਾਂ ਉਸੇ ਡਿਗਰੀ ਦੇ ਵਿੱਚ ਹੀ ਅਨਾਉਂਸ ਕਰਦੀ ਹੈ ਕੋਰਟ ਵੀ ਇਸ ਪੀਰੀਅਡ ਦਾ ਇੰਟਰਸਟ ਇੰਨਾ ਦੇਗਾ, ਇਸ ਪੀਰੀਅਡ ਦਾ ਇੰਟਰਸਟ ਇੰਨਾ ਹੋਏਗਾ, ਇਸ ਪੀਰੀਅਡ ਦਾ ਇੰਟਰਸਟ ਇੰਨਾ ਹੋਏਗਾ। ਕੋਈ ਜ਼ਰੂਰੀ ਨਹੀਂ ਤਿੰਨੇ ਪੀਰੀਅਡਾਂ ਦਾ ਕੋਈ ਇੰਟਰਸਟ ਹੋਵੇ, ਕਿਸੇ ਪੀਰੀਅਡ ਦਾ ਇੰਟਰਸਟ ਹੋ ਵੀ ਸਕਦਾ, ਕਿਸੇ ਪੀਰੀਅਡ ਦਾ ਇੰਟਰਸਟ ਨਹੀਂ ਵੀ ਹੋ ਸਕਦਾ। ਠੀਕ ਹੈ, ਦੂਸਰੀ ਗੱਲ ਆ ਗਈ 6% ਤੋਂ ਵੱਧ ਇੰਟਰਸਟ ਨਹੀਂ ਹੋਏਗਾ। ਤੀਸਰਾ ਪੁਆਇੰਟ ਹੈ ਜੇਕਰ ਜਿਹੜੀ ਡਿਗਰੀ ਹੈਗੀ ਉਹ ਕਮਰਸ਼ੀਅਲ ਨੇਚਰ ਦੀ ਹੋਵੇ। ਕਮਰਸ਼ੀਅਲ ਨੇਚਰ ਮਤਲਬ ਕਿਸੇ ਬਿਜ਼ਨਸਮੈਨ ਦੇ ਵਿੱਚ ਲੈਣ ਦੇਣ ਦਾ ਝਗੜਾ ਹੋਵੇ, ਕਿਸੇ ਕੰਪਨੀ ਦਾ ਲੈਣ ਦੇਣ ਦਾ ਝਗੜਾ ਹੋਵੇ। ਠੀਕ ਹੈ, ਇਦਾਂ ਦੇ ਕੇਸਾਂ ਦੇ ਜਿਹੜਾ ਰੇਟ ਆਫ ਇੰਟਰਸਟ ਹੈ ਉਹ 6% ਤੋਂ ਜ਼ਿਆਦਾ ਹੋ ਸਕਦਾ ਹੈ। ਤੀਸਰਾ ਪੁਆਇੰਟ ਇੱਕ ਹੋਰ ਹੈਗਾ ਪ੍ਰੋਵਾਈਡਡ ਦੇ ਵਿੱਚ, ਜੇਕਰ ਪਾਰਟੀਆਂ ਦਾ ਆਪਸੀ ਲੈਣ ਦੇਣ ਦੇ ਵਿੱਚ ਹੀ ਸ਼ਰਤ ਨਿਯਤ ਕੀਤੀ ਗਈ ਹੋਵੇ ਵੀ ਜੇਕਰ ਤੁਸੀਂ ਪੇਮੈਂਟ ਇਸ ਸਮੇਂ ਤੱਕ ਨਹੀਂ ਦਿਓਗੇ ਤਾਂ ਜਿਹੜਾ ਰੇਟ ਆਫ ਇੰਟਰਸਟ ਜਿਹੜਾ 8% ਹੋਏਗਾ। ਠੀਕ ਹੈ, ਮਤਲਬ ਕੰਟਰੈਕਚੁਅਲ ਰੇਟ ਆਫ ਇੰਟਰਸਟ, ਪਾਰਟੀਆਂ ਦੇ ਵਿਚਕਾਰ ਸਮਝੌਤਾ ਜਿਹੜਾ ਐਗਰੀਮੈਂਟ ਹੋਇਆ ਹੋਇਆ ਹੈਗਾ, ਕੰਟਰੈਕਟ ਹੋਇਆ ਹੋਇਆ ਹੈਗਾ। ਠੀਕ ਹੈ, ਜੇਕਰ ਇਦਾਂ ਦਾ ਕੋਈ ਰੇਟ ਆਫ ਇੰਟਰਸਟ ਦੀ ਗੱਲ ਹੋਵੇ, ਪਾਰਟੀਆਂ ਨੇ ਆਪਸ ਸਮਝੌਤਾ ਕੀਤਾ ਗਿਆ ਹੋਵੇ, ਤਾਂ ਜਿੱਥੇ ਕਮਰਸ਼ੀਅਲ ਨੇਚਰ ਦੀ ਗੱਲ ਆਉਂਦੀ ਹੈ ਵੀ ਰੇਟ ਆਫ ਇੰਟਰਸਟ 6% ਤੋਂ ਜ਼ਿਆਦਾ ਹੋ ਸਕਦਾ ਹੈ, ਪਰ ਉੱਥੇ ਇੱਕ ਬੰਦਿਸ਼ ਨਾਲ ਇਹ ਵੀ ਆ ਜਾਂਦੀ ਹੈ ਵੀ ਰੇਟ ਆਫ ਇੰਟਰਸਟ ਕੰਟਰੈਕਚੁਅਲ ਰੇਟ ਆਫ ਇੰਟਰਸਟ ਤੋਂ ਜ਼ਿਆਦਾ ਨਹੀਂ ਹੋਏਗਾ। ਮੰਨ ਲਓ ਪਾਰਟੀਆਂ ਨੇ ਡਿਸਾਈਡ ਕੀਤਾ ਸੀ ਰੇਟ ਆਫ ਇੰਟਰਸਟ ਮੈਕਸਿਮਮ 10%। ਠੀਕ ਹੈ, ਕਮਰਸ਼ੀਅਲ ਨੇਚਰ ਦਾ ਸੂਟ ਸੀਗਾ ਜਿਹਦੇ ਵਿੱਚ ਕੋਰਟ ਕੋਲੇ ਡਿਸਕ੍ਰਿਸ਼ਨ ਪਾਵਰ ਹੁੰਦੀ ਹੈ ਵੀ 6% ਤੋਂ ਜ਼ਿਆਦਾ ਕੋਰਟ ਇੰਟਰਸਟ ਲਗਾ ਸਕਦੀ ਹੈ ਪਾਰਟੀਆਂ ਨੂੰ, ਪਰ ਉੱਥੇ ਆ ਕੇ ਫਿਰ ਕੋਰਟ ਇੱਥੇ ਆ ਕੇ ਬਾਉਂਡ ਹੋ ਜਾਂਦੀ ਹੈ ਜਿੱਥੇ ਰੇਟ ਆਫ ਇੰਟਰਸਟ ਪਾਰਟੀਆਂ ਦੇ ਵਿਚਕਾਰ ਐਗਰੀਮੈਂਟ ਹੋਇਆ ਸੀ। ਉਸ ਐਗਰੀਮੈਂਟ ਦੇ ਵਿੱਚ ਸ਼ਰਤ ਲਗਾਈ ਗਈ ਸੀ ਵੀ ਜਿਹੜਾ ਰੇਟ ਆਫ ਇੰਟਰਸਟ ਹੋਏਗਾ ਮੈਕਸਿਮਮ 10% ਹੋਏਗਾ। ਤਾਂ ਇੱਥੇ ਜਿਹੜਾ ਕੰਟਰੈਕਚੁਅਲ ਰੇਟ ਆਫ ਇੰਟਰਸਟ ਹੈ 10% ਦੀ ਮਿਆਦ ਹੈਗੀ ਹੈ, ਹੱਦ ਹੈਗੀ ਹੈ। ਤੇ ਇੱਥੇ ਜੇ ਕਮਰਸ਼ੀਅਲ ਡਿਗਰੀ ਹੈਗੀ ਹੈ ਤਾਂ ਜਿਹੜੀ ਕੋਰਟ ਕੋਲੇ ਪਾਵਰ ਹੈਗੀ ਹੈ 6% ਤੋਂ ਵੱਧ ਇੰਟਰਸਟ ਲਗਾਉਣ ਦੀ, ਪਰ ਕੋਰਟ ਕੰਟਰੈਕਚੁਅਲ ਰੇਟ ਆਫ ਇੰਟਰਸਟ ਤੋਂ ਜਿਵੇਂ 10% ਤੋਂ ਵੱਧ ਜਿਹੜਾ ਹੈਗਾ ਇੰਟਰਸਟ ਹੈ ਉਹ ਇੰਪੋਜ਼ ਨਹੀਂ ਕਰੇਗੀ। ਠੀਕ ਹੈ, ਤੀਸਰਾ ਇੱਕ ਪੁਆਇੰਟ ਹੋਰ ਹੈਗਾ ਵੀ ਜੇਕਰ ਰੇਟ ਆਫ ਇੰਟਰਸਟ ਪਾਰਟੀਆਂ ਦਾ ਕੋਈ ਕੰਟਰੈਕਟ ਨਾ ਹੀ ਹੋਇਆ ਹੋਵੇ, ਪਾਰਟੀਆਂ ਦੇ ਰੇਟ ਆਫ ਇੰਟਰਸਟ ਆਪਦੇ ਕੰਟਰੈਕਟ ਦੇ ਵਿੱਚ ਕਿਤੇ ਮੈਂਸ਼ਨ ਨਾ ਕੀਤਾ ਹੋਵੇ, ਸਾਇਲੈਂਟ ਹੋਵੇ, ਤਾਂ ਰੇਟ ਆਫ ਇੰਟਰਸਟ ਕਿੰਨਾ ਹੋ ਸਕਦਾ ਹੈਗਾ ਕਮਰਸ਼ੀਅਲ ਨੇਚਰ ਦੀ ਗੱਲਾਂ ਦੇ ਵਿੱਚ, ਕਮਰਸ਼ੀਅਲ ਨੇਚਰ ਦੇ ਡਿਸਪਿਊਟ ਦੇ ਵਿੱਚ, ਤਾਂ ਰੇਟ ਆਫ ਇੰਟਰਸਟ ਯਾਨੀ ਕਿ 6% ਤੋਂ ਜ਼ਿਆਦਾ ਹੋਏਗਾ, ਲਗਾਈ ਜਾ ਸਕਦਾ, ਕੋਰਟ ਵੱਲੋਂ ਲਗਾਇਆ ਜਾ ਸਕਦਾ ਹੈ, ਪਰ ਕੰਟਰੈਕਚੁਅਲ ਰੇਟ ਆਫ ਇੰਟਰਸਟ ਤੋਂ ਜ਼ਿਆਦਾ ਨਹੀਂ ਲਗਾਇਆ ਜਾ ਸਕਦਾ। ਤਾਂ ਫਿਰ ਕਿੰਨਾ ਹੋਣਾ ਚਾਹੀਦਾ ਹੈ? ਜੇ ਕੰਟਰੈਕਟ ਸਾਇਲੈਂਟ ਹੋਵੇ ਤਾਂ ਕੋਰਟ ਡਿਸਾਈਡ ਕਰੇਗੀ। ਜਿਹੜਾ ਉਸ ਵੇਲੇ ਨੈਸ਼ਨਲਾਈਜ਼ ਜਿਹੜੇ ਬੈਂਕ ਹੁੰਦੇ ਨੇ, ਨੈਸ਼ਨਲਾਈਜ਼ ਬੈਂਕਾਂ ਦਾ ਜੋ ਰੇਟ ਆਫ ਇੰਟਰਸਟ ਚੱਲ ਰਿਹਾ ਹੁੰਦਾ ਹੈ ਉਹਦੇ ਅਕੋਰਡਿੰਗ ਜਿਹੜਾ ਕੋਰਟ ਹੈ, ਕੋਰਟ ਵੱਲੋਂ ਡਿਸਾਈਡ ਕੀਤਾ ਜਾਵੇਗਾ ਕਿ ਰੇਟ ਆਫ ਇੰਟਰਸਟ ਕਿਸ ਪਾਰਟੀ ਨੂੰ ਕਿੰਨਾ ਦੇਣਾ ਹੈਗਾ। ਕਦੋਂ ਪੇਮੈਂਟ ਕੀਤੀ ਗਈ ਹੈ ਉਸ ਪੇਮੈਂਟ ਤੱਕ ਡਿਗਰੀ ਪਾਸ ਹੋ ਗਈ, ਡਿਗਰੀ ਪਾਸ ਹੋਣ ਤੋਂ ਬਾਅਦ ਜਦੋਂ ਤੱਕ ਪੇਮੈਂਟ ਹੋਣੀ ਹੈ ਉਹਨੂੰ ਕਿੰਨਾ ਸਮਾਂ ਲੱਗਦਾ ਹੈ, ਉਸ ਪੀਰੀਅਡ ਦੇ ਲਈ ਕਿੰਨਾ ਰੇਟ ਆਫ ਇੰਟਰਸਟ ਦੇਗੀ ਕੋਰਟ। ਠੀਕ ਹੈ, ਕਿਹੜੀ ਪਾਰਟੀ ਨੇ ਕਿਸ ਪਾਰਟੀ ਨੂੰ ਦੇਣਾ ਹੈ, ਮਤਲਬ 3 ਸਟੇਜਸ ਜਿਹੜੀਆਂ ਹੈਗੀਆਂ ਉਹ ਆਪਾਂ ਡਿਸਕਸ ਕੀਤੀਆਂ ਨੇ। ਸੂਟ ਫਾਈਲ ਕਰਨ ਤੋਂ ਪਹਿਲਾਂ ਦਾ ਟਾਈਮ, ਸੂਟ ਫਾਈਲ ਕਰਨ ਤੋਂ ਬਾਅਦ ਤੇ ਸੂਟ ਫੈਸਲਾ ਹੋਣ ਤੱਕ ਦਾ ਟਾਈਮ, ਤੇ ਸੂਟ ਡਿਗਰੀ ਪਾਸ ਹੋਣ ਤੋਂ ਬਾਅਦ ਤੇ ਪੇਮੈਂਟ ਅਦਾ ਹੋਣ ਤੱਕ ਦਾ ਜਿਹੜਾ ਟਾਈਮ ਹੈਗਾ। ਇਹ 3 ਟਾਈਮ ਹੈਗੇ, ਤਿੰਨਾਂ ਦੇ ਸੰਬੰਧ ਵਿੱਚ ਕੋਰਟ ਵੱਲੋਂ ਆਪਣੇ ਡਿਗਰੀ ਦੇ ਵਿੱਚ ਸਪੈਸ਼ਲੀ ਤੌਰ ਤੇ ਆਰਡਰ ਕੀਤਾ ਜਾਵੇਗਾ ਵੀ ਰੇਟ ਆਫ ਇੰਟਰਸਟ ਕਿਸ ਪੀਰੀਅਡ ਦਾ ਕਿੰਨਾ ਹੋਏਗਾ। ਠੀਕ ਹੈ ਜੀ,
ਦੈਨ ਸਬਸੈਕਸ਼ਨ 2 ਹੈਗਾ ਇਹਦੇ ਵਿੱਚ ਵੀ ਜੇਕਰ ਡਿਗਰੀ ਸਾਈਲੈਂਟ ਹੈਗੀ ਹੈ ਦਾ ਰਿਗਾਰਡ ਟੂ ਦਾ ਇੰਟਰਸਟ ਫਰੋਮ ਦਾ ਡੇਟ ਆਫ ਦਾ ਡਿਗਰੀ, ਡੇਟ ਆਫ ਦਾ ਪੇਮੈਂਟ, ਅਰਲੀਅਰ ਡੇਟ। ਇੱਥੇ ਆ ਕੇ ਇੱਕ ਗੱਲ ਹੋਰ ਕਹੀ ਹੈ ਕੋਰਟ ਨੇ, ਜੇਕਰ ਡਿਗਰੀ ਪਾਸ ਕਰਨ ਵਾਲੀ ਜਿਹੜੀ ਕੋਰਟ ਹੈਗੀ ਹੈ ਉਹਨੇ ਰੇਟ ਆਫ ਇੰਟਰਸਟ ਦੇ ਲਈ ਕਿਤੇ ਨਹੀਂ ਗੱਲ ਨਹੀਂ ਕੀਤੀ, ਨਾ ਉਹਨੇ ਕਿਹਾ ਸੂਟ ਫਾਈਲ ਹੋਣ ਤੋਂ ਪਹਿਲਾਂ ਦੇ ਇੰਟਰਸਟ ਦੀ ਗੱਲ ਕੀਤੀ ਹੈ, ਕਿਤੇ ਸਪੈਸੀਫਾਈ ਨਹੀਂ ਕੀਤਾ ਆਪਣੇ ਆਰਡਰ ਦੇ ਵਿੱਚ, ਤੇ ਨਾ ਹੀ ਉਸਨੇ ਸੂਟ ਫਾਈਲ ਹੋਣ ਤੋਂ ਬਾਅਦ ਤੇ ਫੈਸਲਾ ਹੋਣ ਤੱਕ ਦੇ ਜਿਹੜੇ ਰੇਟ ਆਫ ਇੰਟਰਸਟ ਦੀ ਗੱਲ ਕੀਤੀ ਹੈ ਉਹ ਵੀ ਕਿਤੇ ਸਪੈਸੀਫਾਈ ਨਹੀਂ ਕੀਤਾ ਵੀ ਰੇਟ ਪ੍ਰਿੰਸੀਪਲ ਅਮਾਉਂਟ ਦੇ ਨਾਲ ਰੇਟ ਆਫ ਇੰਟਰਸਟ ਕਿੰਨਾ ਦੇਣਾ ਹੈਗਾ, ਤੇ ਨਾ ਹੀ ਗੱਲ ਕੀਤੀ ਹੈ ਡਿਗਰੀ ਪਾਸ ਹੋਣ ਤੋਂ ਲੈ ਕੇ ਪੇਮੈਂਟ ਦੇਣ ਤੱਕ ਦੇ ਸਮੇਂ ਦੀ ਵੀ ਰੇਟ ਆਫ ਇੰਟਰਸਟ ਕਿੰਨਾ ਦਿੱਤਾ ਜਾਣਾ ਹੈ। ਜੇਕਰ ਕੋਰਟ ਇਹ ਤਿੰਨੇ ਪੁਆਇੰਟਾਂ ਨੂੰ ਲੈ ਕੇ ਸਾਈਲੈਂਟ ਹੈਗੀ ਹੈ, ਡਿਗਰੀਟਲ ਕੋਰਟ ਜਿਸ ਕੋਰਟ ਨੇ ਡਿਗਰੀ ਪਾਸ ਕੀਤੀ ਹੈ ਪ੍ਰਿੰਸੀਪਲ ਅਮਾਉਂਟ ਦੇਣ ਦੀ ਖਾਤਰ, ਤਾਂ ਇਹ ਤੋਂ ਇਹ ਪ੍ਰਜ਼ੂਮ ਕੀਤਾ ਜਾਵੇਗਾ ਵੀ ਕੋਰਟ ਨੇ ਰੇਟ ਆਫ ਇੰਟਰਸਟ ਦੇਣ ਤੋਂ ਇਨਕਾਰ ਕੀਤਾ ਗਿਆ, ਰਿਫਿਊਜ਼ਲ ਕੀਤੀ ਗਈ ਹੈ। ਇਹਦੇ ਰਿਫਿਊਜ਼ਲ ਆਫ ਇੰਟਰਸਟ ਹੈ, ਨੋ ਫਰਦਰ ਸੂਟ ਫਾਰ ਦਾ ਇੰਟਰਸਟ ਕੈਨ ਬੀ ਫਾਈਲਡ। ਤਾਂ ਜਿਹੜੀ ਪਾਰਟੀ ਹੈਗੀ ਹੈ, ਜਿਸ ਪਾਰਟੀ ਨੇ ਪੇਮੈਂਟ ਲੈਣੀ ਹੈ, ਤਾਂ ਉਹ ਕਿਸੇ ਕੋਰਟ ਦੇ ਵਿੱਚ ਰੇਟ ਆਫ ਇੰਟਰਸਟ ਦੇ ਲਈ ਕੋਈ ਨਵਾਂ ਮੁਕੱਦਮਾ ਦਾਇਰ ਨਹੀਂ ਕਰ ਸਕਦੀ। ਕਲੀਅਰ ਹੈ ਜੀ ਇੰਟਰਸਟ ਬਾਰੇ? ਮੇਰੀ ਆਵਾਜ਼ ਆ ਰਹੀ ਹੈ ਜੀ ਤੁਹਾਨੂੰ? ਆ ਰਹੀ ਹੈ ਜੀ, ਆ ਰਹੀ ਹੈ। ਓਕੇ ਓਕੇ ਸਰ ਹੈ ਜੀ, ਸਰ ਆ ਰਹੀ। ਓਕੇ ਠੀਕ ਹੈ। ਹਾਂ ਨੈਕਸਟ ਅਸੀਂ ਗੱਲ ਕਰਾਂਗੇ, ਇਹ ਤਾਂ ਸਾਰਾ ਕਲੀਅਰ ਹੋ ਗਿਆ ਜੀ, ਰੇਟ ਆਫ ਇੰਟਰਸਟ ਕੀ ਹੁੰਦਾ, ਕਿੱਥੇ ਲਗਾਇਆ ਜਾਂਦਾ, ਕਿਵੇਂ ਲਗਾਇਆ ਜਾਂਦਾ ਹੈ। ਹਾਂਜੀ ਹਾਂਜੀ ਠੀਕ ਹੈ। ਨੈਕਸਟ ਅਸੀਂ ਗੱਲ ਕਰਾਂਗੇ ਕਾਸਟ ਦੀ। ਦੇਖੋ ਇਹ ਤਾਂ ਹੈਗਾ ਸੀ ਇੰਟਰਸਟ, ਜਦੋਂ ਕੋਈ ਲੈਣ ਦੇਣ ਦੀ ਡਿਗਰੀ ਪਾਸ ਹੁੰਦੀ ਹੈ, ਮਨੀ ਡਿਗਰੀ ਪਾਸ ਹੁੰਦੀ ਹੈ, ਆਮ ਤੌਰ ਤੇ ਮਨੀ ਡਿਗਰੀ ਦੇ ਵਿੱਚ ਰੇਟ ਆਫ ਇੰਟਰਸਟ ਦੀ ਗੱਲ ਕਰਦੀ ਹੈ, ਜਦੋਂ ਪੇਮੈਂਟ ਨਹੀਂ ਦਿੱਤੀ ਜਾਂਦੀ ਉਦੋਂ ਤੱਕ ਇੰਟਰਸਟ ਕਿੰਨਾ, ਕਿਹੜੀ ਪਾਰਟੀ ਕਿਸ ਪਾਰਟੀ ਨੂੰ ਕਿੰਨਾ ਇੰਟਰਸਟ ਦੇਵੇਗੀ। ਹੁਣ ਅਸੀਂ ਗੱਲ ਕਰਾਂਗੇ ਸੈਕਸ਼ਨ 35 ਦੇ ਵਿੱਚ ਕਾਸਟ। ਕਾਸਟ ਕੀ ਹੁੰਦੀ ਹੈ? ਕਾਸਟ ਜਦੋਂ ਕੋਈ ਡਿਗਰੀ ਪਾਸ ਕੀਤੀ ਜਾਂਦੀ ਹੈ ਉਹਦੇ ਵਿੱਚ ਜਿਹੜੀ ਕਾਸਟ ਹੈਗੀ ਅਨਾਉਂਸ ਕੀਤੀ ਜਾਂਦੀ ਹੈ ਕੋਰਟ ਵੱਲੋਂ, ਤੇ ਕਿਸ ਪਾਰਟੀ ਨੇ ਕਿਸ ਨੂੰ ਕਾਸਟ ਦੇਣੀ ਹੈਗੀ ਹੈ। ਇਸੇ ਤੇ ਡਿਪੈਂਡ ਕੀ ਕਰਦਾ ਹੈ, ਡਿਸਕ੍ਰਿਸ਼ਨ ਪਾਵਰ ਹੁੰਦੇ ਕੋਰਟ ਦੀ ਵੀ ਜਿਹੜੀ ਇਹ ਕਾਸਟ ਹੈ ਕਿਹੜੀ ਪਾਰਟੀ ਦੇਵੇਗੀ, ਕਿਸ ਪਾਰਟੀ ਨੂੰ ਦੇਵੇਗੀ। ਠੀਕ ਹੈ, ਕਿੰਨੀ ਕਾਸਟ ਦੇਵੇਗੀ, ਜਾਂ ਪ੍ਰੋਪੋਰਸ਼ਨਲ ਕਾਸਟ ਹੋਏਗੀ, ਕਿਹੜੀ ਪਾਰਟੀ 50-50% ਦੇਵੇਗੀ ਦੋਨੇ ਪਾਰਟੀਆਂ, ਜਾਂ ਕਿਹੜੀ ਪਾਰਟੀ 60% ਦੇਵੇਗੀ ਜਾਂ 40% ਦੇਵੇਗੀ ਜਿਹੜੀ ਕਾਸਟ ਹੈ, ਜਾਂ ਟੋਟਲ ਅਮਾਉਂਟ ਪਲੈਂਟਿਫ ਨੂੰ ਦਿੱਤੀ ਜਾਵੇਗੀ। ਆਮ ਤੌਰ ਤੇ ਕੀ ਹੁੰਦਾ ਹੈਗਾ, ਜ਼ਿਆਦਾਤਰ ਇਨ ਜਨਰਲ ਕੀ ਹੈ, ਜਿਹੜੀ ਪਾਰਟੀ ਹਾਰਦੀ ਹੈ, ਠੀਕ ਹੈ, ਉਹ ਜਿੱਤੀ ਹੀ ਪਾਰਟੀ ਨੂੰ ਜਿਹੜੀ ਹੈਗੀ ਹੈ ਕਾਸਟ ਦੀ ਪੇਮੈਂਟ ਕਰਦੀ ਹੈਗੀ। ਜ਼ਿਆਦਾਤਰ ਆਮ ਤੌਰ ਤੇ ਜਿਹੜੇ ਕੋਰਟਾਂ 'ਚ ਇਹ ਆਰਡਰ ਕੀਤਾ ਜਾਂਦਾ ਹੈ ਵੀ ਜਿੱਤਣ ਵਾਲੀ ਪਾਰਟੀ ਨੂੰ ਜਿਹੜੀ ਕਾਸਟ ਹੈ, ਕਿਉਂਕਿ ਉਹਦਾ ਖਰਚਾ ਹੋਇਆ ਹੈਗਾ ਆਪਣਾ ਕੇਸ ਲੜਨ ਦੇ ਵਿੱਚ, ਉਹ ਕਾਸਟ ਹੈ ਜਿਹੜੀ ਹਰ ਹੀ ਪਾਰਟੀ ਵੱਲੋਂ ਅਦਾ ਕੀਤੀ ਜਾਂਦੀ ਹੈ। ਪਰ ਇੱਥੇ ਕੋਈ ਜ਼ਰੂਰੀ ਨਹੀਂ ਹੈਗਾ ਵੀ ਇਹੀ ਗੱਲ ਹੋਵੇ, ਇੱਥੇ ਕੋਰਟ ਨੂੰ ਡਿਸਕ੍ਰਿਸ਼ਨ ਪਾਵਰ ਹੈਗੀ ਹੈ, ਕੋਰਟ ਜਿੱਤੀ ਹੀ ਪਾਰਟੀ ਤੋਂ ਵੀ ਕਾਸਟ ਲੈ ਸਕਦੀ ਹੈ, 50-50 60-40 ਲੈ ਸਕਦੀ ਹੈ। ਪਰ ਜਿੱਤੀ ਪਾਰਟੀ ਤੋਂ ਕਾਸਟ ਇੱਕ ਹੋਰ ਵੀ ਕਾਰਨ ਰਹੇਗਾ, ਮੰਨ ਲਓ ਕਿਸੇ ਪਾਰਟੀ ਨੇ ਸੂਟ ਫਾਈਲ ਕੀਤਾ, ਠੀਕ ਹੈ, ਸੂਟ ਫਾਈਲ ਕੀਤਾ ਡਿਗਰੀ ਵਾਸਤੇ, ਸਪੈਸੀਫਿਕ ਪਰਫਾਰਮੈਂਸ ਵਾਸਤੇ, ਤੇ ਨਾਲ ਦੀ ਨਾਲ ਉਸਨੇ ਕੰਪਨਸੇਸ਼ਨ ਵੀ ਮੰਗ ਲਿਆ। ਦੋ ਸੂਟ ਅਲੱਗ-ਅਲੱਗ ਹੋ ਗਏ, ਇੱਕ ਸੂਟ ਦਾ ਕੀਤਾ ਸਪੈਸੀਫਿਕ ਪਰਫਾਰਮੈਂਸ ਦਾ, ਤੇ ਨਾਲ ਹੀ ਨਾਲ ਉਸਨੇ ਕੰਪਨਸੇਸ਼ਨ ਮੰਗ ਲਿਆ। ਜਿਹੜਾ ਕੰਪਨਸੇਸ਼ਨ ਮੰਗਿਆ ਸੀ ਉਹ ਗਲਤ ਗਰਾਊਂਡ ਤੇ ਮੰਗਿਆ ਸੀਗਾ, ਠੀਕ ਹੈ। ਦੂਜੀ ਪਾਰਟੀ ਨੇ ਆਬਜੈਕਸ਼ਨ ਕੀਤੀ ਵੀ ਇਹ ਜਿਹੜਾ ਕੰਪਨਸੇਸ਼ਨ ਹੈ ਇਹ ਜਾਣਬੁੱਝ ਕੇ ਬਿਲਕੁਲ ਹੀ ਫਰੀਵਲੀਅਸ ਹੈ, ਬਿਲਕੁਲ ਝੂਠਾ ਹੈ, ਬਿਲਕੁਲ ਹੀ ਗਲਤ ਹੈਗਾ, ਤੇ ਕੋਰਟ ਨੇ ਮੰਨ ਲਓ ਉਸ ਦੇ ਪਹਿਲਾ ਜਿਹੜਾ ਆਰਡਰ ਸੀਗਾ ਉਹਦੇ ਹੱਕ ਦੇ ਵਿੱਚ ਕਰਤਾ ਪਹਿਲੀ ਪਾਰਟੀ ਦੇ, ਤੇ ਜਿਹੜਾ ਦੂਜਾ ਆਰਡਰ ਸੀ ਉਹਦੇ ਖਿਲਾਫ ਕਰ ਦਿੱਤਾ। ਜਿਹੜਾ ਕੰਪਨਸੇਸ਼ਨ ਦਾ ਜਿਹੜਾ ਆਰਡਰ ਹੈ ਉਹਦੇ ਅਗੇਂਸਟ ਹੋ ਗਿਆ। ਇੱਥੇ ਜਿਹੜੀ ਕੋਰਟ ਹੈ, ਮਤਲਬ ਕਿ ਪਾਰਟੀਆਂ ਦਾ ਕਰੈਕਟਰ ਕੀ ਹੈਗਾ, ਪਾਰਟੀ ਦਾ ਵਿਵਹਾਰ ਕੀ ਹੈ, ਵਿਵਹਾਰ ਨੂੰ ਦੇਖ ਕੇ ਹੀ ਕੋਰਟ ਵੱਲੋਂ ਜਿਹੜੀ ਹੈਗੀ ਕਾਸਟ ਹੈ ਉਹ ਮਤਲਬ ਕਿ ਇੰਪੋਜ਼ ਕੀਤੀ ਜਾਂਦੀ ਹੈ ਵੀ ਕਿਸ ਪਾਰਟੀ ਨੇ ਕਿੰਨੀ ਕਾਸਟ ਦੇਣੀ ਹੈਗੀ ਹੈ। ਇੱਥੇ ਜਿਹੜੀ ਕੋਰਟ ਹੈਗੀ ਹੈ, ਜੇ ਕੋਈ ਪਾਰਟੀ ਨੇ ਗਲਤ ਕਲੇਮ ਕੀਤਾ ਸੀਗਾ, ਗਲਤ ਤਰੀਕੇ ਦੇ ਨਾਲ ਜਿਹੜਾ ਹੈਗਾ ਸੀਗਾ ਝੂਠ ਬੋਲ ਕੇ ਆਪਣੇ ਫੈਸਲੇ ਦੇ ਵਿੱਚ ਕੰਪਨਸੇਸ਼ਨ ਦੀ ਮੰਗ ਗਲਤ ਕੀਤੀ ਸੀਗੀ, ਉਹ ਸਾਬਤ ਹੋ ਗਈ। ਆਬਜੈਕਸ਼ਨ ਪਾਰਟੀ ਜਿਹੜੀ ਦੂਜੀ ਪਾਰਟੀ ਸੀ, ਸੈਕੰਡ ਪਾਰਟੀ ਨੇ ਆਬਜੈਕਸ਼ਨ ਕੀਤਾ ਵੀ ਇਹ ਬਿਲਕੁਲ ਝੂਠਾ ਹੈ, ਇਹਨੂੰ ਸਾਰਾ ਕੁਝ ਪਤਾ ਹੈਗਾ, ਤੇ ਉਸਨੇ ਪ੍ਰੂਵ ਕਰ ਦਿੱਤਾ। ਇੱਥੇ ਕਿ ਜਿਹੜੀ ਕਾਸਟ ਹੈਗੀ ਹੈ, ਕਾਸਟ ਪਲੈਂਟਿਫ ਨੂੰ ਵੀ ਪਾਈ ਜਾ ਸਕਦੀ ਹੈਗੀ ਹੈ ਕੋਰਟਾਂ ਵੱਲੋਂ। ਠੀਕ ਹੈ, ਹੁਣ ਆਪਾਂ ਗੱਲ ਕਰਦੇ ਹਾਂ ਸੈਕਸ਼ਨ 35 ਕੀ ਹੈਗਾ, ਕਾਸਟ ਡਿਸਕ੍ਰਿਸ਼ਨ ਆਫ ਦਾ ਕੋਰਟ ਬਾਈ ਹੂਮ, ਵਟ, ਪ੍ਰੋਪਰਟੀ। ਸਿੰਪਲ ਜੀ ਗੱਲ ਕਹੀ ਹੈ ਵੀ ਇਹ ਡਿਸਕ੍ਰਿਸ਼ਨ ਪਾਵਰ ਹੈ ਕੋਰਟ ਦੀ, ਕਿਹਦੇ ਤੋਂ ਕਾਸਟ ਲੈਣੀ ਹੈ, ਪਲੈਂਟਿਫ ਤੋਂ ਲੈਣੀ ਹੈ ਜਾਂ ਡਿਫੈਂਡਰ ਤੋਂ ਲੈਣੀ ਹੈ। ਤੀਸਰੀ ਗੱਲ, ਵਟ ਪ੍ਰੋਪਰਟੀ, ਜੇਕਰ ਪਾਰਟੀ ਕਾਸਟ ਪੇ ਨਹੀਂ ਕਰਦੀ ਤਾਂ ਕਿਹੜੀ ਪ੍ਰੋਪਰਟੀ ਤੋਂ ਕਾਸਟ ਜਿਹੜੀ ਹੈਗੀ ਹੈ ਉਹ ਰਿਕਵਰ ਕੀਤੀ ਜਾਵੇਗੀ। ਟੂ ਵਟ ਐਕਸਟੈਂਟ
ਟੂ ਵਟ ਐਕਸਟੈਂਟ ਮਤਲਬ ਕਿੰਨੀ ਅਮਾਊਂਟ, ਕਿੰਨੇ ਪਰਸੈਂਟ ਕਿਹੜੀ ਪਾਰਟੀ ਅਦਾ ਕਰੇਗੀ, ਕਿੰਨੇ ਪਰਸੈਂਟ ਕਿਹੜੀ ਪਾਰਟੀ ਅਦਾ ਕਰੇਗੀ। ਦੂਸਰਾ ਪੁਆਇੰਟ ਇਹਦੇ ਵਿੱਚ ਹੈਗਾ, ਜੇਕਰ ਕੋਰਟ ਵੱਲੋਂ ਇਹ ਡਿਸਾਈਡ ਕੀਤਾ ਜਾਵੇ ਵੀ ਇਸ ਕੇਸ ਦੇ ਵਿੱਚ ਮੈਂ ਕਾਸਟ ਨਹੀਂ ਪਾਣੀ, ਠੀਕ ਹੈ, ਕਾਸਟ ਨਹੀਂ ਪਾਣੀ, ਤਾਂ ਜਿਹੜੀ ਕੋਰਟ ਹੈਗੀ ਹੈ ਇੱਥੇ ਰੀਜ਼ਨ ਆਪਦੇ ਸਪੈਸੀਫਾਈ ਕਰੇਗੀ, ਬਕਾਇਦਾ ਤੌਰ ਤੇ ਰੀਜ਼ਨ ਦੱਸੇਗੀ ਵੀ ਜਿਹੜੀ ਕਾਸਟ ਹੈ ਕਿਸੇ ਵੀ ਪਾਰਟੀ ਨੂੰ ਨਹੀਂ ਪਾਏਗੀ ਤਾਂ ਉਹਦਾ ਕੀ ਕਾਰਨ ਹੈਗਾ। ਨਾ ਪਲੈਂਟਿਫ ਨੂੰ ਪਾਏਗੀ ਹੈ, ਨਾ ਡਿਫੈਂਡਰ ਨੂੰ ਪਾਏਗੀ ਹੈ, ਨਾ ਦੋਨਾਂ ਪਾਰਟੀ ਨੂੰ ਪਾਏਗੀ ਹੈ, ਨਾ 50-50 ਪਾਏਗੀ ਹੈ। ਤਾਂ ਉਹਦਾ ਰੀਜ਼ਨ ਕੀ ਹੈ ਕਾਸਟ ਨਾ ਪਾਉਣ ਦਾ ਕਾਰਨ ਹੈਗਾ, ਉਹ ਕੋਸਟ ਦਾ ਜਿਹੜਾ ਆਰਡਰ ਹੈ, ਆਰਡਰ ਦੇ ਵਿੱਚ ਜਿਹੜਾ ਹੈਗਾ ਕੋਰਟ ਵੱਲੋਂ ਆਪਣੀ ਡਿਗਰੀ ਦੇ ਵਿੱਚ ਸਪੈਸੀਫਾਈ ਕੀਤਾ ਜਾਵੇਗਾ। ਨੈਕਸਟ ਹੈ ਸੈਕਸ਼ਨ 35A, ਕੰਪੈਂਸੇਟਰੀ ਕਾਸਟ ਇਨ ਰਿਸਪੈਕਟ ਆਫ ਦਾ ਫਾਲਸ ਕਲੇਮ ਔਰ ਡਿਫੈਂਸ। ਜਦੋਂ ਕੋਈ ਪਾਰਟੀ ਫਾਲਸ ਕਲੇਮ ਕਰਦੀ ਹੈ ਜਾਂ ਫਾਲਸ ਡਿਫੈਂਸ ਕ੍ਰੀਏਟ ਕਰਦੀ ਹੈ, ਪਾਰਟੀ ਫਾਲਸ ਕਲੇਮ ਕਰਦੀ ਹੈ ਜਾਂ ਦੂਜੀ ਪਾਰਟੀ ਫਾਲਸ ਡਿਫੈਂਸ ਲੈਂਦੀ ਹੈ, ਤਾਂ ਜਿਹੜਾ ਹੈਗਾ ਕੰਪੈਂਸੇਟਰੀ ਅਲਾਉਂਸ ਹੈ, ਕੰਪੈਂਸੇਟਰੀ ਕਾਸਟ ਹੈ ਪਾਈ ਜਾ ਸਕਦੀ ਹੈ। ਕਿਹਨੂੰ ਪਾਈ ਜਾ ਸਕਦੀ ਹੈ? ਜਿਹੜਾ ਫਾਲਸ ਹੋਏਗਾ, ਠੀਕ ਹੈ। ਮੰਨ ਲਓ ਕਿਸੇ ਪਾਰਟੀ ਨੇ ਫਾਲਸ ਕਲੇਮ ਕੀਤਾ, ਉਹ ਕਲੇਮ ਦਾ ਝੂਠਾ ਸਾਬਤ ਹੋ ਗਿਆ, ਤਾਂ ਕੋਰਟ ਉਸ ਨੂੰ ਜਿਹੜਾ ਕੰਪੈਂਸੇਟਰੀ ਕਾਸਟ ਪਾ ਸਕਦੀ ਹੈ, ਉਹ ਜਿਹੜੀ ਕਾਸਟ ਹੈ ਉਹ ਪਾਰਟੀ ਦੂਜੀ ਪਾਰਟੀ ਨੂੰ ਅਦਾ ਕਰੇਗੀ। ਜਾਂ ਫਿਰ ਕਿਸੇ ਪਾਰਟੀ ਨੇ ਡਿਫੈਂਸ ਕੀਤਾ ਆਪਦੇ ਕੇਸ ਨੂੰ, ਝੂਠਾ ਡਿਫੈਂਸ ਕੀਤਾ, ਝੂਠਾ ਡਿਫੈਂਸ ਸਾਬਤ ਵੀ ਹੋ ਗਿਆ, ਜਿਹੜੀ ਪਾਰਟੀ ਨੇ ਉਸ ਝੂਠੇ ਡਿਫੈਂਸ ਨੂੰ ਆਬਜੈਕਟ ਕੀਤਾ, ਉਹ ਡਿਫੈਂਸ ਸਾਬਤ ਹੋ ਗਿਆ ਵੀ ਇਹ ਡਿਫੈਂਸ ਜਿਹੜਾ ਝੂਠਾ ਹੈਗਾ। ਤਾਂ ਇਸ ਕੇਸ ਦੇ ਵਿੱਚ ਕੀ ਹੋਏਗਾ, ਜਦੋਂ ਡਿਫੈਂਸ ਝੂਠਾ ਸਾਬਤ ਹੋ ਜਾਏਗਾ ਤਾਂ ਕੰਪੈਂਸੇਟਰੀ ਜਿਹੜਾ ਅਲਾਉਂਸ ਹੈਗਾ ਉਹ ਜਿਹੜੀ ਪਾਰਟੀ ਨੇ ਆਬਜੈਕਸ਼ਨ ਕੀਤਾ ਸੀਗਾ, ਠੀਕ ਹੈ, ਉਹਨੂੰ ਅਦਾ ਕਰੇਗੀ। ਜਿਹੜੀ ਪਾਰਟੀ ਝੂਠੀ ਸੀਗੀ, ਡਿਫੈਂਸ ਨੇ ਗਲਤ ਡਿਫੈਂਸ ਲਿਆ ਸੀਗਾ, ਉਹ ਪਾਰਟੀ ਜਿਹੜੀ ਕਾਸਟ ਹੈ ਉਹ ਪੇ ਕਰੇਗੀ ਐਜ਼ ਏ ਕੰਪਨਸੇਸ਼ਨ, ਦੂਜੀ ਪਾਰਟੀ ਨੂੰ ਪੇ ਕਰੇਗੀ ਵੀ ਤਾਂ ਕਿ ਜਿਹੜਾ ਉਹਦਾ ਲਾਸ ਹੋਇਆ ਹੈਗਾ, ਉਹਨੂੰ ਆਣਾ ਜਾਣਾ ਪਿਆ ਕੋਰਟ ਦੇ ਵਿੱਚ, ਬਾਰ-ਬਾਰ ਆਣਾ ਜਾਣਾ ਪਿਆ, ਵਕੀਲਾਂ ਨੂੰ ਪੇਮੈਂਟ ਦੇਣੀ ਪਈ ਹੈ, ਠੀਕ ਹੈ। ਇਸ ਕਰਕੇ ਉਹ ਜਿਹੜਾ ਹੈਗਾ ਝੂਠਾ ਜਿਹੜਾ ਹੈਗਾ ਸੀਗਾ, ਜਿਹੜੀ ਪਾਰਟੀ ਹੈਗੀ ਹੈ ਕਲੇਮ ਕਰਦੀ ਹੈ ਜਾਂ ਡਿਫੈਂਸ ਕਰਦੀ ਹੈ, ਜਿਹੜੀ ਦੂਜੀ ਪਾਰਟੀ ਹੈਗੀ ਜਿਹੜੀ ਸਹੀ ਪਾਰਟੀ ਹੁੰਦੀ ਹੈ ਉਸ ਨੂੰ ਜਿਹੜਾ ਹੈਗਾ ਉਹਦਾ ਕੰਪਨਸੇਸ਼ਨ ਦੇਣਾ ਪੈਂਦਾ ਹੈਗਾ। ਇਹਦਾ ਸਬਸੈਕਸ਼ਨ 1 ਹੈਗਾ, ਇਫ ਦਾ ਕਲੇਮ ਔਰ ਡਿਫੈਂਸ ਇਜ਼ ਏ ਫਾਲਸ vexatious in the knowledge of the party by whom it is claimed। ਆਪਾਂ ਗੱਲ ਹੀ ਕਰ ਚੁੱਕੇ ਹਾਂ, ਪਹਿਲਾਂ ਮੈਂ ਦੱਸ ਹੀ ਚੁੱਕਿਆ ਤੁਹਾਨੂੰ ਵੀ ਜੇਕਰ ਜਿਹੜਾ ਕਲੇਮ ਹੈ ਫਾਲਸ ਹੈ, ਵੈਕਸ਼ੀਸੀਅਸ ਹੈ, ਬਿਲਕੁਲ ਹੀ ਗਲਤ ਹੈਗਾ, ਇਨ ਦਾ ਨੌਲੇਜ ਹੈ, ਪਾਰਟੀ ਨੂੰ ਪਤਾ ਇਸ ਗੱਲ ਦਾ ਵੀ ਮੈਂ ਜੋ ਕਲੇਮ ਕਰ ਰਹੀ ਹਾਂ ਇਹ ਗਲਤ ਹੈ, ਵਿਦ ਦਾ ਨੌਲੇਜ ਆਫ ਦਾ ਪਾਰਟੀ, ਬੋਨਾਫਾਈਡ ਨਹੀਂ ਪਾਰਟੀ ਹੋਣੀ ਚਾਹੀਦੀ, ਵਿਦ ਦਾ ਨੌਲੇਜ ਆਫ ਦਾ ਪਾਰਟੀ, ਪਾਰਟੀ ਦੀ ਜਾਣਕਾਰੀ ਦੇ ਵਿੱਚ ਪਤਾ ਪਾਰਟੀ ਨੂੰ ਵੀ ਮੈਂ ਜਿਹੜਾ ਕਲੇਮ ਕਰ ਰਹੀ ਹਾਂ ਮੈਂ ਝੂਠਾ ਕਰ ਰਹੀ ਹਾਂ, ਗਲਤ ਕਰ ਰਹੀ ਹਾਂ। ਕਲੇਮ ਜਾਂ ਡਿਫੈਂਸ, ਕਲੇਮ ਕਰਨ ਵਾਲੀ ਪਾਰਟੀ ਜਿਹੜੀ ਸੂਟ ਫਾਈਲ ਕਰਦੀ ਹੈ, ਡਿਫੈਂਸ ਵਾਲੀ ਪਾਰਟੀ ਜਿਹਦੇ ਖਿਲਾਫ ਮੁਕੱਦਮਾ ਦਾਇਰ ਕੀਤਾ ਜਾਂਦਾ ਹੈ, ਠੀਕ ਹੈ। ਕਲੇਮ ਤੇ ਡਿਫੈਂਸ ਦੀ ਦੋਨਾਂ ਗੱਲਾਂ ਇਕੱਠੀਆਂ ਕਰਤੀਆਂ ਇੱਥੇ ਆ ਕੇ ਕਿ ਜਦੋਂ ਕੋਈ ਪਾਰਟੀ ਗਲਤ ਕਲੇਮ ਕਰਦੀ ਹੈ ਜਾਂ ਗਲਤ ਡਿਫੈਂਸ ਲੈਂਦੀ ਹੈ, ਫਾਲਸ ਹੈ, ਵੈਕਸ਼ੀਸੀਅਸ ਹੈ, ਤਾਂ ਉਸ ਪਾਰਟੀ ਨੂੰ ਨੌਲੇਜ ਵੀ ਹੈਗੀ ਹੈ ਇਸ ਗੱਲ ਦੀ, ਤਾਂ ਜਿਹੜਾ ਹੈ ਕਲੇਮ ਹੈਗਾ ਦੂਜੀ ਪਾਰਟੀ ਨੂੰ ਅਦਾ ਕੀਤਾ ਜਾਵੇਗਾ। ਕੰਪਨਸੇਸ਼ਨ ਜਿਹੜਾ ਹੈਗਾ ਉਹ ਪਾਰਟੀ ਪੇ ਕਰੇਗੀ, ਜਿਹੜੀ ਗਲਤ ਪਾਰਟੀ ਹੈ ਉਹ ਦੂਜੀ ਪਾਰਟੀ ਨੂੰ ਪੇ ਕਰੇਗੀ। ਇਹ ਕੋਰਟ ਦੀ ਡਿਸਕ੍ਰਿਸ਼ਨ ਹੈ, ਕੋਰਟ ਉਸ ਨੂੰ ਜਿਹੜੀ ਹੈਗੀ ਹੈ ਕਾਸਟ ਜਿਹੜੀ ਹੈਗੀ ਹੈ ਐਜ਼ ਏ ਕੰਪਨਸੇਸ਼ਨ ਕਾਸਟ ਪਾਈ ਜਾ ਸਕਦੀ ਹੈ ਪਾਰਟੀ ਨੂੰ। ਇੱਥੇ ਕਿ ਗੱਲ ਹੋਰ ਕਹੀ ਹੈ ਇੱਥੇ ਆ ਕੇ ਵੀ ਜੇਕਰ ਪਾਰਟੀ ਨੇ ਕਲੇਮ ਤਾਂ ਕਰ ਲਿਆ, ਠੀਕ ਹੈ, ਪਰ ਜਦੋਂ ਉਹਨੂੰ ਪਤਾ ਲੱਗਿਆ ਮੈਂ ਝੂਠਾ ਸਾਬਤ ਹੋ ਰਿਹਾ, ਦੂਜੀ ਜਿਹੜੀ ਆਬਜੈਕਸ਼ਨ ਪਾਰਟੀ ਹੈ, ਆਬਜੈਕਟ ਪਾਰਟੀ ਹੈ, ਆਬਜੈਕਟ ਕਰ ਰਹੀ ਹੈ ਵੀ ਮੈਂ ਝੂਠਾ ਸਾਬਤ ਹੋ ਰਿਹਾ, ਜਦ ਤਾਂ ਉਹਦਾ ਕਲੇਮ ਹੈ ਜਿਹੜਾ ਡਿਸਅਲਾਉ ਕਰਦਾ ਕੋਰਟ ਨੇ, ਜੋ ਕਲੇਮ ਕੀਤਾ ਸੀ ਪਾਰਟੀ ਨੇ, ਜਾਂ ਫਿਰ ਉਹਨੇ ਛੱਡਤਾ ਕਲੇਮ, ਆਪ ਹੀ ਅਵੰਡਨ ਕਰ ਦਿੱਤਾ, ਕਲੇਮ ਹੀ ਛੱਡ ਦਿੱਤਾ, ਜਾਂ ਫਿਰ ਆਪਦਾ ਕਲੇਮ ਜੋ ਮੰਗਿਆ ਸੀ ਉਹਨੇ ਵਿਡਰਾਅ ਕਰ ਲਿਆ, ਵਾਪਸ ਲੈ ਲਿਆ। ਅਜਿਹੀ ਸਥਿਤੀ ਦੇ ਵਿੱਚ ਵੀ ਹੈਗਾ ਜਿਹੜੀ ਕੋਰਟ ਹੈ ਮੇਕ ਐਨ ਆਰਡਰ ਫਾਰ ਦਾ ਪੇਮੈਂਟ ਆਫ ਟੂ ਦਾ ਆਬਜੈਕਟਰ, ਕੋਰਟ ਆਰਡਰ ਪਾਸ ਕਰ ਸਕਦੀ ਹੈ ਫਾਰ ਦਾ ਪੇਮੈਂਟ ਟੂ ਦਾ ਆਬਜੈਕਟਰ, ਮਤਲਬ ਆਬਜੈਕਟ ਪਾਰਟੀ ਨੂੰ ਪੇਮੈਂਟ ਦੇਣ ਦੇ ਲਈ ਐਜ਼ ਏ ਕੰਪਨਸੇਸ਼ਨ। ਜਿਹੜੀ ਪਾਰਟੀ ਨੇ ਕਲੇਮ ਛੱਡਿਆ ਜਾਂ ਡਿਸਅਲਾਉ ਹੋਇਆ ਜਾਂ ਵਿਡਰਾਅ ਕੀਤਾ, ਉਸ ਪਾਰਟੀ ਨੂੰ ਆਰਡਰ ਕਰੇਗੀ ਵੀ ਉਹ ਪਾਰਟੀ ਜਿਹੜੀ ਪਾਰਟੀ ਦੇ ਖਿਲਾਫ ਨੇ ਮੁਕੱਦਮਾ ਦਾਇਰ ਕੀਤਾ ਸੀ ਉਸ ਪਾਰਟੀ ਨੂੰ ਐਜ਼ ਏ ਕੰਪਨਸੇਸ਼ਨ ਇੰਨੇ ਪੈਸੇ ਦੀ ਕਾਸਟ ਹੈਗੀ ਹੈ ਉਹ ਪਾਈ ਜਾ ਸਕਦੀ ਹੈ, ਉਹ ਪੇਮੈਂਟ ਵੱਲੋਂ ਉਸ ਵੱਲੋਂ ਕੀਤੀ ਜਾਵੇਗੀ। ਹੁਣ ਇਹਦੇ ਵਿੱਚ ਸਬਸੈਕਸ਼ਨ 2 ਚ ਕਿਹਾ ਗਿਆ ਵੀ ਇਦਾਂ ਦੇ ਕੇਸਾਂ ਦੇ ਵਿੱਚ ਕਿੰਨੀ ਕੰਪਨਸੇਸ਼ਨ ਪਾਈ ਜਾ ਸਕਦੀ ਹੈ, ਕਿੰਨੀ ਕੰਪਨਸੇਟ ਕੀਤਾ ਜਾ ਸਕਦਾ ਇੱਕ ਪਾਰਟੀ ਨੂੰ, ਜਿਹੜਾ ਇਹੋ ਜਿਹੇ ਕੇਸਾਂ ਦੇ ਵਿੱਚ ਨਾਟ ਐਕਸੀਡਿੰਗ 3000 3000 ਰੁਪਏ ਤੋਂ ਜ਼ਿਆਦਾ ਜਿਹੜਾ ਹੈਗਾ ਕਾਸਟ ਹੈ ਜਿਹੜੀ ਐਜ਼ ਏ ਕੰਪਨਸੇਸ਼ਨ ਕਾਸਟ, ਠੀਕ ਹੈ, ਇੱਕ ਪਾਰਟੀ ਨੂੰ
ਦੂਜੀ ਪਾਰਟੀ ਨੂੰ ਦੇਣ ਦੀ ਖਾਤਰ ਨਹੀਂ ਪਾਈ ਜਾ ਸਕਦੀ। ਮੈਕਸਿਮਮ 3000 ਰੁਪਇਆ ਹੋ ਸਕਦਾ ਹੈਗਾ। ਜਾਂ ਫਿਰ ਜਿੱਥੇ ਕਿਤੇ ਪਿਕਨਰੀ ਜੁਰਿਸਡਿਕਸ਼ਨ ਜੇ ਘੱਟ ਹੋਵੇ ਉਸ ਕੋਰਟ ਦੀ ਤਾਂ ਘੱਟ ਪਾਇਆ ਜਾਏਗਾ। ਫਿਰ ਨਾਲ ਇੱਕ ਪ੍ਰੋਵੀਜ਼ਨ ਦਿੱਤੀ ਹੈ, ਜੇ ਕਹਿੰਦੇ ਸਮਾਲ ਕਾਜ਼ ਕੋਰਟ ਹੋਵੇ, ਸਮਾਲ ਕਾਜ਼ ਕੋਰਟ ਕੋਲੇ ਜੇ ਇਹ ਜਿਹੜੀ ਪਾਵਰ ਹੀ 250 ਰੁਪਏ ਤੱਕ ਦੀ ਹੋਵੇ ਤਾਂ ਫਿਰ ਇਸ ਤੋਂ ਵੱਧ ਨਹੀਂ ਪਾਈ ਜਾ ਸਕਦੀ ਫਾਈਨ, ਉਹ ਨਹੀਂ ਐਜ ਏ ਕੰਪਨਸੇਸ਼ਨ ਕਾਸਟ ਪਾ ਸਕਦੀ। ਠੀਕ ਹੈ। ਹਾਈ ਕੋਰਟ ਕੈਨ ਲਿਮਿਟ ਅਮਾਊਂਟ ਆਫ ਦਾ ਕਾਸਟ, ਜਾਂ ਫਿਰ ਹਾਈ ਕੋਰਟ ਕੋਲੇ ਪਾਵਰ ਹੈਗੀ ਹੈ ਵੀ ਕਿਸੇ ਵੀ ਕੋਰਟ ਦੀ ਜਿਹੜੀ ਲਿਮਿਟ ਹੈ ਉਹ ਇਸ ਕਾਸਟ ਦੀ ਜਿਹੜੀ ਲਿਮਿਟ ਹੈ ਉਹ ਫਿਕਸ ਕਰ ਸਕਦੇ ਆ ਵੀ ਇਸ ਤੋਂ ਵੱਧ ਜਿਹੜੀ ਤੁਸੀਂ ਕਾਸਟ ਹੈ ਨਹੀਂ ਪਾ ਸਕਦੇ। ਨੈਕਸਟ ਹੈ ਦੀ ਸਬਸੈਕਸ਼ਨ 3, no person exempted criminal liability। ਹੁਣ ਮੰਨ ਲਓ ਕੋਈ ਕੇਸ ਸੀਗਾ, ਨਾਲ ਹੀ ਉਹ ਸਿਵਲ ਨੇਚਰ ਦਾ ਸੀ, ਨਾਲ ਹੀ ਉਹ ਕ੍ਰਿਮੀਨਲ ਨੇਚਰ ਦਾ ਸੀਗਾ। ਸਿਵਲ ਸੂਟ ਚਲਾ, ਸਿਵਲ ਦੇ ਵਿੱਚ ਆ ਗਿਆ ਆਪਦੀ ਰਿਕਵਰੀ ਵਾਸਤੇ, ਤੇ ਨਾਲ ਹੀ ਉਹ ਕ੍ਰਿਮੀਨਲ ਕੋਰਟ ਚਲਾ ਗਿਆ। ਠੀਕ ਹੈ। ਤੇ ਇੱਥੇ ਆ ਕੇ ਜਦੋਂ ਉਸ ਨੂੰ ਪੈਨਲਟੀ ਪੈ ਗਈ, ਐਜ ਏ ਕਾਸਟ ਕੰਪਨਸੇਸ਼ਨ ਪੈ ਗਈ, ਤਾਂ ਉਹ ਇਸ ਗੱਲ ਦਾ ਬੈਨੀਫਿਟ ਕ੍ਰਿਮੀਨਲ ਕੋਰਟ ਜਾ ਕੇ ਨਹੀਂ ਲੈ ਸਕਦਾ ਵੀ ਇੰਨੀ ਮੈਨੂੰ ਉੱਥੇ ਪੈਨਲਟੀ ਪੈ ਚੁੱਕੀ, ਹੁਣ ਤੁਸੀਂ ਮੈਨੂੰ ਬਾਰ-ਬਾਰ ਪੈਨਲਟੀ ਕਿਵੇਂ ਲਗਾ ਸਕਦੇ ਹੋ, ਕਿਵੇਂ ਮੈਨੂੰ ਫਾਈਨ ਪਾ ਸਕਦੇ ਹੋ। ਕ੍ਰਿਮੀਨਲ ਕੋਰਟ ਦੇ ਵਿੱਚ ਉਹਦਾ ਕੋਈ ਇਹਦਾ ਮਤਲਬ ਇੱਥੇ ਇਹ ਹੈਗਾ ਵੀ ਉਹਦੀ ਇੱਥੇ ਜੇ ਉਸ ਨੂੰ ਇੱਥੇ ਪੈਨਲਟੀ ਪੈ ਜਾਂਦੀ ਹੈ ਐਜ ਏ ਕੰਪਨਸੇਸ਼ਨ, ਉਹਨੂੰ ਕਾਸਟ ਪੈ ਜਾਂਦੀ ਹੈ, ਤਾਂ ਇਹਦਾ ਬੈਨੀਫਿਟ ਉਹ ਕ੍ਰਿਮੀਨਲ ਕੋਰਟ 'ਚ ਨਹੀਂ ਲੈ ਸਕਦਾ। ਕ੍ਰਿਮੀਨਲ ਕੋਰਟ ਦੇ ਵਿੱਚ ਵੱਖਰੇ ਤੌਰ ਤੇ ਜਿਹੜੀ ਉਹਨੂੰ ਕੋਈ ਫਾਈਨ ਪੈਣਾ ਜਾਂ ਪੈਨਲਟੀ ਪੈਣੀ ਹੈ ਉਹ ਵੱਖਰੇ ਤੌਰ ਤੇ ਦੇਖੀ ਜਾਏਗੀ, ਉਸ ਕੋਰਟ ਨੇ ਦੇਖਣਾ ਕਿੰਨਾ ਪਾਣਾ ਹੈਗਾ। ਇੱਥੇ ਆ ਕੇ ਉਹ ਇਹਦੇ ਇਵਜ਼ ਦੇ ਵਿੱਚ ਉੱਥੇ ਆ ਕੇ ਇਹਦਾ ਬੈਨੀਫਿਟ ਨਹੀਂ ਲੈ ਸਕਦਾ, ਮੈਂ ਤਾਂ ਉੱਥੇ ਪਹਿਲਾਂ ਆਲਰੇਡੀ ਪੇ ਕਰ ਚੁੱਕਿਆ। ਠੀਕ ਹੈ। ਨੈਕਸਟ ਹੈਗਾ ਸੈਕਸ਼ਨ ਸਬਸੈਕਸ਼ਨ 4, ਅਮਾਊਂਟ ਆਫ ਕੰਪਨਸੇਸ਼ਨ ਅਵਾਰਡਡ। ਇੱਥੇ ਆ ਕੇ ਇੱਕ ਹੈ ਵੀ ਜਿਹੜੀ ਇਹ ਕੰਪਨਸੇਸ਼ਨ ਦੀ ਜਿਹੜੀ ਅਮਾਊਂਟ ਹੈਗੀ ਹੈ ਇਹ ਕੋਈ ਅਵਾਰਡ ਨਹੀਂ ਹੈਗੀ। false claim taken into account in the subsequent suit for the compensation। ਮੁਕੱਦਮਾ ਸੀਗਾ, ਫੈਸਲਾ ਹੋ ਗਿਆ, ਇੱਕ ਪਾਰਟੀ ਦੇ ਹੱਕ ਦੇ ਵਿੱਚ ਹੋ ਗਿਆ। ਠੀਕ ਹੈ। ਤਾਂ ਇੱਕ ਪਾਰਟੀ ਦੂਜੀ ਪਾਰਟੀ ਨੂੰ ਇੱਥੇ ਕੰਪਨਸੇਸ਼ਨ ਪੈ ਗਿਆ 3000 ਰੁਪਇਆ, ਤਾਂ ਫਿਰ ਜੇ ਉਹ ਪਾਰਟੀ ਦੁਬਾਰਾ ਫਿਰ ਕੰਪਨਸੇਸ਼ਨ ਦੇ ਲਈ ਕੋਰਟ ਦੇ ਵਿੱਚ ਜਾਂਦੀ ਹੈ, ਹੋਰ ਮੁਕੱਦਮਾ ਫਾਈਲ ਕਰਦੀ ਹੈ ਇਸੇ ਵੀ ਡਿਗਰੀ ਮੇਰੇ ਹੱਕ 'ਚ ਪਾਸ ਹੋ ਗਈ ਤੇ ਮੈਨੂੰ ਹੁਣ ਕੰਪਨਸੇਸ਼ਨ ਹੋਰ ਲੈਣਾ ਮੈਨੇ ਇਸ ਪਾਰਟੀ ਤੋਂ, ਤਾਂ ਜਿਹੜਾ ਇਹ ਵਾਲਾ ਕੰਪਨਸੇਸ਼ਨ ਹੈ ਇਹ ਉਹਦੇ ਵਿੱਚ ਅਕਾਊਂਟ ਪਾਸ ਹੋਏਗਾ। ਜਿਵੇਂ ਕਿ ਜੇ ਦੂਜੀ ਕੋਰਟ ਵੱਲੋਂ ਉਸ ਨੂੰ ਕੰਪਨਸੇਸ਼ਨ 10,000 ਰੁਪਏ ਦਾ ਦਿੱਤਾ ਜਾਂਦਾ ਹੈ ਤਾਂ 3,000 ਰੁਪਏ ਜਿਹੜਾ ਇਹ ਕੰਪਨਸੇਸ਼ਨ ਹੈ ਉਹਦੇ ਵਿੱਚ ਕੰਸੀਡਰ ਕਰਕੇ 7,000 ਰੁਪਏ ਜਿਹੜਾ ਕੰਪਨਸੇਸ਼ਨ ਹੈ ਉਹ ਇੱਕ ਪਾਰਟੀ ਦੂਜੀ ਪਾਰਟੀ ਨੂੰ ਅਦਾ ਕਰੇਗੀ। ਨੈਕਸਟ ਹੈ ਸੈਕਸ਼ਨ 35B, ਕਾਸਟ ਫਾਰ ਕਾਜ਼ਿੰਗ ਡਿਲੇ। ਕਾਸਟ ਫਾਰ ਕਾਜ਼ਿੰਗ ਡਿਲੇ। ਹੁਣ ਦੇਖੋ ਇੱਕ ਪਾਰਟੀ ਸੂਟ ਫਾਈਲ ਕਰਦੀ ਹੈ, ਠੀਕ ਹੈ, ਦੂਜੀ ਪਾਰਟੀ ਨੇ ਰਿਟਰਨ ਸਟੇਟਮੈਂਟ ਦੇਣੀ ਹੁੰਦੀ ਹੈ, ਬਾਰ-ਬਾਰ ਅਡਜਸਟਮੈਂਟ ਹੋ ਰਹੀ ਹੈ, ਦੂਜੀ ਪਾਰਟੀ ਰਿਟਰਨ ਸਟੇਟਮੈਂਟ ਨਹੀਂ ਦੇ ਰਹੀ, ਕੋਰਟ ਨੇ ਲਾਸਟ ਓਪਰਚੁਨਿਟੀ ਦੇਤੀ, ਉਸਨੇ ਫਿਰ ਵੀ ਨਹੀਂ ਦਿੱਤੀ। ਐਸੀ ਸਟੇਜ ਤੇ ਆ ਕੇ ਜਿਹੜੀ ਕੋਰਟ ਹੈ, ਕੋਰਟ ਦੂਜੀ ਪਾਰਟੀ ਨੂੰ ਜਦੋਂ ਉਹਦੀਆਂ ਸਾਰੀਆਂ ਡੇਟਾ ਨਿਕਲ ਚੁੱਕੀਆਂ ਹੋਣ ਤਾਂ ਫਿਰ ਵੀ ਉਸਨੇ ਰਿਟਰਨ ਸਟੇਟਮੈਂਟ ਨਹੀਂ ਦਿੱਤੀ, ਜਾਂ ਕੋਈ ਐਵੀਡੈਂਸ ਦੇਣੀ ਸੀ ਐਵੀਡੈਂਸ ਨਹੀਂ ਦਿੱਤੀ, ਠੀਕ ਹੈ, ਜਾਂ ਕੋਈ ਹੋਰ ਉਸਨੇ ਕੋਈ ਉਹਦੇ ਪੱਧਰ ਤੇ ਕੋਈ ਕਾਰਵਾਈ ਕਰਨੀ ਬਣਦੀ ਸੀਗੀ ਉਹ ਕਾਰਵਾਈ ਨਹੀਂ ਕੀਤੀ, ਤਾਂ ਜਿਹੜੀ ਕੋਰਟ ਹੈਗੀ ਹੈ ਉਹ ਡਿਲੇ ਦੇ ਪੀਰੀਅਡ ਨੂੰ ਕੰਡੋਨ ਕਰਨ ਦੀ ਖਾਤਰ ਡਿਲੇ ਨੂੰ ਕੰਡੋਨ ਕਰ ਸਕਦੀ ਹੈ, ਤੇ ਪਰ ਉਸ ਨੂੰ ਕਾਸਟ ਪਾ ਕੇ ਕਰ ਸਕਦੀ ਹੈ ਪਾਰਟੀ ਨੂੰ, ਕੰਸਰਨ ਪਾਰਟੀ ਜਿਸ ਵੱਲੋਂ ਜਿਸ ਦੇ ਪੱਧਰ ਤੇ ਇਹ ਡਿਲੇ ਹੋਈ ਹੈ ਉਸ ਪਾਰਟੀ ਨੂੰ ਕਾਸਟ ਪਾ ਕੇ, ਕਾਸਟ ਕਿੱਥੇ ਜਾਏਗੀ, ਉਹ ਕਾਸਟ ਦੂਜੀ ਪਾਰਟੀ ਨੂੰ ਅਦਾ ਕਰੇਗੀ। ਕਾਸਟ ਪਾ ਕੇ ਜਿਵੇਂ ਆਪਾਂ ਦੇਖਦੇ ਹਾਂ ਜਵਾਬ ਦਾਵਾ ਦੇਣਾ ਸੀਗਾ, ਆਪਾਂ ਕੋਰਟਾਂ 'ਚ ਜਾਂਦੇ ਰਹਿੰਦੇ ਅਕਸਰ, ਆਪਾਂ ਸੁਣਦੇ ਰਹਿੰਦੇ ਹਾਂ, ਤੁਸੀਂ ਵੀ ਸੁਣਿਆ ਹੋਊ ਬਹੁਤ ਵਾਰੀ ਵੀ ਕੋਰਟ ਨੇ ਕਾਸਟ ਪਾ ਦਿੱਤੀ, ਠੀਕ ਹੈ, ਕੋਰਟ ਨੇ ਕਾਸਟ ਕਿਸ ਗੱਲ ਤੇ ਪਾਤੀ, ਇਸੇ ਗੱਲ ਤੇ ਪਾਤੀ ਵੀ ਇੱਕ ਪਾਰਟੀ ਤਾਂ ਵਾਰ-ਵਾਰ ਆ ਰਹੀ ਹੈ, ਦੂਜੀ ਪਾਰਟੀ ਆਈ ਨਹੀਂ ਰਹੀ, ਜਾਂ ਉਸ ਨੂੰ ਵਾਰ-ਵਾਰ ਮੌਕਾ ਦਿੱਤਾ ਜਾ ਰਿਹਾ, ਉਹਦਾ ਜਵਾਬ ਦਾਵਾ ਬੰਦ ਕਰ ਦਿੱਤਾ, ਉਹਦੇ ਜਿਹੜੇ ਬਿਆਨ ਸੀ ਦੇਣੇ ਸੀ, ਉਹਦੀ ਜਿਹੜੀ ਉਹਦਾ ਰਿਟਰਨ ਸਟੇਟਮੈਂਟ ਸੀ ਦੇਣੀ ਉਸਨੇ, ਉਹਦੀ ਜਿਹੜਾ ਮੌਕਾ ਸੀ ਉਹ ਬੰਦ ਕਰ ਦਿੱਤਾ, ਪਰ ਫਿਰ ਜਿਹੜਾ ਮੌਕਾ ਹੈਗਾ ਉਹ ਕਾਸਟ ਪਾ ਕੇ ਜਿਹੜਾ ਮੌਕਾ ਉਸਨੂੰ ਫਿਰ ਦਿੱਤਾ ਜਾਂਦਾ ਹੈਗਾ, ਇਸ ਨੂੰ ਆਪਾਂ ਕਹਿੰਦੇ ਆ ਕਾਸਟ ਕਾਜ਼ਿੰਗ ਡਿਲੇ। ਜਿਹੜਾ ਹੈ ਕਾਸਟ ਹੈ ਉਹ ਪਾਰਟੀ ਦੂਜੀ ਇੱਕ ਪਾਰਟੀ ਦੂਜੀ ਪਾਰਟੀ ਨੂੰ ਦੇਵੇਗੀ, ਜਿਸ ਕੰਮ ਲਈ ਉਸਨੇ ਡਿਲੇ ਕੀਤੀ ਹੈ ਤੇ ਉਹ ਕੰਮ ਜਿਹੜਾ ਉਸਨੂੰ ਪਾਰਟੀ ਨੂੰ ਕਰਨ ਦਿੱਤਾ ਜਾਵੇਗਾ। ਜੇ ਰਿਟਰਨ ਸਟੇਟਮੈਂਟ ਦੇਣੀ ਹੈ ਤਾਂ ਰਿਟਰਨ ਸਟੇਟਮੈਂਟ ਦੇਵੇਗੀ, ਪਰ ਉੱਥੇ ਸ਼ਰਤ ਇਹ ਲਗਾਈ ਗਈ ਹੈ ਵੀ ਉਸ ਤੋਂ ਪਹਿਲਾਂ ਜਿਹੜੀ ਨੈਕਸਟ ਡੇਟ ਆਏਗੀ, ਨੈਕਸਟ ਡੇਟ ਦੇ ਉੱਪਰ ਜਿਹੜੀ ਇੱਕ ਪਾਰਟੀ ਹੈ ਜਿਸ ਨੂੰ ਕਾਸਟ ਪਾਏਗੀ ਹੈ ਉਹ ਪਾਰਟੀ ਦੂਜੀ ਪਾਰਟੀ ਨੂੰ ਜਿਹੜੀ ਹੈਗੀ ਹੈ ਕਾਸਟ ਅਦਾ ਕਰੇਗੀ। ਜੇਕਰ ਕਾਸਟ ਅਦਾ ਕਰੇਗੀ ਤਦ ਹੀ ਜਿਹੜੀ ਕੋਰਟ ਹੈਗੀ ਹੈ
ਉਸ ਤੋਂ ਬਾਅਦ ਫਰਦਰ ਪ੍ਰੋਸੀਡ ਕਰੇਗੀ। ਇਹ ਇੱਕ ਸ਼ਰਤ ਹੈਗੀ, ਇੱਕ ਕੰਡੀਸ਼ਨ ਹੈਗੀ ਹੈ, ਜਦੋਂ ਤੱਕ ਕਾਸਟ ਅਦਾ ਨਹੀਂ ਕੀਤੀ ਜਾਂਦੀ ਤਾਂ ਜਿਹੜਾ ਕੇਸ ਹੈਗਾ ਅੱਗੇ ਤੱਕ ਮੂਵ ਨਹੀਂ ਕਰੇਗਾ ਫਰਦਰ। ਇੱਥੇ ਅੱਗੇ ਗੱਲ ਕੀਤੀ ਹੈ ਜੇਕਰ ਡਿਫੈਂਡੈਂਟ ਇੱਕ ਹੋਵੇ ਜਾਂ ਜ਼ਿਆਦਾ ਹੋਣ। ਜਿਵੇਂ ਦੇਖੋ ਕਾਸਟ ਪੈ ਗਈ ਡਿਫੈਂਡੈਂਟਸ ਨੂੰ, ਡਿਫੈਂਡੈਂਟਸ ਨੇ ਕੀ ਕਰਨਾ ਹੈ, ਕਾਸਟ ਪੇ ਕਰਨੀ ਹੈ। ਜੇਕਰ ਡਿਫੈਂਡੈਂਟ ਇੱਕ ਹੈ ਜਾਂ ਡਿਫੈਂਡੈਂਟ ਜ਼ਿਆਦਾ ਜਾਂ ਗਰੁੱਪ ਆਫ ਡਿਫੈਂਡੈਂਟਸ ਹੈ, ਕਾਫੀ ਜ਼ਿਆਦਾ ਡਿਫੈਂਡੈਂਟ ਹੈਗੇ ਹੈ, ਠੀਕ ਹੈ, ਤਾਂ ਇਹ ਨਹੀਂ ਹੈਗਾ ਵੀ ਇੱਕ ਡਿਫੈਂਡੈਂਟ ਕਹਿੰਦੇ ਮੈਂ ਤਾਂ ਅਦਾ ਕਰ ਦਿੱਤਾ ਜੀ ਆਪਣਾ ਹਿੱਸਾ ਤਾਂ ਮੇਰਾ ਕੇਸ ਤਾਂ ਚਾਲੂ ਕਰੋ, ਦੂਜਾ ਡਿਫੈਂਡੈਂਟ ਕਹਿੰਦੇ ਮੈਂ ਅਦਾ ਕਰ ਦਿੱਤਾ ਜੀ ਮੇਰਾ ਕੇਸ ਚਾਲੂ ਕਰੋ। ਨਹੀਂ, ਇੱਥੇ ਸ਼ਰਤ ਲਗਾਈ ਗਈ ਹੈ ਜਦੋਂ ਤੱਕ ਸਾਰੇ ਡਿਫੈਂਡੈਂਟ ਚਾਹੇ ਇੱਕ ਹੈ ਚਾਹੇ ਦੋ ਹੈ ਚਾਹੇ ਗਰੁੱਪ ਆਫ ਡਿਫੈਂਡੈਂਟਸ ਹੈ, ਜਦੋਂ ਤੱਕ ਸਾਰੇ ਡਿਫੈਂਡੈਂਟ ਜਿਹੜੀ ਇਹ ਕਾਸਟ ਹੈਗੀ ਹੈ ਕੋਰਟ ਦੇ ਵਿੱਚ ਅਦਾ ਨਹੀਂ ਕਰਦੇ ਜਾਂ ਦੂਜੀ ਪਾਰਟੀ ਨੂੰ ਅਦਾ ਨਹੀਂ ਕਰ ਦਿੰਦੇ, ਠੀਕ ਹੈ, ਕੋਰਟ ਦੀ ਹਾਜ਼ਰੀ ਦੇ ਵਿੱਚ ਕਿਸੇ ਵੀ ਡੇਟ ਆਫ ਹੀਅਰਿੰਗ ਦੇ ਉੱਪਰ ਜਾ ਕੇ, ਤਾਂ ਉਦੋਂ ਤੱਕ ਜਿਹੜਾ ਕੋਰਟ ਹੈਗੀ ਹੈ ਉਹ ਮੁਕੱਦਮੇ ਨੂੰ ਫਰਦਰ ਪ੍ਰੋਸੀਡ ਨਹੀਂ ਕਰੇਗੀ, ਫਰਦਰ ਪ੍ਰੋਸੀਡਿੰਗ ਜਿਹੜੀਆਂ ਸਟਾਰਟ ਨਹੀਂ ਹੋਈਆਂ, ਉੱਥੇ ਜਿਹੜੀਆਂ ਪ੍ਰੋਸੀਡਿੰਗ ਹੈ ਉੱਥੇ ਕਲੋਜ਼ ਰਹਿਣਗੀਆਂ। ਅੱਗੇ ਸਬਸੈਕਸ਼ਨ 35B ਦੀ ਸਬਸੈਕਸ਼ਨ 2 ਦੇ ਵਿੱਚ ਕੀ ਹੈਗਾ ਕਾਸਟ ਪੇਡ ਨਾਟ ਇਨਕਲੂਡਡ ਇਨ ਦਾ ਕਾਸਟ ਆਫ ਦਾ ਡਿਗਰੀ। ਦੇਖੋ ਡਿਗਰੀ ਦੇ ਐਂਡ ਦੇ ਵਿੱਚ ਆਪਾਂ ਲਗਾਉਂਦੇ ਆ ਵੀ ਟੋਟਲ ਕਾਸਟ ਕਿੰਨੀ ਹੈ ਡਿਗਰੀ ਦੀ, ਅਲੱਗ-ਅਲੱਗ ਮਦਾਂ ਦੀ ਜਿਹੜੀ ਕਾਸਟ ਹੈ ਡਿਗਰੀ ਦੇ ਵਿੱਚ ਐਂਡ ਤੇ ਆ ਕੇ ਲਗਾਈ ਜਾਂਦੀ ਹੈ। ਪਰ ਇੱਥੇ ਆ ਕੇ ਜਿਹੜੀ ਇਹ ਵਾਲੀ ਕਾਸਟ ਹੈਗੀ ਹੈ ਕਾਸਟ ਫਾਰ ਕਾਜ਼ਿੰਗ ਡਿਲੇ ਦੇ ਕਾਰਨ ਜਿਹੜੀ ਕਾਸਟ ਪਈ ਹੈ ਕਿਸੇ ਇੱਕ ਪਾਰਟੀ ਨੂੰ ਦੂਜੀ ਪਾਰਟੀ ਨੂੰ ਦੇਣ ਦੀ ਖਾਤਰ, ਠੀਕ ਹੈ, ਇਹ ਜਿਹੜੀ ਕਾਸਟ ਹੈਗੀ ਹੈ ਇਹ ਉਹਦੇ ਵਿੱਚ ਇਨਕਲੂਡ ਨਹੀਂ ਹੋਏਗੀ। ਇਹ ਤਾਂ ਬਾਹਰ ਦੀ ਬਾਹਰ ਨਿਬੜ ਗਈ, ਇੱਕ ਪਾਰਟੀ ਨੇ ਡਿਲੇ ਕੀਤੀ ਉਹਨੂੰ ਦੇਣੀ ਪਈ ਦੂਜੀ ਪਾਰਟੀ ਨੂੰ, ਠੀਕ ਹੈ। ਜਦੋਂ ਕੇਸ ਦੀ ਡਿਗਰੀ ਹੋਣੀ ਹੈ, ਜਦੋਂ ਕੇਸ ਫਾਈਨਲ ਹੋਣਾ ਹੈ ਤਾਂ ਫਾਈਨਲ ਡਿਗਰੀ ਦੇ ਵਿੱਚ ਜਿਹੜੀ ਕਾਸਟ ਜਦੋਂ ਕੋਰਟ ਵੱਲੋਂ ਪਾਈ ਜਾਣੀ ਹੈ ਡਿਸਾਈਡ ਕੀਤਾ ਜਾਣਾ ਹੈ ਕੌਣ ਪੇ ਕਰੇਗਾ ਕਾਸਟ, ਕਿਹੜੀ ਪਾਰਟੀ ਕਰੇਗੀ, ਕਿਹੜੀ ਪਾਰਟੀ ਨੇ ਕਿਸ ਨੂੰ ਦੇਣੀ ਹੈ, ਉਹ ਡਿਸੀਜਨ ਜਿਹੜਾ ਹੋਏਗਾ ਉਹ ਸੈਪਰੇਟ ਡਿਸੀਜਨ ਹੋਏਗਾ। ਪਰ ਉਹਦੇ ਵਿੱਚ ਜਿਹੜੀ ਇਹ ਵਾਲੀ ਕਾਸਟ ਹੈਗੀ ਹੈ ਕੰਪਨਸੇਸ਼ਨ ਡਿਲੇ ਦੀ ਜਿਹੜੀ ਕਾਸਟ ਹੈਗੀ ਹੈ ਇਹਦੇ ਵਿੱਚ ਇਨਕਲੂਡ ਨਹੀਂ ਹੋਏਗੀ। ਤੇ ਨਾਲ ਹੀ ਜਦੋਂ ਕੋਰਟ ਵੱਲੋਂ ਡਿਗਰੀ ਪਾਸ ਹੋਣੀ ਹੈ ਕੋਰਟ ਵੱਲੋਂ ਲਿਖਿਆ ਜਾਏਗਾ, ਦੱਸਿਆ ਜਾਏਗਾ ਇਫ ਨਾਟ ਪੇਡ ਸੈਪਰੇਟ ਆਰਡਰ ਕਾਸਟ ਪੇਡ ਨਾਟ ਇਨਕਲੂਡਡ ਇਨ ਦਾ ਕਾਸਟ ਆਫ ਦਾ ਡਿਗਰੀ, ਇਫ ਨਾਟ ਪੇਡ ਸੈਪਰੇਟ ਆਰਡਰ ਕੀਤਾ ਜਾਵੇਗਾ, ਇੰਡੀਕੇਟ ਕੀਤਾ ਜਾਵੇਗਾ, ਅਮਾਊਂਟ ਕੀਤੀ ਜਾਵੇਗੀ ਇੰਡੀਕੇਟ ਵੀ ਇੰਨੀ ਕਾਸਟ ਹੈ, ਉਹ ਵਿਅਕਤੀ ਹੈ ਕੌਣ ਵਿਅਕਤੀ ਹੈ ਉਹਦਾ ਨਾਮ ਲਿਖਿਆ ਜਾਏਗਾ ਵੀ ਕਿਹੜਾ ਅਦਾ ਕਰੇਗਾ, ਉਹਦਾ ਐਡਰੈਸ ਵੀ ਦਿੱਤਾ ਜਾਏਗਾ ਨਾਲ ਉਸ ਪਰਸਨ ਦਾ ਬਾਈ ਹੂਮ ਇਟ ਹੈਜ਼ ਟੂ ਬੀ ਪੇਡ, ਕਿਹੜੀ ਪਾਰਟੀ ਨੂੰ ਦਿੱਤੀ ਜਾਣੀ ਹੈ। ਫਿਰ ਨਾਲ ਇਹ ਵੀ ਕਿਹਾ ਜਾਏਗਾ ਜੇਕਰ ਨਹੀਂ ਕਰਦਾ ਤਾਂ ਉਹਦੀ ਰਿਕਵਰੀ ਦਾ ਕੀ ਢੰਗ ਹੈਗਾ। ਤੁਸੀਂ ਕੀ ਦੇਖਿਆ ਹੋਏਗਾ ਤੁਹਾਡੇ ਕੋਰਟਾਂ ਦੇ ਵਿੱਚ ਤੁਹਾਡੇ ਆਫਿਸ ਦੇ ਵਿੱਚ ਵੀ ਜਿਹੜੀ ਕਾਸਟ ਦੇ ਰਿਗਾਰਡਿੰਗ ਕਈ ਵਾਰੀ ਕੋਈ ਆਰਡਰ ਆ ਜਾਂਦੇ ਨੇ ਐਗਜ਼ੀਕਿਊਸ਼ਨ ਦੇ ਲਈ ਆ ਜਾਂਦੇ ਨੇ, ਰਿਕਵਰੀ ਵਾਸਤੇ ਵੀ ਆ ਜਾਂਦੇ ਨੇ, ਉਹ ਕਈ ਵਾਰੀ ਤਾਂ ਆਪਣੇ ਬੰਦੇ ਨੂੰ ਸਮਝ ਨਹੀਂ ਲੱਗਦੀ ਵੀ ਇਹ ਕਾਹਦੀ ਰਿਕਵਰੀ ਹੈ, ਕਾਸਟ ਪਾਈ ਗਈ ਹੈ, ਰਿਕਵਰੀ ਕਾਹਦੀ ਹੈ। ਉੱਥੇ ਇਹੀ ਕਾਰਨ ਹੁੰਦਾ ਹੈ ਜਦੋਂ ਕੋਈ ਮੁਕੱਦਮਾ ਕਿਸੇ ਇੱਕ ਪਾਰਟੀ ਦੇ ਖਿਲਾਫ ਹੋ ਜਾਂਦਾ ਹੈ ਤੇ ਉਸੇ ਨੂੰ ਸਰਕਾਰ ਉਸੇ ਨੂੰ ਕੋਰਟ ਵੱਲੋਂ ਕਾਸਟ ਪਾਈ ਜਾਂਦੀ ਹੈ ਤੇ ਉਹ ਕਾਸਟ ਭਰਦਾ ਨਹੀਂ ਕੋਰਟ ਦੇ ਵਿੱਚ, ਠੀਕ ਹੈ, ਪਰ ਡਿਸੀਜਨ ਤਾਂ ਹੋ ਚੁੱਕਿਆ ਪਰ ਉਹਨੇ ਕਾਸਟ ਅਦਾ ਨਹੀਂ ਕੀਤੀ ਤਾਂ ਕੋਰਟਾਂ ਸਿਵਲ ਕੋਰਟਾਂ ਵੱਲੋਂ ਕੀ ਕੀਤਾ ਜਾਂਦਾ ਹੈ ਕਲੈਕਟਰ ਨੂੰ ਉਹਦੀ ਰਿਕਵਰੀ ਵਾਸਤੇ ਜਿਹੜਾ ਕੇਸ ਹੈਗਾ ਉਹ ਕਲੈਕਟਰ ਕੋਲ ਭੇਜਿਆ ਜਾਂਦਾ ਹੈ। ਕਲੈਕਟਰ ਤੋਂ ਹੋ ਕੇ ਜਿਹੜਾ ਕੇਸ ਹੈਗਾ ਰੈਵਨਿਊ ਆਫਿਸਰਸ ਕੋਲੇ ਫਾਰ ਦਾ ਰਿਕਵਰੀ ਆਫ ਦਾ ਕਾਸਟ ਆ ਜਾਂਦਾ ਹੈਗਾ। ਕਈ ਵਾਰੀ ਆਪਾਂ ਨੂੰ ਸਮਝ ਲੱਗਦੀ ਵੀ ਇਹ ਕਾਹਦੀ ਕਾਸਟ ਹੈ ਕੀ ਚੱਕਰ ਹੈਗਾ, ਠੀਕ ਹੈ, ਉਹ ਇਦਾਂ ਦੇ ਕੇਸ ਹੁੰਦੇ ਆ ਜਿਹੜੇ ਰਿਕਵਰੀ ਵਾਸਤੇ ਸਾਡੇ ਕੋਲ ਕਈ ਵਾਰੀ ਆ ਜਾਂਦੇ ਹੈਗੇ। ਉਹ ਥੋੜੇ ਕੇਸਿਸ ਬਹੁਤ ਥੋੜੇ ਚਾਂਸਸ ਹੁੰਦੇ ਆ ਜਦੋਂ ਇਦਾਂ ਦੇ ਕੇਸ ਸਾਡੇ ਪਾਸ ਆਉਂਦੇ ਆ ਰਿਕਵਰੀ ਦੇ ਮਕਸਦ ਲਈ। ਰਿਕਵਰੀ ਲੈਂਡ ਰੈਵਨਿਊ ਐਕਟ ਦੇ ਤਹਿਤ ਫਿਰ ਵਸੂਲੀ ਜਾਂਦੀ ਹੈ। ਦੇਖੋ ਰਿਕਵਰੀ ਜਿਹੜੀ ਹੁੰਦੀ ਹੈ ਜਦੋਂ ਕਲੈਕਟਰ ਕੋਲੇ ਆ ਗਈ ਤਾਂ ਸਾਡੇ ਕੋਲ ਲੈਂਡ ਰੈਵਨਿਊ ਐਕਟ ਦੇ ਤਹਿਤ ਹੀ ਪਾਵਰਾਂ ਹੁੰਦੀਆਂ ਨੇ ਰਿਕਵਰੀ ਕਰਨ ਦੀਆਂ। ਉਹ ਜਿਹੜੇ ਸੈਕਸ਼ਨ 66 ਤੋਂ ਲੈ ਕੇ ਸ਼ੁਰੂ ਹੋ ਜਾਂਦੇ ਨੇ ਸੈਕਸ਼ਨ 90 ਤੱਕ, ਠੀਕ ਹੈ, ਸਮਨਿੰਗ ਹੁੰਦੀ ਹੈ ਪਹਿਲਾਂ, ਠੀਕ ਹੈ, ਫਿਰ ਉਹ ਸੈਕਸ਼ਨ ਅਸੀਂ ਡਿਮਾਂਡ ਰਿਟ ਜਾਰੀ ਕਰਦੇ ਹਾਂ ਸੈਕਸ਼ਨ 68 ਦੇ ਵਿੱਚ, ਠੀਕ ਹੈ, ਫਿਰ 69 ਦੇ ਵਾਰੰਟ ਜਾਰੀ ਵੀ ਕਰ ਸਕਦੇ ਹੁੰਦੇ ਆ। ਜਿਹੜੀ ਰਿਕਵਰੀ ਹੁੰਦੀ ਹੈ ਜਦੋਂ ਰਿਕਵਰੀ ਕਲੈਕਟਰ ਕੋਲੇ ਆ ਗਈ ਤਾਂ ਕਲੈਕਟਰ ਨੇ ਉਸਨੂੰ ਏਰੀਆ ਆਫ ਲੈਂਡ ਰੈਵਨਿਊ ਡਿਕਲੇਅਰ ਕਰਨਾ ਹੁੰਦਾ ਪਹਿਲਾਂ, ਏਰੀਆ ਆਫ ਲੈਂਡ ਰੈਵਨਿਊ ਡਿਕਲੇਅਰ ਕਰਕੇ ਫਿਰ ਜਿਹੜਾ ਵਾਰੰਟ ਹੁੰਦਾ ਉਹ ਤੁਹਾਡੇ ਪਾਸ ਆ ਜਾਂਦਾ, ਫਿਰ ਤੁਸੀਂ ਰਿਕਵਰੀ ਲੈਂਡ ਰੈਵਨਿਊ ਐਕਟ ਦੇ ਤਹਿਤ ਕਰਦੇ ਹੋ। ਇਹ ਸ਼ਹਿਰੀ ਪ੍ਰਾਪਰਟੀ ਵੀ ਆ ਸਕਦੀ ਹੈ ਜਾਂ ਖਸਰਾ ਨੰਬਰਾਂ ਲਈ ਆਊਗੀ ਜੀ? ਕੋਈ ਵੀ ਰਿਕਵਰੀ ਆ ਸਕਦੀ ਹੈ ਜੀ, ਇੱਥੇ ਸ਼ਹਿਰੀ ਪ੍ਰਾਪਰਟੀ ਦਾ ਕੋਈ ਮਕਸਦ ਨਹੀਂ ਹੈਗਾ,
ਕੋਈ ਵੀ ਰਿਕਵਰੀ ਲਈ ਆ ਸਕਦਾ ਹੈਗਾ ਤੁਹਾਡੇ ਕੋਲ ਕੇਸ। ਨੈਕਸਟ ਅਸੀਂ ਪੜਾਂਗੇ ਜੀ ਪਾਰਟ 2 ਐਗਜੀਕਿਊਸ਼ਨ। ਸਰ ਕਿਹੜਾ ਸੈਕਸ਼ਨ ਪੜ੍ਹ ਰਹੇ ਹਾਂ? ਮੈਂ ਹੁਣੇ ਜੁਆਇਨ ਕੀਤਾ ਸੀ ਜੀ। ਹਾਂ, ਹੁਣ ਆਪਾਂ ਸੈਕਸ਼ਨ 36 ਪੜਾਂਗੇ ਜੀ। ਇਹ ਤੋਂ ਪਹਿਲਾਂ ਅਸੀਂ ਸੈਕਸ਼ਨ ਪੜਿਆ ਸੀਗਾ 35, 34, 33, 32 ਪੜ੍ਹੇ ਸੀਗੇ। 32 ਤੋਂ ਲੈ ਕੇ ਅਸੀਂ 31 ਤੋਂ ਲੈ ਕੇ ਅਸੀਂ ਪੜ੍ਹੇ ਸੀ ਸੈਕਸ਼ਨ 35 ਤੱਕ। ਉਹ ਹੈਗਾ ਸੀਗਾ ਸਾਡੀ ਇੰਟਰਸਟ ਦਾ ਚੈਪਟਰ ਸੀਗਾ, ਇੰਟਰਸਟ। ਦੈਨ ਫਿਰ ਅਸੀਂ ਪੜ੍ਹਿਆ ਸੀਗਾ cost imposed by the court to the parties। ਹੁਣ ਅਸੀਂ ਪੜ੍ਹਾਂਗੇ ਐਗਜੀਕਿਊਸ਼ਨ ਕੀ ਹੁੰਦੀ ਹੈ ਸਰ ਜੀ। ਸਰ ਇਹ ਜਿਹੜੀ ਐਗਜੀਕਿਊਸ਼ਨ ਹੁੰਦੀ ਹੈ ਇਹ ਇੰਪਲੀਮੈਂਟ ਹੋਣ ਤੋਂ ਬਾਅਦ ਹੀ ਡਿਗਰੀ ਦੀ ਵੈਲਿਊ ਬਣਦੀ ਨਾ? ਨਹੀਂ, ਮੈਂ ਸਮਝਾਉਣਾ ਤੁਹਾਨੂੰ ਐਗਜੀਕਿਊਸ਼ਨ ਹੁੰਦੀ ਕੀ ਹੈ। ਠੀਕ ਹੈ, ਐਗਜੀਕਿਊਸ਼ਨ ਜਦੋਂ ਇੱਕ ਪਾਰਟੀ ਨੇ, ਮੰਨ ਲਓ ਮਨੀ ਡਿਕਰੀ ਹੈ ਕੋਈ, ਇੱਕ ਪਾਰਟੀ ਨੇ ਪ੍ਰਨੋਟ ਲਿਖ ਲਿਆ ਦੂਜੀ ਪਾਰਟੀ ਦੇ ਹੱਕ ਦੇ ਵਿੱਚ, 2 ਲੱਖ ਰੁਪਏ ਦਾ ਪ੍ਰਨੋਟ ਦੇ ਦਿੱਤਾ। ਏ ਨੇ ਬੀ ਨੇ ਮਤਲਬ ਕਿ ਬੀ ਨੇ ਪ੍ਰਨੋਟ ਤੇ ਸਾਈਨ ਕਰ ਦਿੱਤੇ, ਏ ਦੀ ਜਿਹੜੀ ਪੇਮੈਂਟ ਹੈ 2 ਲੱਖ ਰੁਪਏ ਦੇਣੀ ਹੈ। ਠੀਕ ਹੈ, ਏ ਨੇ ਪੇਮੈਂਟ ਲੈਣੀ ਹੈ ਤੇ ਬੀ ਨੇ ਪੇਮੈਂਟ ਦੇਣੀ ਹੈ। ਪੇਮੈਂਟ ਦਾ ਜਿਹੜਾ ਸਮਾਂ ਨਿਯਤ ਸੀਗਾ ਉਹ ਨਹੀਂ ਦਿੱਤਾ ਗਿਆ। ਹੁਣ ਕੀ ਹੈ, ਏ ਪਾਰਟੀ ਨੇ ਜਾ ਕੇ ਕੋਰਟ ਦੇ ਵਿੱਚ ਦਾਵਾ ਦਾਇਰ ਕਰ ਦਿੱਤਾ। ਏ ਪਾਰਟੀ ਨੇ ਦਾਵਾ ਦਾਇਰ ਕੀਤਾ, ਬੀ ਪਾਰਟੀ ਨੇ ਉਹਦਾ ਕੰਟੈਸਟ ਕੀਤਾ। ਦੋਨੇ ਪਾਰਟੀਆਂ ਨੇ ਆਪਦੀਆਂ ਐਵੀਡੈਂਸਸ ਦਿੱਤੀਆਂ, ਆਪਦੇ ਜਿਹੜੇ ਸੀਗੇ ਓਰਲ ਐਵੀਡੈਂਸ, ਡਾਕੂਮੈਂਟਰੀ ਐਵੀਡੈਂਸਸ ਪੇਸ਼ ਕੀਤੀਆਂ ਤੇ ਉਸ ਤੋਂ ਬਾਅਦ ਇਸ਼ੂ ਫਰੇਮ ਹੋਏ ਵੀ ਵਾਕਈ ਇਹ ਜਿਹੜਾ ਪ੍ਰਨੋਟ ਹੈ ਸਹੀ ਹੈ, ਗਲਤ ਹੈ, ਦਸਤਖਤ ਸਹੀ ਨੇ, ਝੂਠੇ ਨੇ। ਠੀਕ ਹੈ, ਉਹਦੇ ਲਈ ਬਹੁਤ ਲੰਮਾ ਚੌੜਾ ਪ੍ਰੋਸੈਸ ਹੁੰਦਾ ਹੈ। ਕਈ ਵਾਰੀ ਫਿੰਗਰ ਐਕਸਪਰਟ ਵੀ ਦੀ ਰਿਪੋਰਟ ਵੀ ਲਈ ਜਾਂਦੀ ਹੈ ਵੀ ਅੰਗੂਠਾ ਸਹੀ ਹੈ, ਗਲਤ ਹੈਗਾ, ਵਿਟਨੈਸ ਕੌਣ ਨੇ ਕੌਣ ਨਹੀਂ ਹੈਗੇ, ਵਿਟਨੈਸ ਵੀ ਕੋਰਟ 'ਚ ਭੁਗਤਾਏ ਜਾਂਦੇ ਹੈਗੇ ਆ। ਠੀਕ ਹੈ, ਸਾਰਾ ਪ੍ਰੋਸੈਸ ਅਡਾਪਟ ਹੋ ਗਿਆ। ਮੰਨ ਲਓ ਕੋਰਟ ਨੇ ਇਹਦੇ ਹੱਕ 'ਚ ਫੈਸਲਾ ਕਰ ਦਿੱਤਾ। ਕੋਰਟ ਨੇ ਕਹਤਾ ਵੀ ਹਾਂ ਠੀਕ ਹੈ, ਜਿਹੜਾ ਤੁਹਾਡਾ ਇਹ ਪ੍ਰਨੋਟ ਹੈ ਸਾਬਤ ਹੋਇਆ ਹੈ, ਸਹੀ ਹੁੰਦਾ ਹੈ, ਗਲਤ ਨਹੀਂ ਹੈਗਾ। ਠੀਕ ਹੈ, ਬੀ ਪਾਰਟੀ ਨੇ ਪੇਮੈਂਟ ਲਈ ਹੈ, ਏ ਪਾਰਟੀ ਨੇ ਪੇਮੈਂਟ ਦਿੱਤੀ ਹੈ, ਤਾਂ ਕੋਰਟ ਨੇ ਡਿਗਰੀ ਪਾਸ ਕਰ ਦਿੱਤੀ ਵੀ ਇਹ ਜਿਹੜਾ ਪਾਰਟੀ ਹੈਗੀ ਹੈ ਇਹ 2 ਲੱਖ ਰੁਪਇਆ ਲੈਣ ਦੀ ਇੰਟਾਈਟਲ ਹੈਗੀ ਹੈ ਬੀ ਪਾਰਟੀ ਤੋਂ। ਏ ਨੇ ਡਿਗਰੀ ਪਾਸ ਕਰਤੀ, ਜੱਜ ਨੇ ਡਿਗਰੀ ਪਾਸ ਕਰਤੀ, ਕੋਰਟ ਨੇ ਡਿਗਰੀ ਪਾਸ ਕਰ ਦਿੱਤੀ ਇਹਦੇ ਹੱਕ ਦੇ ਵਿੱਚ। ਹੁਣ ਇੱਥੇ ਜਿਹੜਾ ਏ ਹੈ ਉਹ ਡਿਗਰੀ ਹੋਲਡਰ ਹੈ, ਠੀਕ ਹੈ, ਜਿਹੜਾ ਬੀ ਹੈ ਉਹ ਜੱਜਮੈਂਟ ਡੈਪਟਰ ਹੈ। ਠੀਕ ਹੈ, ਇਹ ਤਾਂ ਹੋ ਗਈ, ਇੱਕ ਡਿਸਾਈਡ ਹੋ ਗਿਆ, ਇੱਕ ਡਿਸੀਜਨ ਹੋ ਗਿਆ ਵੀ ਏ ਨੇ ਪੈਸੇ ਲੈਣੇ ਨੇ ਤੇ ਬੀ ਨੇ ਪੈਸੇ ਦੇਣੇ ਨੇ। ਹੁਣ ਇਹ ਜਿਹੜਾ ਪੱਖ ਹੈਗਾ ਲੈਣ ਦੇਣ ਦਾ, ਇਹ ਤਾਂ ਇੱਥੇ ਆ ਕੇ ਖਤਮ ਹੋ ਗਿਆ। ਹੁਣ ਦੂਜਾ ਪੁਆਇੰਟ ਇਹ ਆ ਗਿਆ ਵੀ ਇਹ ਜਿਹੜੇ ਪੈਸੇ ਹੈ ਏ ਨੇ ਕਿਵੇਂ ਲੈਣੇ ਨੇ, ਬੀ ਤੋਂ ਕਿਵੇਂ ਵਸੂਲ ਕਰਨੇ ਨੇ। ਇਹ ਸੈਕੰਡ ਮਤਲਬ ਕਿ ਇੱਕ ਜਿਹੜਾ ਹੈਗਾ ਉਹਦਾ ਜਿਹੜਾ ਹੈਗਾ ਕੇਸ ਦਾ ਇੱਕ ਸੈਕੰਡ ਪਾਰਟ ਆ ਗਿਆ ਵੀ ਇਹਦੀ ਜਿਹੜੀ ਪੇਮੈਂਟ ਹੈ ਇਹ ਵੀ ਕਿਵੇਂ ਦਿਲਾਣੀ ਹੈ। ਮੰਨ ਲਓ ਜਿਹੜਾ ਏ ਹੈ ਉਹਦੇ ਘਰ ਜਾਂਦਾ ਹੈ, 1 ਵਾਰੀ ਜਾਂਦਾ ਹੈ, 2 ਵਾਰੀ ਜਾਂਦਾ ਹੈ, 3 ਵਾਰੀ ਜਾਂਦਾ ਹੈ, ਬੀ ਤੋਂ ਪੈਸੇ ਲੈਣ ਦੀ ਖਾਤਰ 2 ਲੱਖ ਰੁਪਏ ਕੋਰਟ ਨੇ ਤਾਂ ਫੈਸਲਾ ਕਰ ਦਿੱਤਾ। ਹੁਣ ਜਿਹੜਾ ਕੋਰਟ ਦੇ ਫੈਸਲੇ ਨੂੰ ਮਨਜ਼ੂਰ ਕਰਦੇ ਹੋਏ ਜਿਹੜਾ ਬੀ ਹੈ ਉਸ ਨੂੰ 2 ਲੱਖ ਰੁਪਏ ਦੇ ਗੱਲ ਖਤਮ ਹੋ ਜਾਂਦੀ ਹੈ। ਠੀਕ ਹੈ, ਪਰ ਬੀ ਹੈ ਫਿਰ ਟਾਲ ਮਟੋਲੇ ਕਰੀ ਜਾਂਦਾ ਹੈ, ਬਾਰ-ਬਾਰ ਲਾਰੇ ਲੱਪੇ ਲਾਈ ਜਾਂਦਾ ਹੈ। ਸਿੰਪਲ ਜੀ ਗੱਲ ਕਰੀਏ ਵੀ ਪੇਮੈਂਟ ਉਹ ਦੇਣ 'ਚ ਨਹੀਂ ਆਉਂਦਾ। ਠੀਕ ਹੈ, ਜਿਹਦਾ ਪੇਮੈਂਟ ਦਿੰਦਾ ਹੈ ਫਿਰ ਤੇ ਗੱਲ ਖਤਮ ਹੋ ਜਾਂਦੀ ਹੈ। ਉੱਥੇ ਨਿਬੜ ਗਈ। ਜਿਹੜੀ ਡਿਗਰੀ ਪਾਸ ਹੋਈ ਸੀਗੀ ਉਹ ਡਿਗਰੀ ਸੈਟੀਸਫਾਈ ਹੋ ਗਈ, ਜਿਹੜੀ ਡਿਗਰੀ ਪਾਸ ਕੀਤੀ ਸੀ ਉਹ ਡਿਗਰੀ ਬੈਲੈਂਸ ਹੋ ਗਈ। ਜਦੋਂ ਪੈਸੇ ਦਿੱਤੇ ਵਾਲੇ ਨੇ ਤਾਂ ਡਿਗਰੀ ਖਤਮ ਹੋ ਗਈ, ਬਰਾਬਰ ਹੋ ਗਈ ਡਿਗਰੀ। ਪਰ ਜੇਕਰ ਉਹ ਵਿਅਕਤੀ ਪੈਸੇ ਦੇਣ ਤੋਂ ਆਨਾਕਾਨੀ ਕਰਦਾ, ਪੈਸੇ ਨਹੀਂ ਦਿੰਦਾ, ਤਾਂ ਫਿਰ ਜਿਹੜਾ ਇਹ ਵਿਅਕਤੀ ਹੈਗਾ ਉਹ ਕੋਰਟ ਵਿੱਚ ਜਾਏਗਾ। ਕੋਰਟ ਵਿੱਚ ਕਾਹਦੇ ਲਈ ਜਾਏਗਾ? ਐਗਜੀਕਿਊਸ਼ਨ ਦੀ ਕੋਰਟ ਜਾਏਗਾ, ਯਾਨੀ ਕਿ ਅਜ਼ਰਾਇਲ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਅਜ਼ਰਾਇਲੀ ਕੋਰਟ 'ਚ ਜਾਏਗਾ। ਤੁਸੀਂ ਸੁਣਿਆ ਹੋਵੇਗਾ ਇਹ ਵਰਡ, ਆਮ ਆਪਾਂ ਡੀਲ ਕਰਦੇ ਹਾਂ, ਪਿੰਡਾਂ ਦੇ ਲੋਕਾਂ ਨੂੰ ਵੀ ਡੀਲ ਕਰਦੇ ਹਾਂ। ਠੀਕ ਹੈ, ਉੱਥੇ ਵੀ ਲੈਣ ਦੇਣ ਆਮ ਚੱਲਦਾ ਰਹਿੰਦਾ ਲੋਕਾਂ ਦਾ ਆਪਸ ਦੇ ਵਿੱਚ, ਉਹ ਨੋਟ ਭਰੇ ਜਾਂਦੇ ਨੇ, ਰੈਕੋਂ ਦੇ ਲੈਣ ਦੇਣ ਦੇ ਡਿਸਪਿਊਟ ਚੱਲਦੇ ਰਹਿੰਦੇ ਨੇ। ਠੀਕ ਹੈ, ਡਿਗਰੀਆਂ ਪਾਸ ਹੋ ਜਾਂਦੀਆਂ ਨੇ। ਫਿਰ ਉਹ ਜਿਹੜਾ ਪਾਰਟੀ ਹੈਗੀ ਇਹ ਪਾਰਟੀ ਹੈ, ਜਦੋਂ ਪੈਸੇ ਵਾਲਾ ਵੀ ਪਾਰਟੀ ਨਹੀਂ ਦਿੰਦੀ, ਕੋਰਟ ਨੇ ਫੈਸਲਾ ਕਰ ਦਿੱਤਾ, ਡਿਗਰੀ ਪਾਸ ਕਰ ਦਿੱਤੀ, ਤਾਂ ਇਹ ਪਾਰਟੀ ਕੋਰਟ ਵਿੱਚ ਜਾਏਗੀ ਐਗਜੀਕਿਊਸ਼ਨ ਦੇ ਲਈ। ਐਗਜੀਕਿਊਸ਼ਨ ਮਤਲਬ ਵੀ ਮੈਨੂੰ ਇਹ 2 ਲੱਖ ਰੁਪਏ ਤੋਂ ਦਵਾਇਆ ਜਾਵੇ, ਆਹ ਡਿਗਰੀ ਤੁਸੀਂ ਪਾਸ ਕਰ ਦਿੱਤੀ। ਉਹ ਡਿਗਰੀ ਦੀ ਕਾਪੀ ਨਾਲ ਲਗਾ ਕੇ ਅਰਜੀ ਦੇਵੇਗਾ ਇਹ ਵਾਲਾ ਪਰਸਨ ਉਸ ਕੋਰਟ ਦੇ ਵਿੱਚ, ਜਿਸ ਕੋਰਟ ਨੇ ਇਹ ਫੈਸਲਾ ਕੀਤਾ ਸੀਗਾ, ਉੱਥੇ ਦੁਬਾਰਾ ਅਰਜੀ ਦੇਵੇਗਾ ਵੀ ਇਹ ਪੇਮੈਂਟ ਆਹ ਡਿਗਰੀ ਪਾਸ ਕੀਤੀ ਗਈ ਇਸ ਕੋਰਟ, ਤੁਹਾਡੀ ਕੋਰਟ ਵੱਲੋਂ, ਤੇ 2 ਲੱਖ ਰੁਪਏ ਮੇਰੇ ਹੱਕ ਦੇ ਵਿੱਚ ਡਿਗਰੀ ਪਾਸ ਹੋਈ ਹੈ, ਪਰ ਮੈਨੂੰ ਜਿਹੜਾ ਬੀ ਪਾਰਟੀ ਹੈਗੀ ਹੈ ਮੈਂ ਉਹਦੇ ਕੋਲੇ ਬਹੁਤ ਵਾਰੀ ਜਾ ਆਇਆ। ਠੀਕ ਹੈ, ਮੈਨੂੰ ਉਹ ਪੇਮੈਂਟ ਦੇਣ ਦੇ ਵਿੱਚ ਨਹੀਂ ਆਉਂਦਾ, ਮੈਨੂੰ ਪੇਮੈਂਟ ਦਵਾਈ ਜਾਵੇ। ਠੀਕ ਹੈ,
ਜਦੋਂ ਇਹ ਵਾਲੀ ਜਿਹੜੀ ਕੋਰਟ ਹੈ, ਜਦੋਂ ਕੋਰਟ ਦੇ ਵਿੱਚ ਇਹ ਅਰਜ਼ੀ ਚਲੀ ਗਈ ਤਾਂ ਕੋਰਟ ਨੇ ਕਾਰਵਾਈਆਂ ਸਟਾਰਟ ਕਰਨੀਆਂ ਨੇ ਵੀ ਪੇਮੈਂਟ ਕਿਵੇਂ ਲੈਣੀ ਹੈ, ਏ ਪਾਰਟੀ ਨੂੰ ਪੇਮੈਂਟ ਕਿਵੇਂ ਦਿਵਾਉਣੀ ਹੈ ਬੀ ਪਾਰਟੀ ਤੋਂ। ਇਟ ਇਜ਼ ਕਾਲਡ ਐਗਜੀਕਿਊਸ਼ਨ। ਇਹ ਜਿਹੜਾ ਪ੍ਰੋਸੈਸ ਸਟਾਪ ਕੀਤਾ ਜਾਂਦਾ ਕੋਰਟ ਵੱਲੋਂ, ਇਹਨੂੰ ਅਸੀਂ ਐਗਜੀਕਿਊਸ਼ਨ ਕਹਿੰਦੇ ਆ। ਠੀਕ ਹੈ, ਤੁਹਾਡੇ ਕੋਲੇ ਤੁਸੀਂ ਦੇਖਿਆ ਹੋਊਗਾ ਆਰਡਰ 39 ਰੂਲ 1 ਐਂਡ 2 ਸੌਰੀ 8 ਐਂਡ 9 ਆਰਡਰ 39 ਤੇ ਰੂਲ 8 ਤੇ 9 ਦੇ ਵਿੱਚ ਤੁਹਾਡੇ ਕੋਲੇ ਬਹੁਤ ਸਾਰੇ ਇਦਾਂ ਦੇ ਕੇਸ ਆਉਂਦੇ ਆ, ਵਾਰੰਟ ਆਉਂਦੇ ਆ ਤੁਹਾਡੇ ਕੋਲੇ, ਜਿੱਥੇ ਮਤਲਬ ਕਿ ਰਿਕਵਰੀ ਦੇ ਸੂਟ ਹੁੰਦੇ ਆ, ਉੱਥੇ ਇਹੀ ਹੁੰਦੇ ਆ, ਉੱਥੇ ਐਗਜੀਕਿਊਸ਼ਨ ਦਾ ਇਹ ਦਾਵਾ ਹੁੰਦਾ ਹੈਗਾ। ਜਦੋਂ ਪਾਰਟੀਆਂ ਦਾ ਫੈਸਲਾ ਪਹਿਲਾਂ ਆਲਰੇਡੀ ਹੋ ਚੁੱਕਿਆ ਹੁੰਦਾ ਹੈ, ਪਰ ਫਿਰ ਉਹਨੂੰ ਐਗਜੀਕਿਊਟ ਕਰਨ ਦੀ ਖਾਤਰ, ਉਹਨੂੰ ਅਜ਼ਰਾਈ ਕਰਨ ਦੀ ਖਾਤਰ ਦੁਬਾਰਾ ਕੋਰਟ ਦੇ ਵਿੱਚ ਜਿਹੜਾ ਹੈਗੀ ਐਪਲੀਕੇਸ਼ਨ ਦਿੱਤੀ ਜਾਂਦੀ ਹੈ। ਫਿਰ ਕੀ ਹੁੰਦਾ ਹੈ, ਜੇ ਤਾਂ ਵਿਅਕਤੀ ਜਿਹਦੇ ਖਿਲਾਫ ਦਾਵਾ ਹੋਇਆ ਹੈ, ਜਿਹਨੂੰ ਆਪਾਂ ਜੱਜਮੈਂਟ ਡੈਪਟਰ ਕਹਾਂਗੇ, ਜੀਡੀ ਕਹਾਂਗੇ, ਜਿਹਦੇ ਹੱਕ 'ਚ ਡਿਗਰੀ ਪਾਸ ਹੋਈ ਉਹਨੂੰ ਆਪਾਂ ਡਿਗਰੀ ਹੋਲਡਰ ਕਹਾਂਗੇ। ਠੀਕ ਹੈ, ਜੇ ਤਾਂ ਉਹ ਵਿਅਕਤੀ ਦੇ ਜਿਸ ਕੋਰਟ ਨੇ ਇਹ ਡਿਗਰੀ ਪਾਸ ਕੀਤੀ ਗਈ ਹੈ ਉਹਦੇ ਅਧਿਕਾਰ ਖੇਤਰ ਦੇ ਵਿੱਚ ਹੀ ਉਸ ਵਿਅਕਤੀ ਦੇ ਨਾਂ ਤੇ ਕੋਈ ਪ੍ਰਾਪਰਟੀ ਹੈਗੀ ਹੈ, ਲਾਈਟ ਚਲੀ ਗਈ, अपना हॉटस्पॉट ऑन टेलीफोन पे चल रही मीटिंग हो है तो बैठ की सी मीटिंग नहीं की थी है नहीं मैं तो क्या दसी है कर लिया मीटिंग ये हो गया अपने फोन पे मीटिंग होता है, अपने फोन पे मीटिंग होती है तो सारी तो गया सी फोन पे खोले मीटिंग कर ਜਿਹੜਾ ਲੀਡਰ ਵਿੱਚ हाँ ਉਹ ਤਾਂ ਹੁਣ ਹੀ ਕਰਾ ਸਕਦੇ ਹਾਂ ਅਸੀਂ ਹੁਣ और वो देखने में कर रहा है बोलना भाई कौन नीचे बोलना 2 मिनट जरा ज्वाइन कर रहे हैं ਐਗਜੀਕਿਊਸ਼ਨ। ਐਗਜੀਕਿਊਸ਼ਨ ਕੀ ਹੁੰਦੀ ਹੈ? 2 मिनट ज्वाइन कर रहे हैं ਓਕੇ 2 ਮਿੰਟ ਵੇਟ ਕਰੋ ਜੀ, ਨੈਟਵਰਕਿੰਗ ਦੀ ਪ੍ਰੋਬਲਮ ਆਈ ਹੈ, 2 ਮਿੰਟ ਵੇਟ ਕਰੋ। दोबारा लिंक पे जाना पड़ेगा। नहीं नहीं हॉस्पिटल में ਹਾਂਜੀ ਹਾਂਜੀ की नाम है ਦੀਪਕ पहले कभी कितना इसको ना हॉस्पिटल इतने ਹਾਂਜੀ ਹਾਂਜੀ ਇੱਥੇ ਕਰਿਆ ਵਾ विशल कहीं अपने फोन में बंद करो बंद कर दो। आप भी बंद ले रहे हो हाँ ये ਹਾਂਜੀ ਹੋ ਗਿਆ हाँ जी वीडियो आवाज आ रही है कुछ आवाज आ रही है जी मेरी? जी आ रही है? ओके, लाइट चली गई सी, थोड़ा प्रॉब्लम आ गई सी अचानक। हाँ जी, ਅਸੀਂ ਸਟਾਰਟ ਕਰਨ ਲੱਗਿਆ ਐਗਜੀਕਿਊਸ਼ਨ। ਐਗਜੀਕਿਊਸ਼ਨ ਮੈਂ ਦੱਸਿਆ ਵੀ ਕੀ ਹੁੰਦੀ ਹੈ, ਜਦੋਂ ਕਿਸੇ ਕੋਰਟ ਦੇ ਹੱਕ ਦੇ ਵਿੱਚ, ਕਿਸੇ ਕੋਰਟ ਵੱਲੋਂ ਕੋਈ ਡਿਗਰੀ ਪਾਸ ਕੀਤੀ ਗਈ ਹੁੰਦੀ ਹੈ ਕਿਸੇ ਡਿਗਰੀ ਹੋਲਡਰ ਦੇ ਹੱਕ ਦੇ ਵਿੱਚ ਤੇ ਜੇਡੀ ਦੇ ਖਿਲਾਫ ਦੇ ਵਿੱਚ, ਤਾਂ ਜਦੋਂ ਉਸ ਡਿਗਰੀ ਨੂੰ ਪਾਸ ਅੱਗੇ ਡਿਗਰੀ ਨੂੰ ਲਾਗੂ ਕਰਾਉਣ ਦੀ ਖਾਤਰ ਜਦੋਂ ਕੋਈ ਵਿਅਕਤੀ ਕਿਸੇ ਕੋਰਟ ਦੇ ਵਿੱਚ ਐਪਲੀਕੇਸ਼ਨ ਫਾਈਲ ਕਰਦਾ ਹੈਗਾ ਤਾਂ ਸੈਕਸ਼ਨ 36 ਕਹਿੰਦਾ ਹੈ ਜੀ ਐਪਲੀਕੇਸ਼ਨ ਦਾ ਆਰਡਰਸ, ਜਦੋਂ ਇਦਾਂ ਦਾ ਕੋਈ ਆਰਡਰ ਜਾਂ ਕੋਈ ਡਿਗਰੀ ਪਾਸ ਹੋ ਜਾਂਦੀ ਹੈ ਤਾਂ ਉਹ ਵਿਅਕਤੀ ਜਿਹੜਾ ਹੈਗਾ ਅਰਜੀ ਦਿੰਦਾ ਹੈ ਉਸ ਕੋਰਟ ਦੇ ਵਿੱਚ ਜਿਸ ਨੇ ਡਿਗਰੀ ਪਾਸ ਕੀਤੀ ਹੁੰਦੀ ਹੈ ਵੀ ਮੇਰੀ ਜਿਹੜੀ ਇਹ ਡਿਗਰੀ ਹੈਗੀ ਇਹਨੂੰ ਲਾਗੂ ਕੀਤਾ ਜਾਵੇ। ਠੀਕ ਹੈ, ਸੈਕਸ਼ਨ 37 ਕੀ ਹੈ? ਡੈਫੀਨੇਸ਼ਨ ਆਫ ਦਾ ਕੋਰਟ ਵਿੱਚ ਪਾਸਡ ਏ ਡਿਗਰੀ। ਕਿਹੜੀ ਕੋਰਟ ਹੋ ਸਕਦੀ ਹੈ? ਜਿਹੜੀ ਮਤਲਬ ਕਿ ਜਿਸ ਕੋਰਟ ਵਿੱਚ ਦਾਅਵਾ ਦਾਇਰ ਕੀਤਾ ਸੀਗਾ ਉਹ ਕੋਰਟ ਹੋ ਸਕਦੀ ਹੈ, ਜਾਂ ਫਿਰ ਜੇਕਰ ਦਾਅਵਾ ਉਹਦਾ ਜਿਹੜਾ ਅਪੀਲ ਚਲਾ ਗਿਆ ਤਾਂ ਜਿਹੜੀ ਅਪੀਲੈਂਟ ਕੋਰਟ ਹੈ ਉਹ ਕੋਰਟ ਵੱਲੋਂ ਵੀ ਜਿਹੜਾ ਫੈਸਲਾ ਕੀਤਾ ਹੋਇਆ ਹੋ ਸਕਦਾ ਹੈਗਾ। ਠੀਕ ਹੈ, ਜਾਂ ਤਾਂ ਇਨੀਸ਼ੀਅਲ ਜਿਹੜੀ ਓਰੀਜਨਲ ਕੋਰਟ ਹੈ, ਓਰੀਜਨਲ ਕੋਰਟ, ਜਾਂ ਫਿਰ ਦਾਅਵਾ ਅਪੀਲ ਚਲਾ ਗਿਆ, ਅਪੀਲੈਂਟ ਕੋਰਟ ਨੇ ਵੀ ਕੋਈ ਡਿਗਰੀ ਪਾਸ ਕੀਤੀ ਹੋ ਸਕਦੀ ਹੈ। ਤਾਂ ਇਹ ਜਿਹੜੀਆਂ ਕੋਰਟਾਂ ਹੈਗੀਆਂ ਨੇ ਇਹਨੂੰ ਅਸੀਂ ਕਹਿਣਾ ਕੋਰਟ ਵਿੱਚ ਪਾਸਡ ਏ ਡਿਗਰੀ। ਠੀਕ ਹੈ, ਦੋ ਤਰ੍ਹਾਂ ਦੀਆਂ ਕੋਰਟਾਂ ਹੋ ਸਕਦੀਆਂ ਨੇ, ਜਿਸ ਕੋਰਟ 'ਚ ਪਹਿਲੀ ਵਾਰ ਦਾਅਵਾ ਦਾਇਰ ਕੀਤਾ ਗਿਆ ਉਹ ਕੋਰਟ, ਜਾਂ ਫਿਰ ਜੇ ਅਪੀਲ ਦੇ ਵਿੱਚ ਦਾਅਵਾ ਜਾ ਕੇ ਡਿਸਾਈਡ ਹੋਇਆ ਅਪੀਲੈਂਟ ਕੋਰਟ ਨੇ ਡਿਗਰੀ ਪਾਸ ਕੀਤੀ ਹੈ ਉਹ ਕੋਰਟ ਵੀ ਡਿਗਰੀ ਪਾਸ ਕੀਤਾ ਹੋ ਸਕਦੀ ਹੈ। ਦੈਨ ਸੈਕਸ਼ਨ 38 'ਚ ਕੀ ਹੈ? ਕੋਰਟ ਬਾਈ ਵਿਚ ਡਿਗਰੀ ਮੇ ਬੀ ਐਗਜ਼ੀਕਿਊਟਡ।
A decree may be executed either by the court which passed it or by the court to which it is sent for the execution। ਜਿਵੇਂ ਕਿ ਦੇਖੋ ਇੱਥੇ ਦੋ ਕੋਰਟਾਂ ਦੀ ਗੱਲ ਕੀਤੀ ਹੈ। ਜਿਹੜੀ ਕੋਰਟ ਡਿਗਰੀ ਪਾਸ ਕਰਦੀ ਹੈ ਉਹ ਕੋਰਟ ਵੀ ਡਿਗਰੀ ਨੂੰ ਐਗਜ਼ੀਕਿਊਟ ਕਰ ਸਕਦੀ ਹੈ, ਡਿਗਰੀ ਨੂੰ ਅਜਰਾਈ ਕਰ ਸਕਦੀ ਹੈ, ਜਾਂ ਫਿਰ ਇਹ ਵਾਲੀ ਕੋਰਟ ਜਿਹੜੀ ਹੈਗੀ ਹੈ ਕਿਸੇ ਹੋਰ ਕੋਰਟ ਦੇ ਵਿੱਚ ਵੀ ਆਪਣੀ ਜਿਹੜੀ ਡਿਗਰੀ ਹੈ ਪਾਸ ਕੀਤੀ ਹੋਈ ਡਿਗਰੀ ਹੈ ਕਿਸੇ ਹੋਰ ਕੋਰਟ 'ਚ ਵੀ ਭੇਜ ਸਕਦੀ ਹੈ ਅਜਰਾਈ ਕਰਨ ਦੀ ਖਾਤਰ। ਅਸੀਂ ਅੱਗੇ ਜਾ ਕੇ ਪੜਾਂਗੇ ਵੀ ਕਿਉਂ ਭੇਜੀ ਜਾਂਦੀ ਹੈ, ਕਿਉਂ, ਕੀ ਕਾਰਨ ਕਿਹੜੇ ਕਾਰਨ ਹੁੰਦੇ ਨੇ, ਕਿੱਥੇ ਕਿਹੜੀ ਕੋਰਟ ਹੈ ਉਹ ਆਪ ਜਿਹੜਾ ਹੈਗਾ ਡਿਗਰੀ ਨੂੰ ਅਜਰਾਈ ਕਿਉਂ ਨਹੀਂ ਕਰਦੀ ਹੈਗੀ ਤੇ ਦੂਜੀ ਕੋਰਟ ਨੂੰ ਕਿਉਂ ਭੇਜੀ ਜਾਂਦੀ ਹੈ, ਇਹਦੇ ਬਾਰੇ ਅਸੀਂ ਅੱਗੇ ਜਾ ਕੇ ਪੜਾਂਗੇ। ਮਤਲਬ ਇਹ ਜਿਹੜਾ ਸੈਕਸ਼ਨ 38 ਹੈਗਾ ਇਹ ਗੱਲ ਕਹਿੰਦਾ ਵੀ ਜਿਹੜੀ ਕੋਰਟ ਨੇ ਡਿਗਰੀ ਪਾਸ ਕੀਤੀ ਹੈ ਉਹ ਕੋਰਟ ਡਿਗਰੀ ਨੂੰ ਐਗਜ਼ੀਕਿਊਸ਼ਨ ਆਪ ਵੀ ਕਰ ਸਕਦੀ ਹੈ ਤੇ ਐਗਜ਼ੀਕਿਊਸ਼ਨ ਦੇ ਲਈ ਕਿਸੇ ਹੋਰ ਕੋਰਟ 'ਚ ਵੀ ਭੇਜੀ ਜਾ ਸਕਦੀ ਹੈ। ਸੈਕਸ਼ਨ 39 ਹੈ ਜੀ, ਟ੍ਰਾਂਸਫਰ ਆਫ ਡਿਗਰੀ। The court which passed a degree may, on the application of a degree holder, send it for the execution to another court competent jurisdiction। ਜਦੋਂ ਕੋਈ ਜਿਹੜਾ ਡਿਗਰੀ ਹੋਲਡਰ ਹੈ ਦਰਖਾਸਤ ਦੇਵੇ ਕੋਰਟ ਦੇ ਵਿੱਚ ਆ ਕੇ ਵੀ ਇਹ ਜਿਹੜੀ ਡਿਗਰੀ ਹੈਗੀ ਹੈ ਇਹ ਕਿਸੇ ਹੋਰ ਕੋਰਟ 'ਚ ਭੇਜੀ ਜਾਵੇ। ਕੋਈ ਹੋਰ ਕੋਰਟ ਕਿਹੜੀ ਉਹ ਸਪੈਸੀਫਾਈ ਕਰੇਗਾ ਆਪਣੀ ਐਪਲੀਕੇਸ਼ਨ ਦੇ ਵਿੱਚ, ਠੀਕ ਹੈ, ਫਲਾਣੀ ਕੋਰਟ ਦੇ ਵਿੱਚ ਇਹ ਡਿਗਰੀ ਭੇਜੀ ਜਾਵੇ ਤਾਂ ਕਿ ਜਿਹੜੀ ਉਹਦੀ ਅਜਰਾਇਆ ਹੈ ਉੱਥੇ ਪ੍ਰੋਪਰ ਤਰੀਕੇ ਨਾਲ ਹੋ ਸਕੇ। ਉਹਦੇ ਕਿਹੜੇ ਕਾਰਨ ਹੋ ਸਕਦੇ ਨੇ। If the person against whom the decree is passed, ਕਿਹੜੀ ਕੋਰਟ ਭੇਜੇਗਾ, ਕਿਹੜੀ ਕੋਰਟ ਭੇਜਣ ਲਈ ਕਹਿ ਸਕਦਾ ਹੈ ਜਿੱਥੇ ਡਿਗਰੀ ਜੱਜਮੈਂਟ ਡੈਪਟਰ ਹੈਗਾ ਜਿਹਦੇ ਖਿਲਾਫ ਡਿਗਰੀ ਪਾਸ ਹੋਈ ਵੀ ਹੈ, ਜਿੱਥੇ ਉਹ ਬੰਦਾ ਰਹਿੰਦਾ ਖੁਦ, resides or carries on the business, personally works for gain, ਆਪਦੀ ਕਮਾਈ ਦੇ ਲਈ, ਆਪਦੀ ਰੋਟੀ ਰੋਜੀ ਦੇ ਲਈ ਜਿੱਥੇ ਇੱਕ ਵਿਅਕਤੀ ਰਹਿੰਦਾ ਹੈਗਾ ਉਸ ਕੋਰਟ ਦੇ ਵਿੱਚ ਜਿੱਥੇ ਉਹਦੀ ਜੁਰਿਸਡਿਕਸ਼ਨ ਪੈਂਦੀ ਹੈ ਉਸ ਕੋਰਟ ਦੇ ਵਿੱਚ ਜਿਹੜੀ ਡਿਗਰੀ ਹੈ ਮਤਲਬ ਕਿ ਟ੍ਰਾਂਸਫਰ ਕਰਨ ਦੇ ਲਈ ਜਿਹੜਾ ਹੈਗਾ ਐਪਲੀਕੈਂਟ ਹੈ। ਐਪਲੀਕੈਂਟ ਕੌਣ ਹੈ, ਡਿਗਰੀ ਹੋਲਡਰ ਹੈ, ਉਹ ਕੋਰਟ 'ਚ ਅਰਜੀ ਦੇ ਸਕਦਾ ਹੈਗਾ। ਤਾਂ ਜਿਹੜੀ ਕੋਰਟ ਹੈਗੀ ਹੈ ਉਹਦੀ ਅਰਜੀ ਤੋਂ ਸੈਟੀਸਫਾਈ ਹੁੰਦੇ ਹੋਏ ਜਿਹੜੀ ਡਿਗਰੀ ਹੈ ਉਸ ਕੰਸਰਨ ਕੋਰਟ ਦੇ ਜਿੱਥੇ ਵਿਅਕਤੀ ਰਹਿੰਦਾ ਹੈ ਜਿਹਦੇ ਖਿਲਾਫ ਡਿਗਰੀ ਹੈ ਉਸ ਕੋਰਟ ਦੇ ਵਿੱਚ ਜਿਹੜੀ ਹੈਗੀ ਡਿਗਰੀ ਸੈਂਡ ਕੀਤੀ ਜਾ ਸਕਦੀ ਹੈ ਫਾਰ ਦਾ ਐਗਜ਼ੀਕਿਊਸ਼ਨ। ਜਦ ਇੱਕ ਹੋਰ ਕਾਰਨ ਹੈਗਾ ਜਦੋਂ ਜਿਸ ਕੋਰਟ ਦੇ ਵਿੱਚ ਅਰਜੀ ਪਹਿਲੀ ਵਾਰੀ ਆਈ ਹੈ, ਜਿਸ ਕੋਰਟ ਨੇ ਡਿਗਰੀ ਪਾਸ ਕੀਤੀ ਹੈ ਉਸ ਕੋਰਟ ਦੇ ਆਧਾਰ ਖੇਤਰ ਦੇ ਵਿੱਚ, ਠੀਕ ਹੈ, ਉਸ ਵਿਅਕਤੀ ਦੀ ਕੋਈ ਪ੍ਰਾਪਰਟੀ ਨਹੀਂ ਹੈਗੀ, ਕੋਈ ਜਾਇਦਾਦ ਨਹੀਂ ਹੈਗੀ। ਦੇਖੋ ਜਿਹੜੀ ਡਿਗਰੀ ਦੀ ਅਮਾਊਂਟ ਹੈਗੀ ਹੈ, ਅਮਾਊਂਟ ਕਿੱਥੋਂ ਲੈ ਸਕਦੇ ਹਾਂ ਅਸੀਂ, ਉਹਦੀ ਕੋਈ ਪ੍ਰਾਪਰਟੀ ਨੂੰ ਸੇਲ ਕਰਕੇ, ਅਟੈਚ ਕਰਕੇ, ਸੇਲ ਕਰਕੇ, ਆਕਸ਼ਨ ਕਰਕੇ ਹੀ ਜਿਹੜੀ ਹੈਗੀ ਹੈ ਜਿਹੜੀ ਡਿਗਰੀ ਹੈ ਸਪੈਸੀਫਾਈ ਮਤਲਬ ਸੈਟੀਸਫਾਈ ਕੀਤੀ ਜਾ ਸਕਦੀ ਹੈ। ਜੇ ਹੁਣ ਕੋਰਟ ਦੇ ਵਿੱਚ ਜਿਸ ਨੇ ਡਿਗਰੀ ਪਾਸ ਤਾਂ ਕਰ ਦਿੱਤੀ ਪਰ ਉਹਦੇ ਅਧਿਕਾਰ ਖੇਤਰ ਦੇ ਵਿੱਚ ਕੋਈ ਵੀ ਪ੍ਰਾਪਰਟੀ ਨਹੀਂ ਹੈਗੀ ਜੇਡੀ ਦੀ, ਜੱਜਮੈਂਟ ਡੈਪਟਰ ਦੀ, ਜਿਹਦੇ ਖਿਲਾਫ ਡਿਗਰੀ ਪਾਸ ਹੋਈ ਹੈ, ਤਾਂ ਫਿਰ ਜਿਹੜੀ ਕੋਰਟ ਹੈਗੀ ਹੈ ਉਹ ਵਿਅਕਤੀ ਨੂੰ ਪੁੱਛੇਗੀ, ਕੰਸਰਨਡ ਪਰਸਨ ਨੂੰ, ਵੀ ਇਹ ਡਿਗਰੀ ਇਹ ਬੰਦੇ ਦੀ ਪ੍ਰਾਪਰਟੀ ਦੱਸੋ ਕਿੱਥੇ ਹੈਗੀ ਹੈ, ਠੀਕ ਹੈ। ਇਸ ਕਰਕੇ ਜਿਹੜੀ ਡਿਗਰੀ ਹੈਗੀ ਹੈ ਕਿਸੇ ਹੋਰ ਕੋਰਟ ਦੇ ਵਿੱਚ ਸੈਂਡ ਕੀਤੀ ਜਾ ਸਕਦੀ ਹੈ, ਭੇਜੀ ਜਾ ਸਕਦੀ ਹੈ ਜਿੱਥੇ ਕੋਈ ਉਹਦੀ ਪ੍ਰਾਪਰਟੀ ਅਵੇਲੇਬਲ ਹੋਵੇ। ਦੈਨ ਤੀਸਰਾ ਪੁਆਇੰਟ ਹੈਗਾ, ਇਫ ਦ ਡਿਗਰੀ ਡੈਟਸ ਦਾ ਸੇਲ ਔਰ ਡਿਲੀਵਰੀ ਆਫ ਦ ਮੂਵੇਬਲ ਪ੍ਰਾਪਰਟੀ ਸਿਚੁਏਟ ਆਊਟਸਾਈਡ ਦ ਲੋਕਲ ਲਿਮਿਟਸ ਆਫ ਦ ਜੁਰਿਸਡਿਕਸ਼ਨ ਆਫ ਦ ਕੋਰਟ ਵਿਚ ਪਾਸ ਦਾ ਡਿਗਰੀ। ਜੇਕਰ ਉਹਦੀ ਜਿਹੜੀ ਜਾਇਦਾਦ ਹੈਗੀ ਹੈ ਇਮੂਵੇਬਲ ਪ੍ਰਾਪਰਟੀ ਹੈ, ਠੀਕ ਹੈ, ਉਹਦਾ ਕਬਜ਼ਾ ਲਿਆ ਜਾਣਾ ਹੈ, ਠੀਕ ਹੈ, ਜਾਂ ਉਹਨੂੰ ਸੇਲ ਕਰਕੇ ਜਿਹੜੀ ਅਮਾਊਂਟ ਹੈ ਪੂਰੀ ਕੀਤੀ ਜਾਣੀ ਹੈ। ਜੇ ਕਿਸੇ ਹੋਰ ਕੋਰਟ ਦੇ ਅਧਿਕਾਰ ਖੇਤਰ 'ਚ ਉਹਦੀ ਪ੍ਰਾਪਰਟੀ ਪਈ ਹੈ ਤਾਂ ਉਸ ਕੋਰਟ ਦੇ ਵਿੱਚ ਜਿਹੜੀ ਹੈਗੀ ਹੈ ਉਸ ਕੋਰਟ ਦੇ ਅਧਿਕਾਰ ਖੇਤਰ 'ਚ ਜਿੱਥੇ ਪ੍ਰਾਪਰਟੀ ਹੈ ਉਹਦੀ ਹੈਗੀ ਹੈ ਉਸ ਕੋਰਟ ਨੂੰ ਜਿਹੜੀ ਡਿਗਰੀ ਹੈ ਐਗਜ਼ਾਇਰ ਕਰਨ ਦੀ ਖਾਤਰ, ਐਗਜ਼ੀਕਿਊਸ਼ਨ ਦੀ ਕਰਨ ਦੀ ਖਾਤਰ ਜਿਹੜੀ ਭੇਜੀ ਜਾ ਸਕਦੀ ਹੈ। ਇੱਕ ਕਾਰਨ ਹੋਰ ਹੈਗਾ, if the court which passed the degree considers for any other reason, ਜੋ ਕੋਈ ਹੋਰ ਕਾਰਨ ਹੈਗਾ, shall record in writing, ਤਾਂ ਰਾਈਟਿੰਗ ਦੇ ਵਿੱਚ ਰਿਕਾਰਡ ਕਰਕੇ ਜਿਹੜੀ ਕੋਰਟ ਹੈਗੀ ਹੈ ਉਹ ਕਿਸੇ ਹੋਰ ਕੋਰਟ ਦੇ ਜੇ ਡਿਗਰੀ ਭੇਜਣਾ ਚਾਹੁੰਦੀ ਹੈ, ਕਿਸ ਕਾਰਨ ਭੇਜੀ ਜਾਂਦੀ ਹੈ, ਉੱਥੇ ਭੇਜੀ ਜਾ ਰਹੀ ਹੈ, ਔਰ ਜਿਹੜੇ ਰੀਜ਼ਨਸ ਦੱਸਦੇ ਹੋਏ ਜਿਹੜੇ ਕੋਰਟ ਹੈ ਕਿਸੇ ਹੋਰ ਕੋਰਟ ਦੇ ਵਿੱਚ ਵੀ ਜਿਹੜੀ ਡਿਗਰੀ ਹੈ ਭੇਜੀ ਜਾ ਸਕਦੀ ਹੈ। Then as the court which passed a degree may of its own motion send it for the execution to any subordinate court of competent jurisdiction। ਜਿਹੜੀ ਕੋਰਟ ਨੇ ਡਿਗਰੀ ਪਾਸ ਕੀਤੀ ਹੈ ਉਹਦੀ ਕੋਈ subordinate courts ਜਿਹੜੀਆਂ ਹੈਗੀਆਂ ਨੇ, ਕਿਸੇ ਵੀ subordinate court ਨੂੰ ਜਿਹੜੀ ਡਿਗਰੀ ਹੈ competent court ਹੋਵੇ, ਉਸ ਨਿਸ਼ਚਿਤ ਦਾ ਜਿਹੜਾ ਸੂਟ ਹੋਵੇ, ਉਹ ਸੁਣਨ ਦਾ ਅਧਿਕਾਰ ਹੋਵੇ ਉਸ ਨੂੰ, ਠੀਕ ਹੈ, ਉਹ ਕਿਸੇ ਵੀ competent court ਦੇ ਵਿੱਚ ਆਪਦੀ subordinate court ਦੇ ਵਿੱਚ ਜਿਹੜੀ ਡਿਗਰੀ ਹੈ ਮਤਲਬ ਕਿ ਐਗਜ਼ੀਕਿਊਸ਼ਨ ਦੇ ਲਈ ਭੇਜੀ ਜਾ ਸਕਦੀ ਹੈ, ਆਪਦੀ ਮਰਜ਼ੀ ਦੇ ਨਾਲ ਕੋਰਟ ਭੇਜ ਸਕਦੀ ਹੈ। For the purpose of this section, a court shall be deemed to be the court of competent jurisdiction at the time of making the application for the transfer of decree. Such court would have jurisdiction to try the suit। ਮਤਲਬ ਇੱਥੇ ਗੱਲ ਕੀਤੀ ਗਈ ਹੈ ਵੀ ਜਿਹੜੀ ਕੋਰਟ ਦੇ ਵਿੱਚ ਜਿਹੜਾ ਡਿਗਰੀ
ਭੇਜੀ ਜਾਣੀ ਹੈ ਐਜੂਕੇਸ਼ਨ ਦੇ ਲਈ। ਉਸ ਕੋਰਟ ਦੇ ਕੋਲੇ ਉਹ ਜਿਹੜਾ ਫੈਸਲਾ ਕੀਤਾ ਗਿਆ ਹੈ, ਉਹ ਜਿਹੜਾ ਸੂਟ ਪਾਸ ਕੀਤਾ ਗਿਆ, ਜਿਹੜੀ ਡਿਗਰੀ ਪਾਸ ਕੀਤੀ ਗਈ ਹੈ, ਉਸ ਮੁਕੱਦਮੇ ਨੂੰ ਸੁਣਨ ਦੀ ਜਿਹੜੀ ਪਾਵਰ ਹੋਣੀ ਚਾਹੀਦੀ ਹੈ। Nothing in this section shall be deemed to authorize the court which passed a decree to execute such decree against any person or property outside the local limits of its jurisdiction। ਇੱਥੇ ਗੱਲ ਕੀਤੀ ਹੈ ਸਬਸੈਕਸ਼ਨ 4 ਦੇ ਵਿੱਚ ਵੀ ਕਿਸੇ ਵੀ ਕੋਰਟ ਕੋਲੇ ਕੋਈ ਅਧਿਕਾਰ ਨਹੀਂ ਹੈਗਾ ਕਿਸ ਗੱਲ ਦਾ, ਆਪਦੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਕਿਸੇ ਬੰਦੇ ਦੇ ਖਿਲਾਫ, ਕਿਸੇ ਵਿਅਕਤੀ ਦੇ ਖਿਲਾਫ ਜਿਹੜੀ ਡਿਗਰੀ ਹੈ ਉਹਨੂੰ ਅਜਰਾਈ ਕਰਨ ਦਾ, ਐਗਜ਼ੀਕਿਊਟ ਕਰਨ ਦਾ ਕੋਈ ਅਧਿਕਾਰ ਕਿਸੇ ਕੋਰਟ ਕੋਲੇ ਨਹੀਂ ਹੈਗਾ। ਆਪਦੇ ਅਧਿਕਾਰ ਖੇਤਰ ਦੇ ਵਿੱਚ ਹੀ ਕੋਈ ਕੋਰਟ ਹੈ ਜਿਹੜੀ ਉਸ ਡਿਗਰੀ ਨੂੰ ਐਗਜ਼ੀਕਿਊਟ ਕਰ ਸਕਦੀ ਹੈ, ਉਹਦੀ ਐਗਜ਼ੀਕਿਊਸ਼ਨ ਕਰ ਸਕਦੀ ਹੈ, ਪਰ ਕਿਸੇ ਬਾਹਰਲੇ ਕਿਸੇ ਹੋਰ ਕੋਰਟ ਦੇ ਅਧਿਕਾਰ ਖੇਤਰ 'ਚ ਜਾ ਕੇ ਕੋਈ ਵੀ ਕੋਰਟ ਹੈ ਜਿਹੜੀ ਕਿਸੇ ਵੀ ਡਿਗਰੀ ਨੂੰ ਐਗਜ਼ੀਕਿਊਟ ਨਹੀਂ ਕਰ ਸਕਦੀ। ਨੈਕਸਟ ਸੈਕਸ਼ਨ 40 ਹੈ ਜੀ, ਟ੍ਰਾਂਸਫਰ ਆਫ ਡਿਗਰੀ ਟੂ ਦਾ ਕੋਰਟ ਇਨ ਅਨਦਰ ਸਟੇਟ। ਕਿਸੇ ਦੂਜੀ ਸਟੇਟ ਦੇ ਵਿੱਚ ਡਿਗਰੀ ਭੇਜਣਾ। Where a degree is sent for education in another state, it shall be sent to such court and executed in such manner as may be prescribed by rules in force in the state। ਜਿਹੜੀ ਸਟੇਟ ਦੇ ਵਿੱਚ ਕੋਈ ਡਿਗਰੀ ਪਾਸ ਮਤਲਬ ਕਿ ਐਗਜ਼ਰਾਈ ਵਾਸਤੇ ਐਜੂਕੇਸ਼ਨ ਦੇ ਲਈ ਭੇਜੀ ਜਾਂਦੀ ਹੈ, ਉਹ ਜਿਹੜੀ ਸਟੇਟ ਹੈ ਉਹ ਸਟੇਟ ਦੇ ਜਿਹੜੇ ਵੀ ਰੂਲ ਹੈਗੇ ਆ ਉਹ ਉਸ ਰੂਲਾਂ ਦੇ ਮੁਤਾਬਕ ਆਪਣਾ ਜਿਹੜਾ ਪ੍ਰੋਸੈਸ ਹੈ, ਕਾਰਵਾਈ ਹੈ, ਉਹ ਉਸ ਕੋਰਟ ਵੱਲੋਂ ਅਡਾਪਟ ਕੀਤਾ ਜਾਵੇਗਾ ਆਪਣੀ ਸਟੇਟ ਦੇ ਰੂਲਸ ਦੇ ਮੁਤਾਬਕ। Result of the execution proceeding to be certified। The court to which a decree is sent for the execution shall certify to the court which passed it the fact of such execution, or where the former court fails to execute the same circumstances attending such failure। जो भी कार्रवाई एग्जीक्यूटिंग कोर्ट ने की थी, जिस कोर्ट ਦੇ ਕੋਲੇ ਡਿਗਰੀ ਆਈ ਅਜ਼ਰਾਏ ਵਾਸਤੇ ਐਗਜ਼ੀਕਿਊਸ਼ਨ ਵਾਸਤੇ, ਠੀਕ ਹੈ, ਉਸ ਕੋਰਟ ਨੇ ਕੀ ਪ੍ਰੋਸੈਸ ਅਡਾਪਟ ਕੀਤਾ, ਉਹਨੇ ਕਿੰਨੀ ਕੁ ਮਤਲਬ ਕਿ ਕਾਰਵਾਈ ਕੀਤੀ, ਉਹ ਸਾਰੀ ਕਾਰਵਾਈ ਹੈਗੀ ਹੈ। ਉਹ ਮੰਨ ਲਓ ਡਿਗਰੀ ਹੈਗੀ ਸੀ 5 ਲੱਖ ਰੁਪਏ ਦੀ, ਠੀਕ ਹੈ, ਕੋਰਟ ਨੇ 1 ਲੱਖ ਰੁਪਏ ਰਿਕਵਰ ਕਰ ਦਿੱਤਾ। ਜਿਸ ਕੋਰਟ ਕੋਲ ਡਿਗਰੀ ਆਈ ਸੀਗੀ ਉਸ ਕੋਰਟ ਨੇ 1 ਲੱਖ ਰੁਪਏ ਰਿਕਵਰੀ ਕਰ ਦਿੱਤੀ। ਜਿਹੜੀ ਪ੍ਰਾਪਰਟੀ ਉਹ ਬੰਦੇ ਦੀ ਖਤਮ ਹੋ ਗਈ 1 ਲੱਖ ਰੁਪਏ ਰਿਕਵਰੀ ਹੋਣ ਦੇ ਨਾਲ। ਤਾਂ ਜਿਹੜੀ ਐਗਜ਼ੀਕਿਊਟਿੰਗ ਕੋਰਟ ਹੈਗੀ ਹੈ ਉਹ ਆਪਦਾ ਸਾਰਾ ਰਿਕਾਰਡ ਹੈ ਉਸ ਕੋਰਟ ਨੂੰ, ਜਿਸ ਕੋਰਟ ਤੋਂ ਡਿਗਰੀ ਆਈ ਸੀਗੀ, ਉਸ ਨੂੰ ਲਿਖ ਕੇ ਭੇਜੇਗੀ ਸਾਰਾ ਕੁਝ ਵੀ ਆਹ 1 ਲੱਖ ਰੁਪਏ ਇਦਾਂ ਕਰਕੇ ਆਹ ਪ੍ਰਾਪਰਟੀ ਸੀਗੀ, ਇਹਦੀ ਅਸੀਂ ਆਪਸ਼ਨ ਕਰ ਦਿੱਤੀ, ਅਟੈਚ ਕਰਨ ਤੋਂ ਬਾਅਦ ਆਪਸ਼ਨ ਕਰ ਦਿੱਤੀ, ਤੇ ਜਿਹੜੀ ਅਮਾਊਂਟ ਹੈਗੀ ਹੈ 1 ਲੱਖ ਰੁਪਏ ਸੈਟੀਸਫਾਈ ਹੋਇਆ। ਡਿਗਰੀ ਬੇਸ਼ੱਕ 5 ਲੱਖ ਰੁਪਏ ਦੀ ਹੈ, ਪਰ ਅਸੀਂ ਇਹਦਾ 1 ਲੱਖ ਰੁਪਏ ਰਿਕਵਰੀ ਕਰਕੇ ਇਹ ਆਪ ਜੀ ਨੂੰ ਭੇਜੀ ਜਾਂਦੀ ਹੈ। ਉਹ ਡਿਗਰੀ ਵੀ ਤੇ ਨਾਲ ਅਮਾਊਂਟ ਵੀ, ਨਾਲ ਸਾਰਾ ਰਿਕਾਰਡ ਉਹ ਕੰਸਰਨਡ ਕੋਰਟ ਨੂੰ ਭੇਜਿਆ ਜਾਵੇਗਾ ਜਿਸ ਕੋਰਟ ਨੇ ਡਿਗਰੀ ਭੇਜੀ ਸੀਗੀ। ਜੇਕਰ ਕੋਈ ਐਸਾ ਰੀਜ਼ਨ ਬਣਦਾ ਹੈ ਵੀ ਡਿਗਰੀ ਦੇ ਵਿੱਚ ਕੋਈ ਵੀ ਅਮਾਊਂਟ, ਕੋਈ ਵੀ ਕਾਰਵਾਈ ਨਹੀਂ ਕਰ ਪਾਈ ਕੋਰਟ, ਠੀਕ ਹੈ, ਫੇਲ ਹੋ ਜਾਂਦੀ ਹੈ ਕਿਸੇ ਕਾਰਨ, ਜਾਂ ਕੋਈ ਪ੍ਰਾਪਰਟੀ ਨਹੀਂ ਹੁੰਦੀ, ਜਾਂ ਪ੍ਰਾਪਰਟੀ ਬੰਦਾ ਪਹਿਲਾਂ ਸੇਲ ਕਰ ਗਿਆ, ਕੁਝ ਵੀ ਹੋ ਗਿਆ, ਮੇ ਵੀ ਰੀਜ਼ਨ ਕੋਈ ਵੀ ਹੋ ਸਕਦਾ ਹੈ, ਤੇ ਜਿਹੜੀ ਡਿਗਰੀ ਹੈ ਡਿਗਰੀ ਦੇ ਸੰਬੰਧ ਵਿੱਚ ਕੋਈ ਵੀ ਕਾਰਵਾਈ ਨਹੀਂ ਹੋ ਸਕੀ, ਕੋਰਟ ਫੇਲ ਹੋ ਜਾਂਦੀ ਹੈ, ਤਾਂ ਕੋਰਟ ਆਪਦਾ ਰੀਜ਼ਨ ਦੱਸਦੇ ਹੋਏ ਵੀ ਮੈਂ ਇਹ ਡਿਗਰੀ ਦੇ ਵਿੱਚ ਇਹਦੀ ਐਗਜ਼ੀਕਿਊਸ਼ਨ ਦੇ ਵਿੱਚ ਕੋਈ ਕਾਰਵਾਈ ਨਹੀਂ ਕਰ ਸਕੇ, ਅਸੀਂ ਕੀ ਕਾਰਨ ਹੈਗਾ, ਉਹ ਕਾਰਨ ਦੱਸਦੇ ਹੋਏ ਜਿਹੜਾ ਹੈਗਾ ਜਿਹੜੀ ਡਿਗਰੀ ਹੈ ਵਾਪਸ ਉਸ ਕੋਰਟ ਨੂੰ, ਕੰਸਰਨਡ ਕੋਰਟ ਨੂੰ ਜਿੱਥੋਂ ਉਹ ਆਈ ਸੀਗੀ ਉਸ ਨੂੰ ਭੇਜਿਆ ਜਾਵੇਗਾ। Then section 42, power of the court in executing transfer decree। ਜਿਹੜੀ ਕੋਰਟ ਕੋਲ ਡਿਗਰੀ ਪਾਸ ਹੋ ਗਿਆ, ਜਿਹੜੀ ਕੋਰਟ ਕੋਲ ਡਿਗਰੀ ਟ੍ਰਾਂਸਫਰ ਹੋ ਕੇ ਆਉਂਦੀ ਹੈ, ਉਹਦੀਆਂ ਕੀ ਪਾਵਰਸ ਹੁੰਦੀਆਂ ਨੇ, ਠੀਕ ਹੈ, ਉਹ ਇਸ ਸੈਕਸ਼ਨ 'ਚ ਦੱਸੀਆਂ ਗਈਆਂ ਨੇ। ਇਟ ਸ਼ੈਲ ਹੈਵ ਦਾ ਸੇਮ ਪਾਵਰ ਇਨ ਐਗਜ਼ੀਕਿਊਟਿੰਗ ਸਚ ਡਿਗਰੀ ਐਜ਼ ਇਫ ਇਟ ਹੈਡ ਬੀਨ ਪਾਸਡ ਬਾਈ ਇਟਸੈਲਫ। ਸਭ ਤੋਂ ਪਹਿਲਾਂ ਤਾਂ ਇਹ ਸਮਝਿਆ ਜਾਵੇਗਾ ਉਸ ਕੋਰਟ ਨੂੰ, ਉਹ ਕੋਰਟ ਆਪਣੇ ਆਪ ਨੂੰ ਇਹ ਸਮਝੇਗੀ ਜਿਸ ਕੋਰਟ ਕੋਲ ਡਿਗਰੀ ਟ੍ਰਾਂਸਫਰ ਹੋ ਕੇ ਆਈ ਹੈ, ਉਹ ਕੋਰਟ ਇਹ ਸਮਝ ਕੇ ਡਿਗਰੀ ਨੂੰ ਅੱਗੇ ਫਰਦਰ ਐਗਜ਼ੀਕਿਊਟ ਕਰੇਗੀ ਵੀ ਇਹ ਡਿਗਰੀ ਜਿਵੇਂ ਕਿ ਉਸਨੇ ਉਸ ਕੋਰਟ ਨੂੰ ਆਪ ਪਾਸ ਕੀਤੀ ਗਈ ਹੋਵੇ, ਜਿਵੇਂ ਕਿ ਉਸੇ ਕੋਰਟ ਨੇ ਜਿਹੜੀ ਕੋਰਟ ਹੁਣ ਐਗਜ਼ੀਕਿਊਟ ਕਰ ਰਹੀ ਹੈ ਡਿਗਰੀ ਨੂੰ, ਉਹ ਇਹ ਕੋਰਟ ਸਮਝੇਗੀ ਵੀ ਜਿਵੇਂ ਕਿ ਇਹ ਡਿਗਰੀ ਮੈਨੇ ਹੀ ਪਾਸ ਕੀਤੀ ਹੈ, ਸਾਡੀ ਹੀ ਕੋਰਟ ਵੱਲੋਂ ਪਾਸ ਕੀਤੀ ਗਈ ਹੈ, ਇਹ ਸਮਝ ਕੇ ਹੀ ਜਿਹੜੀ ਫਰਦਰ ਕਾਰਵਾਈ ਹੈ ਕੋਰਟ ਵੱਲੋਂ ਅਮਲ ਵਿੱਚ ਲਿਆਂਦੀ ਜਾਵੇਗੀ। ਆਲ ਦਾ ਪਰਸਨ ਡਿਸੋਇੰਗ ਔਰ obstructing the execution of the decree, ਜੇ ਕੋਈ ਵਿਅਕਤੀ ਡਿਸੋਵੇ ਕਰਦਾ ਹੈ, ਠੀਕ ਹੈ ਜੀ, ਰੋਕਦਾ ਹੈ ਡਿਗਰੀ ਨੂੰ ਐਗਜ਼ੀਕਿਊਟ ਕਰਨ ਤੋਂ, of the degree shall be punishable by such court in the same manner as if it had been passed
ਦਾ ਡਿਗਰੀ, ਤਾਂ ਉਹ ਜਿਹੜਾ ਵਿਅਕਤੀ ਹੈਗਾ ਜੇ ਕੋਈ obstruct ਕਰਦਾ ਹੈ, ਰੋੜਾ ਅਟਕਾਉਂਦਾ ਹੈ, ਕੰਮ ਕਰਨ ਤੋਂ ਰੋਕਦਾ ਹੈਗਾ, ਤਾਂ ਜਿਹੜਾ ਉਹ ਪਨਿਸ਼ੇਬਲ ਹੋਏਗਾ। ਕਿਵੇਂ ਪਨਿਸ਼ੇਬਲ ਹੋਏਗਾ? ਉੱਦਾਂ ਦੇ ਜਿਵੇਂ ਕਿ ਜਿਹੜੀ ਡਿਗਰੀ ਹੈਗੀ ਕੋਰਟ ਵੱਲੋਂ ਪਾਸ ਕੀਤੀ ਜਾਂਦੀ ਹੈ, ਉਹ ਕੋਰਟ ਦੇ ਵਿੱਚ ਜੋ ਕੋਈ ਵਿਅਕਤੀ ਇਦਾਂ ਦੀ ਕੋਈ ਕਾਰਵਾਈ ਕਰਦਾ ਹੈ, ਜਿਹੜਾ ਵੀ ਅਧਿਕਾਰ ਉਸ ਕੋਰਟ ਕੋਲੇ ਹੈਗਾ ਜਿਸ ਨੇ ਡਿਗਰੀ ਪਾਸ ਕੀਤੀ ਹੈ, ਉਹੀ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਿਹੜੀ ਇਹ ਕੋਰਟ ਹੈਗੀ, ਜਦੋਂ ਕੋਈ ਐਗਜ਼ੀਕਿਊਸ਼ਨ ਦੇ ਵਿੱਚ ਕੋਈ ਰੋੜਾ ਅਟਕਾਉਂਦਾ ਹੋਵੇ ਤਾਂ ਉਹਨੂੰ ਜਿਹੜੀ ਪਨਿਸ਼ਮੈਂਟ ਹੈ ਕੀਤੀ ਜਾ ਸਕਦੀ ਹੈ। And its order in executing such decree shall be subject to the same rules respect of the appeal as if the decree had been passed by itself। ਇਹ ਕਹਿੰਦਾ ਵੀ ਸਾਰੇ ਸੇਮ ਰੂਲ ਅਪਣਾਏ ਜਾਣਗੇ, ਜਿਵੇਂ ਡਿਗਰੀ ਪਾਸ ਕੀਤਾ ਕੋਰਟ ਨੇ ਉਸੇ ਤਰੀਕੇ ਇਸ ਜਿਹੜੀ ਐਗਜ਼ੀਕਿਊਟਿੰਗ ਕੋਰਟ ਹੈ ਇਹਦੇ ਖਿਲਾਫ ਵੀ ਜਿਹੜੀ ਹੈਗੀ ਹੈ ਅਪੀਲ ਫਾਈਲ ਕੀਤੀ ਜਾ ਸਕਦੀ ਹੈ। ਵਿਦਆਊਟ ਦਾ ਅੱਗੇ ਜਾ ਕੇ ਇਹਨੇ ਦੱਸਿਆ ਸਬ ਸੈਕਸ਼ਨ 2 ਦੀ ਪਾਵਰ ਕਲੌਜ਼ 1 ਦੇ ਵਿੱਚ ਵੀ ਜਿਹੜੀ ਕੋਰਟ ਦੇ ਕੋਲ ਡਿਗਰੀ ਟ੍ਰਾਂਸਫਰ ਹੋ ਕੇ ਆ ਗਈ ਉਹਦੇ ਕੋਲੇ ਹੋਰ ਕੀ ਪਾਵਰਾਂ ਹੈਗੀਆਂ ਨੇ। ਠੀਕ ਹੈ, ਉਹਦੇ ਕੋਲ ਹੋਰ ਪਾਵਰਾਂ ਦੇ ਵਿੱਚ ਕਲੌਜ਼ ਇਹ ਕਹਿੰਦੀ ਹੈ ਪਾਵਰ ਟੂ ਸੈਂਡ ਦਾ ਡਿਗਰੀ ਫਾਰ ਦਾ ਐਗਜ਼ੀਕਿਊਸ਼ਨ ਟੂ ਅਨਦਰ ਕੋਰਟ ਅੰਡਰ ਸੈਕਸ਼ਨ 39। ਦੇਖੋ ਸੈਕਸ਼ਨ 39 ਦੀ ਗੱਲ ਕਰ ਰਹੇ ਹਾਂ ਆਪਾਂ। ਸੈਕਸ਼ਨ 39 ਤੁਸੀਂ ਬਹੁਤ ਸਾਰੇ ਜਿਹੜੇ ਤੁਹਾਡੇ ਕੋਲ ਵਾਰੰਟ ਆਉਂਦੇ ਆ, ਤੁਸੀਂ ਪੜ੍ਹਿਆ ਹੋਏਗਾ ਉੱਥੇ ਸੈਕਸ਼ਨ 39 ਸੈਕਸ਼ਨ 39। ਠੀਕ ਹੈ, ਇਹ ਕਹਿੰਦਾ ਵੀ ਜੇ ਕਿਸੇ ਕੋਰਟ ਕੋਲੇ ਡਿਗਰੀ ਆ ਗਈ ਟ੍ਰਾਂਸਫਰ ਹੋ ਕੇ ਐਗਜ਼ੀਕਿਊਸ਼ਨ ਦੇ ਲਈ, ਉਸ ਕੋਰਟ ਨੇ ਆਪਣੀ ਕਾਰਵਾਈ ਕਰ ਦਿੱਤੀ, ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਹਟਿਆ ਵੀ 1 ਲੱਖ ਰੁਪਏ ਦੀ ਰਿਕਵਰੀ ਸੀਗੀ ਉਹਨੇ ਕਰ ਦਿੱਤੀ, ਹੁਣ ਉਹਦੀ ਪ੍ਰਾਪਰਟੀ ਜਿਹੜੀ ਜਿਹੜੀ ਦੀ ਪ੍ਰਾਪਰਟੀ ਉੱਥੇ ਖਤਮ ਹੋ ਗਈ। ਫਿਰ ਮੰਨ ਲਓ ਜਿਹੜਾ ਡਿਗਰੀ ਹੋਲਡਰ ਹੈਗਾ ਉਹ ਕੋਰਟ ਨੂੰ ਅਰਜ਼ੀ ਦਿੰਦਾ ਹੈ ਵੀ ਇਹਦੀ ਜਿਹੜੀ ਪ੍ਰਾਪਰਟੀ ਡਿਗਰੀ ਹੈਗੀ ਹੈ ਇਹ ਫਰਦਰ ਟ੍ਰਾਂਸਫਰ ਕੀਤੀ ਜਾਵੇ ਦੂਜੇ ਪਿੰਡ ਦੂਜੇ ਸ਼ਹਿਰ ਦੇ ਵਿੱਚ। ਇਹ ਪ੍ਰਾਪਰਟੀ ਹੈਗੀ ਹੈ ਉਹ ਪ੍ਰਾਪਰਟੀ ਦੀ ਫਰਦ ਲੈ ਕੇ ਜਾਂ ਰਜਿਸਟਰੀ ਦੀ ਕਾਪੀ ਲੈ ਕੇ ਕੋਰਟ ਦੇ ਪੇਸ਼ ਕਰਦਾ ਹੈਗਾ, ਤਾਂ ਜਿਹੜੀ ਇਹ ਕੋਰਟ ਟ੍ਰਾਂਸਫਰੀ ਕੋਰਟ ਹੈਗੀ ਹੈ ਇਹ ਫਰਦਰ ਵੀ ਕਿਸੇ ਹੋਰ ਕੋਰਟ ਦੇ ਵਿੱਚ ਵੀ ਉਸ ਡਿਗਰੀ ਨੂੰ ਟ੍ਰਾਂਸਫਰ ਕਰ ਸਕਦੀ ਹੈ। ਪਰ ਨਾਲ ਹੀ ਨਾਲ ਜਿਹੜੀ ਉਹਦੀ ਟ੍ਰਾਂਸਫਰ ਦੀ ਜਿਹੜੀ ਉਹ ਕਾਪੀ ਹੈਗੀ ਹੈ, ਉਸ ਟ੍ਰਾਂਸਫਰ ਆਰਡਰ ਦੀ ਜਿਹੜੀ ਕਾਪੀ ਹੈਗੀ ਹੈ ਉਹ ਕੰਸਰਨਡ ਕੋਰਟ ਦੇ ਵਿੱਚ ਭੇਜੀ ਜਾਏਗੀ ਜਿਸ ਕੋਰਟ ਤੋਂ ਪਹਿਲਾਂ ਡਿਗਰੀ ਪਾਸ ਹੋ ਕੇ ਆਈ ਸੀਗੀ, ਟ੍ਰਾਂਸਫਰ ਹੋ ਕੇ ਆਈ ਸੀਗੀ, ਉਸ ਨੂੰ ਵੀ ਕਾਪੀ ਭੇਜੇਗੀ। ਰਿਕਵਰੀ ਵਾਰੰਟ ਆਉਂਦੇ ਨੇ ਸਰ ਆਪਾਂ ਨੂੰ ਸਿਵਲ ਕੋਰਟ ਚੋਂ, ਇਹ 39 ਦੇ ਤਹਿਤ ਆਉਂਦੇ ਨੇ ਜੀ? ਕਾਫੀ ਸਾਰੇ ਆਉਂਦੇ ਆ, ਸਾਰੇ ਤਾਂ ਨਹੀਂ ਆਉਂਦੇ, ਕਾਫੀ ਸਾਰੇ ਆਉਂਦੇ ਆ 39 ਦੇ ਤਹਿਤ। ਤੁਸੀਂ ਜਦੋਂ ਪੜ੍ਹਦੇ ਹੋ ਦੇਖਿਆ ਕਰੋ, ਉੱਥੇ ਪੜ੍ਹਿਆ ਕਰੋ, ਜਦੋਂ ਵੀ ਕੋਈ ਵਾਰੰਟ ਆਉਂਦਾ ਹੈ ਹੁਣ ਜ਼ਰੂਰ ਪੜ੍ਹਿਆ ਕਰੋ ਵੀ ਕਾਹਦੇ ਲਈ ਵਾਰੰਟ ਆਇਆ, ਕਿਹੜੇ ਸੈਕਸ਼ਨ ਦੇ ਤਹਿਤ ਆਇਆ, ਕਿਹੜੇ ਆਰਡਰ ਦੇ ਤਹਿਤ ਆਇਆ ਹੈਗਾ। ਠੀਕ ਹੈ, ਜ਼ਰੂਰ ਪੜ੍ਹਿਆ ਕਰੋ ਜਿੰਨੇ ਵੀ ਵਾਰੰਟ ਤੁਹਾਡੇ ਕੋਲ ਆਉਂਦੇ ਆ। ਰੋਜ਼ ਵਾਰੰਟ ਆਪਣੇ ਕੋਰਟਾਂ ਆਪਣੇ ਕੋਲੇ ਆਉਂਦੇ ਆ, ਐਜੂਕੇਸ਼ਨ ਦੀ ਖਾਤਰ ਆਉਂਦੇ ਨੇ। ਆਪਾਂ ਇਸੇ ਸੈਕਸ਼ਨ ਦੇ ਤਹਿਤ ਕਾਰਵਾਈਆਂ ਕਰਦੇ ਹਾਂ। ਠੀਕ ਹੈ, ਪਾਵਰ ਇੱਕ ਤਾਂ ਇਹ ਸੀਗਾ ਵੀ ਡਿਗਰੀ ਨੂੰ ਜਿਹੜੀ ਟ੍ਰਾਂਸਫਰੀ ਕੋਰਟ ਹੈਗੀ ਹੈ ਉਹ ਕਿਸੇ ਹੋਰ ਕੋਰਟ 'ਚ ਵੀ ਅੱਗੇ ਟ੍ਰਾਂਸਫਰ ਕਰ ਸਕਦੀ ਹੈ ਫਾਰ ਦਾ ਐਗਜ਼ੀਕਿਊਸ਼ਨ, ਤੇ ਉਹਦੀ ਜਿਹੜੀ ਰਿਪੋਰਟ ਹੈਗੀ ਆ ਉਹ ਅਸਲ ਕੋਰਟ ਨੂੰ ਵੀ ਭੇਜੀ ਜਾਵੇਗੀ। ਫਿਰ ਦੂਸਰਾ ਜਿਹੜਾ ਬੀ ਕਲੌਜ਼ ਹੈਗੀ ਹੈ, ਬੀ ਕਲੌਜ਼ 'ਚ ਇਹ ਹੈਗੀ ਵੀ ਜਿਹੜੀ ਡਿਗਰੀ ਹੈਗੀ ਹੈ ਜੇ ਕੋਈ ਅਸਲ ਵਿਅਕਤੀ ਜਿਹੜਾ ਜਿਹੜੀ ਸੀਗਾ ਉਹਦੀ ਡੈਥ ਹੋ ਜਾਂਦੀ ਹੈ, ਜਿਹਦੇ ਖਿਲਾਫ ਡਿਗਰੀ ਪਾਸ ਹੋਈ ਸੀ ਉਹਦੀ ਡੈਥ ਜੇਕਰ ਹੋ ਜਾਂਦੀ ਹੈ ਤਾਂ ਇਸ ਕੋਰਟ ਕੋਲੇ ਅਧਿਕਾਰ ਹੈਗਾ ਉਹਦੇ ਵਾਰਸਾਂ ਦੇ ਜਿਹੜੀ ਖਿਲਾਫ ਹੈ, ਉਹਦੇ ਵਾਰਸਾਂ ਦੇ ਖਿਲਾਫ ਜਿਹੜੀ ਡਿਗਰੀ ਹੈ ਉਹ ਐਗਜ਼ੀਕਿਊਟ ਕੀਤੀ ਜਾ ਸਕਦੀ ਹੈ, ਅਜ਼ਰਾਈ ਕੀਤੀ ਜਾ ਸਕਦੀ ਹੈ ਅੰਡਰ ਸੈਕਸ਼ਨ 50 ਹੈਗਾ ਸੈਕਸ਼ਨ 50 ਦੇ ਤਹਿਤ। ਨੈਕਸਟ ਹੈ ਪਾਵਰ ਟੂ ਆਰਡਰ ਅਟੈਚ ਆਫ ਅ ਡਿਗਰੀ, ਅਟੈਚਮੈਂਟ ਆਫ ਅ ਡਿਗਰੀ। ਡਿਗਰੀ ਦੀ ਅਟੈਚਮੈਂਟ ਵੀ ਹੋ ਸਕਦੀ ਹੈ। ਇਹ ਜਿਹੜੀ ਐਗਜ਼ੀਕਿਊਟਿੰਗ ਕੋਰਟ ਹੈ ਇਹ ਡਿਗਰੀ ਨੂੰ ਅਟੈਚ ਵੀ ਕਰ ਸਕਦੀ ਹੈ। ਹੁਣ ਤੁਸੀਂ ਕਹੋਗੇ ਵੀ ਡਿਗਰੀ ਦੀ ਅਟੈਚਮੈਂਟ ਕਿਵੇਂ ਹੁੰਦੀ ਹੈ? ਹਾਂਜੀ ਦੱਸੋ, ਪਤਾ ਕਿਸੇ ਨੂੰ ਡਿਗਰੀ ਦੀ ਅਟੈਚਮੈਂਟ ਕਿਵੇਂ ਹੁੰਦੀ ਹੈ? ਸਰ ਜਿਹੜੀ ਕੁਰਕੀ ਕਰਦੇ ਆ ਜੀ ਉਹ ਅਟੈਚਮੈਂਟ ਹੁੰਦੀ ਹੈ? ਨਹੀਂ, ਪਾਵਰ ਟੂ ਆਰਡਰ ਅਟੈਚਮੈਂਟ ਆਫ ਅ ਡਿਗਰੀ, ਅਟੈਚਮੈਂਟ ਆਫ ਅ ਡਿਗਰੀ, ਕਿਸੇ ਡਿਗਰੀ ਨੂੰ ਅਟੈਚ ਕਰਨਾ। ਇੱਥੇ ਮੰਨ ਲਓ ਇੱਥੇ ਪਤਾ ਕੀ ਕਿਹਾ ਗਿਆ, ਇੱਥੇ ਇਹ ਹੈਗਾ ਇੱਕ ਬੰਦੇ ਨੇ A ਨੇ B ਤੋਂ ਪੈਸੇ ਲੈਣੇ, B ਨੇ A ਤੋਂ ਪੈਸੇ ਲੈਣੇ। A ਕੋਲੇ ਡਿਗਰੀ ਹੈ 5 ਲੱਖ ਰੁਪਏ ਦੀ ਡਿਗਰੀ ਹੈ, B ਕੋਲੇ ਡਿਗਰੀ ਹੈ 2 ਲੱਖ ਰੁਪਏ ਦੀ ਡਿਗਰੀ ਹੈ, ਜਾਂ B ਨੇ ਕਿਸੇ ਹੋਰ ਤੋਂ ਪੈਸੇ ਲੈਣੇ ਹੈ। ਠੀਕ ਹੈ, ਇੱਥੇ ਉਹ ਡਿਗਰੀ ਨੂੰ ਸੈਟੀਸਫਾਈ ਕਰ ਸਕਦੇ ਕੋਰਟ ਅਟੈਚ ਕਰਕੇ ਵੀ 2 ਲੱਖ ਰੁਪਏ ਦੀ ਡਿਗਰੀ ਤੇਰੀ ਆ ਗਈ ਸਾਡੇ ਕੋਲੇ, ਠੀਕ ਹੈ 2 ਲੱਖ ਰੁਪਏ ਤੇਰਾ ਤੂੰ ਸਾਡੇ ਖਿਲਾਫ ਲਿਆ ਹੋਇਆ ਸੀਗਾ, ਅਸੀਂ ਤੇਰਾ ਦੇਣਾ ਸੀਗਾ, ਤੂੰ ਸਾਡਾ ਦਾ ਲੈਣਾ, ਉਹ 2 ਲੱਖ ਰੁਪਏ ਦਾ ਇੱਥੇ ਪੂਰਾ ਹੋ ਗਿਆ, ਬਾਕੀ ਰਹਿ ਗਈ 3 ਲੱਖ ਰੁਪਈਆ।
ਇਹਦੇ ਮਤਲਬ ਇੱਥੇ ਇਹ ਕਿਹਾ ਗਿਆ ਹੈਗਾ। ਨੈਕਸਟ ਹੈ ਸਬਸੈਕਸ਼ਨ 3 ਆ ਕੋਰਟ ਪਾਸਿੰਗ ਐਨ ਆਰਡਰ ਇਨ ਐਕਸਰਸਾਈਜ਼ ਆਫ ਪਾਵਰ ਸੈਟੀਸਫਾਈ। ਸਰ ਇਹ ਦੁਬਾਰਾ ਦੱਸਿਓ, ਇਹ ਵੀ ਪਤਾ ਲੱਗਦਾ। ਇਹਦੇ ਵਿੱਚ ਇਹ ਵੀ ਡਿਗਰੀ ਜੇ ਕਿਸੇ ਬੰਦੇ ਕੋਲੇ ਡਿਗਰੀ ਹੈਗੀ ਆ, ਉਹਨੇ ਪੈਸੇ ਦੇਣੇ ਨੇ, ਪਰ ਪੈਸੇ ਕਿਸ ਤੋਂ ਲੈਣੇ ਵੀ ਨੇ, ਉਹਨੇ ਕਿਸ ਤੋਂ ਹੋਰ ਤੋਂ ਪੈਸੇ ਵੀ ਲੈਣੇ ਨੇ, ਉਹਦੇ ਕੋਲੇ ਵੀ ਡਿਗਰੀ ਹੈਗੀ ਹੈ ਕਿਸੇ ਕੋਰਟ ਦੀ, ਠੀਕ ਹੈ, ਉਹਦੀ ਡਿਗਰੀ ਨੂੰ ਹੀ ਅਟੈਚ ਕੀਤਾ ਜਾ ਸਕਦਾ ਹੈ, ਡਾਇਰੈਕਟ ਰਿਕਵਰੀ ਕੀਤੀ ਜਾ ਸਕਦੀ ਹੈ, ਮਤਲਬ ਕਹਿੰਦਾ ਇਹ ਹੈ। ਅੱਗੇ ਆ ਗਿਆ ਸਬਸੈਕਸ਼ਨ 4 ਦੇ ਵਿੱਚ ਕਿਹਾ ਗਿਆ ਬਾਰ ਟੂ ਪਾਵਰ, ਕੁਝ ਸ਼ਰਤਾਂ ਵੀ ਲਗਾਈਆਂ, ਕੁਝ ਬਾਰ ਵੀ ਲਗਾਈਆਂ ਗਈਆਂ ਨੇ ਪਾਵਰਾਂ ਦੇ ਉੱਪਰ, ਕੁਝ ਬੰਦਿਸ਼ਾਂ ਵੀ ਲਗਾਈਆਂ ਗਈਆਂ ਹੈਗੀਆਂ ਨੇ ਵੀ ਜੇਕਰ ਕੋਈ ਕੰਪਨੀ ਦੇ ਖਿਲਾਫ ਡਿਗਰੀ ਪਾਸ ਹੋਈ ਵੀ ਹੈਗੀ ਹੈ, ਠੀਕ ਹੈ, ਤਾਂ ਆਪਣੀ ਮਰਜ਼ੀ ਦੇ ਨਾਲ ਜਿਹੜੀ ਇਹ ਕੋਰਟ ਹੈਗੀ ਹੈ, ਐਗਜ਼ੀਕਿਊਟਿੰਗ ਕੋਰਟ ਹੈ, ਕਿਸੇ ਹੋਰ ਵਿਅਕਤੀ ਦੇ ਖਿਲਾਫ ਜਿਹੜੀ ਡਿਗਰੀ ਹੈ ਉਹ ਮਤਲਬ ਅਜ਼ਰਾਈ ਨਹੀਂ ਕਰ ਸਕਦੀ, ਆਪਣੀ ਐਗਜ਼ੀਕਿਊਸ਼ਨ ਨਹੀਂ ਕਰ ਸਕਦੀ ਜਿਸ ਵਿਅਕਤੀ ਦੇ ਖਿਲਾਫ ਡਿਗਰੀ ਪਾਸ ਹੋਈ ਵੀ ਹੈ, ਜਾਂ ਕੋਰਟ ਕਿਸੇ ਕੰਪਨੀ ਦੇ ਕਿਸੇ ਡਾਇਰੈਕਟਰ ਦੇ ਖਿਲਾਫ ਹੈ ਜਾਂ ਕਿਸੇ ਵਿਅਕਤੀ ਦੇ ਖਿਲਾਫ ਹੈ, ਉਸ ਵਿਅਕਤੀ ਦੇ ਖਿਲਾਫ ਹੀ ਡਿਗਰੀ ਐਗਜ਼ੀਕਿਊਟ ਕੀਤੀ ਜਾ ਸਕਦੀ ਹੈ, ਆਪਣੀ ਮਰਜ਼ੀ ਨਾਲ ਕਿਸੇ ਹੋਰ ਦੇ ਖਿਲਾਫ ਡਿਗਰੀ ਜਿਹੜੀ ਹੈਗੀ ਹੈ ਐਗਜ਼ੀਕਿਊਟ ਨਹੀਂ ਕੀਤੀ ਜਾ ਸਕਦੀ। ਅੱਗੇ ਸੈਕਸ਼ਨ 43 ਹੈ ਜੀ, ਕੋਈ ਡਿਗਰੀ ਪਾਸ ਕੀਤੀ ਕਿਸੇ ਕੋਰਟ ਨੇ ਜਿਸ ਦੇ ਉੱਪਰ ਜਿਹੜੀ CPC ਲਾਗੂ ਨਹੀਂ ਹੁੰਦੀ, ਕਿਸੇ ਕੋਰਟ ਨੇ ਡਿਗਰੀ ਪਾਸ ਕੀਤੀ ਪਰ ਉਹ ਜਿਹੜੀ ਕੋਰਟ ਹੈਗੀ ਹੈ ਉਹਦੇ ਉੱਪਰ ਜਿਹੜੀ CPC ਲਾਗੂ ਨਹੀਂ ਹੁੰਦੀ, ਜਾਂ ਫਿਰ ਕਿਸੇ ਫੋਰਨ ਕੋਰਟ ਨੇ ਡਿਗਰੀ ਪਾਸ ਕਰਤੀ ਜਿੱਥੇ ਸੈਂਟਰਲ ਗਵਰਨਮੈਂਟ ਨੇ ਕਿਸੇ ਨੂੰ ਅਥਾਰਟੀ ਦਿੱਤੀ ਸੀ, ਉਸ ਅਥਾਰਟੀ ਦੇ ਅਗੇਂਸਟ ਕੋਈ ਕੋਰਟ ਬਣੀ ਵੀ ਸੀਗੀ, ਉਸਨੇ ਕੋਈ ਡਿਗਰੀ ਪਾਸ ਕਰ ਦਿੱਤੀ, ਠੀਕ ਹੈ, ਉਹਨਾਂ ਡਿਗਰੀਆਂ ਨੂੰ ਇੰਡੀਆ ਦੇ ਵਿੱਚ ਜਿੱਥੇ ਲਾਗੂ ਕੀਤਾ ਜਾਣਾ ਹੈ, ਠੀਕ ਹੈ, ਜਿੱਥੇ ਕੋਈ ਵਿਅਕਤੀ ਰਹਿੰਦਾ ਜਿਹਦੇ ਖਿਲਾਫ ਉਹ ਡਿਗਰੀ ਪਾਸ ਹੋਈ ਵੀ ਹੈ, ਉਹਦੇ ਅਧਿਕਾਰ ਖੇਤਰ ਦੇ ਵਿੱਚ ਜਿਸ ਕੋਰਟ ਦਾ ਉਹ ਅਧਿਕਾਰ ਖੇਤਰ ਹੈ, ਉਸ ਕੋਰਟ ਵੱਲੋਂ ਉਹ ਜਿਹੜੀ ਡਿਗਰੀ ਹੈ ਐਗਜ਼ੀਕਿਊਟ ਕੀਤੀ ਜਾ ਸਕਦੀ ਹੈ। ਮਤਲਬ ਇੰਡੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਜਿੱਥੇ CPC ਲਾਗੂ ਹੋਵੇਗੀ, ਉੱਥੇ ਜੇ ਕੋਈ ਵਿਅਕਤੀ ਦੇ ਖਿਲਾਫ ਜਿਹਦੇ ਖਿਲਾਫ ਡਿਗਰੀ ਪਾਸ ਹੋਈ ਵੀ ਹੈ, ਉਹਦਾ ਜਿਹੜਾ ਏਰੀਆ ਹੈਗਾ ਕਿਸ ਕੋਰਟ ਦੇ ਅਧਿਕਾਰ ਖੇਤਰ ਵਿੱਚ ਪੈਂਦਾ ਹੈ, ਉਸ ਕੋਰਟ ਦੇ ਵੱਲੋਂ ਉਹ ਡਿਗਰੀ ਜਿਹੜੀ ਹੈਗੀ ਹੈ ਅਜ਼ਰਾਈ ਕੀਤੀ ਜਾ ਸਕਦੀ ਹੈ, ਐਗਜ਼ੀਕਿਊਟ ਕੀਤੀ ਜਾ ਸਕਦੀ ਹੈ। ਬੇਸ਼ੱਕ ਡਿਗਰੀ ਪਾਸ ਕੀਤੀ ਗਈ ਹੋਵੇ ਕਿਸੇ ਐਸੇ ਕੋਰਟ ਵੱਲੋਂ ਜਿਹਦੇ ਤੇ ਜਿਹੜੀ CPC ਲਾਗੂ ਨਾ ਹੁੰਦੀ ਹੋਵੇ, ਜਾਂ ਕਿਸੇ ਫੋਰਨ ਕੋਰਟ ਨੇ ਡਿਗਰੀ ਪਾਸ ਕੀਤੀ ਗਈ ਹੋਵੇ ਜਿੱਥੇ ਸੈਂਟਰਲ ਗਵਰਨਮੈਂਟ ਨੇ ਕੋਈ ਅਥਾਰਟੀ ਦੇ ਕੇ ਕੋਈ ਕੋਰਟ ਐਸਟੈਬਲਿਸ਼ ਕੀਤੀ ਗਈ ਹੋਵੇ, ਉਸ ਕੋਰਟ ਵੱਲੋਂ ਡਿਗਰੀ ਪਾਸ ਕੀਤੀ ਗਈ ਹੋਵੇ, ਉਹਦੀ ਅਜ਼ਰਾਈ ਜਿਹੜੀ ਹੈਗੀ ਹੈ ਇੰਡੀਆ ਦੇ ਵਿੱਚ, ਠੀਕ ਹੈ, ਜਿੱਥੇ CPC ਲਾਗੂ ਹੋਵੇ ਉੱਥੇ ਕੀਤੀ ਜਾ ਸਕਦੀ ਹੈ। ਜਿੱਥੇ ਕਿਤੇ ਵਿਅਕਤੀ ਜਿਹਦੇ ਖਿਲਾਫ ਡਿਗਰੀ ਪਾਸ ਹੋਈ ਵੀ ਹੈ ਉਹ ਰਹਿੰਦਾ ਹੋਵੇ, ਉਹਦੀ ਜਿਹੜੀ ਕੋਰਟ ਜਿਹਦਾ ਅਧਿਕਾਰ ਖੇਤਰ ਪੈਂਦਾ ਹੈ, ਉਸ ਕੋਰਟ ਦੇ ਰਾਹੀਂ ਜਿਹੜੀ ਡਿਗਰੀ ਹੈ ਉਹ ਜਿਹੜੀ ਐਗਜ਼ੀਕਿਊਸ਼ਨ ਕੀਤੀ ਜਾ ਸਕਦੀ ਹੈ। ਅੱਜ ਦਾ ਲੈਕਚਰ ਇਸੇ ਆਪਾਂ ਇੱਥੇ ਬਹੁਤ ਲੰਬਾ ਚੌੜਾ ਜੀ, ਬਾਕੀ ਫਿਰ ਪੜਾਂਗੇ। ਅੱਜ ਦਾ ਲੈਕਚਰ ਇੱਥੇ ਖਤਮ ਕਰਾਂਗੇ। ਕਿਸੇ ਦਾ ਕੋਈ ਕੁਐਸਚਨ ਤਾਂ ਕਰ ਸਕਦਾ ਹੈ। ਕੱਲ ਨੂੰ ਅਸੀਂ ਪੜਾਂਗੇ ਪੇਪਰ ਨੰਬਰ 1 ਲੈਂਡ ਆਪਣਾ ਸਟੈਂਡਿੰਗ ਆਰਡਰ, ਠੀਕ ਹੈ ਜੀ। ਹਾਂਜੀ ਸਰ ਉਹ ਤਾਂ 6ਵੇਂ ਪੇਪਰ ਦਾ ਰੈਗੂਲਰ ਨਹੀਂ ਬਣ ਸਕਦਾ, ਕੋਈ ਸਿਸਟਮ ਹੌਲੀ ਹੌਲੀ 3ਵੇਂ ਪੇਪਰ ਤੱਕ ਆ ਗਿਆ। ਕਰਦੇ ਆ ਕੋਈ ਸਿਸਟਮ ਬਣਾਉਂਦੇ ਆ। ਮੈਨੂੰ ਵੀ ਇਸ ਗੱਲ ਦਾ ਹੈਗਾ ਵੀ ਇਹ ਕਦੀ ਮੈਂ ਅੱਜ ਕਲਾਸ ਐਕਸਟਰਾ ਲਗਾਈ ਹੈ ਤਾਂ ਕਿ ਜਿਹੜਾ 6ਵਾਂ ਪੇਪਰ ਸਾਡਾ ਕਾਫੀ ਪਿੱਛੇ ਹੈਗਾ, ਤੇ ਦੇਖਦੇ ਹਾਂ ਕੋਈ ਕਰਦਾ ਮੈਂ ਸਿਸਟਮ ਬਣਾਉਣਾ ਕੋਈ, ਅੱਗੇ ਜਿਹੜਾ 6ਵਾਂ ਪੇਪਰ ਵੀ ਅਸੀਂ ਕਾਫੀ ਸਾਰਾ ਕਰ ਲਈਏ, ਠੀਕ ਹੈ। ਵੈਸੇ ਤਾਂ ਇਹ ਆਪਣੇ 44 ਸੈਕਸ਼ਨ ਹੋ ਗਏ, 158 ਸੈਕਸ਼ਨ ਦੇ ਹੈਗੇ ਆ, ਫਿਰ ਅੱਗੇ ਆਰਡਰ ਸ਼ੁਰੂ ਹੋ ਜਾਂਦੇ ਨੇ, ਠੀਕ ਹੈ ਜੀ। ਠੀਕ ਹੈ ਜੀ, ਹਾਂਜੀ ਠੀਕ ਹੈ ਜੀ। ਕਲਾਸ ਇਜ਼ ਓਵਰ, ਥੈਂਕ ਯੂ ਵੈਰੀ ਮਚ। ਥੈਂਕਸ ਸਰ।